ਆਪਣੇ ਨਾਲ ਬਿਲ ਜੁੜੇ ਹੈਗੇ ਨੇ ਇਹ ਆਪਣੇ ਹਾਂਜੀ ਹਰਦੇਵ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਨੇ? ਸਾ- ਬਸ ਬਹੁਤ ਵਧੀਆ ਜੀ, ਸਾਰੇ ਸਰੋਤਿਆਂ ਨੂੰ ਵੀ ਮੇਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਇੱਕ ਤੁਹਾਡੇ ਕੋਲੋਂ ਟਿੱਪਣੀ ਲੈਣੀ ਸੀ ਵੀ ਜਿਹੜਾ ਇਹ ਢੱਡਰੀਆਂ ਵਾਲਾ ਅਕਸਰ ਸਟੇਜ ਤੋਂ ਕਹਿੰਦਾ ਸੱਚਾ ਗਿਆਨ, ਤੇ ਮੈਂ ਇੱਕ ਪੋਸਟ ਪਾਈ ਸੀ ਜੀ, ਮਹੀਨਾ ਕੁ ਹੋ ਗਿਆ ਹੋਣਾ, 1.5 ਮਹੀਨਾ ਹੋ ਗਿਆ ਹੋਵੇ ਸ਼ਾਇਦ, ਹਾਂਜੀ ਵੀ ਹਾਂਜੀ ਗਿਆਨ ਹਾਂਜੀ। ਸੱਚਾ ਤੇ ਝੂਠਾ ਨਹੀਂ ਹੁੰਦਾ, ਗਿਆਨ ਸਹੀ ਤੇ ਗਲਤ ਹੁੰਦਾ ਜੀ, ਜਾਂ ਅਧੂਰਾ ਹੁੰਦਾ ਗਿਆਨ। ਬਿਲਕੁਲ ਬਿਲਕੁਲ, ਤੁਸੀਂ ਠੀਕ ਹੈ। ਹਾਂਜੀ, ਸੱਚਾ ਗਿਆਨ ਦੇਖੋ ਕੀ ਕੋਈ ਸੈਂਸ ਮੇਰੇ ਨੂੰ ਹਜਮ ਨਹੀਂ ਹੋਈ ਦੇਖੋ ਜਾਣੀ। ਦੇਖੋ, ਜਿਹੜਾ ਸੱਚਾ ਗਿਆਨ ਹੈ ਨਾ, ਉਹ ਗੱਲ ਉੱਥੇ ਹੀ ਆ ਗਈ ਕਿ ਅਗਰ ਕੋਈ ਇੱਕ ਕੰਪਿਊਟਰ ਦਾ ਬੜਾ ਮਾਹਿਰ ਐਕਸਪਰਟ ਬੰਦਾ, ਅਗਰ ਉਹ ਕੰਪਿਊਟਰ ਦੇ ਰਾਹੀਂ ਕਿਸੇ ਦਾ ਅਕਾਊਂਟ ਹੈਕ ਕਰ ਲੈਂਦਾ, ਤੇ ਉਹ ਅਕਾਊਂਟ ਜਿਹੜੇ ਉਹਨੇ ਹੈਕ ਕੀਤਾ, ਉਹਦੇ ਗਿਆਨ ਦੇ ਵਿੱਚ ਉਹ ਸਟਰੈਂਥ ਤੇ ਸੀ ਨਾ ਕਿ ਉਹ ਅਕਾਊਂਟ ਹੈਕ ਕਰਨ 'ਚ ਕਾਮਯਾਬ ਹੋ ਗਿਆ। ਯਪ। ਉਹ ਆਪਣੀ ਥਾਂ ਦੇ ਉੱਪਰ ਉਹ ਟੈਕਨੀਕ ਤੇ ਸੱਚੀ ਹੈ, ਕਿਉਂਕਿ ਜੇ ਸੱਚੀ ਨਾ ਹੁੰਦੀ ਤਾਂ ਹੈਕ ਨਾ ਕਰ ਪਾਉਂਦਾ। ਠੀਕ ਹੈ ਨਾ। ਬਿਲਕੁਲ ਲੇਕਿਨ ਹੁਣ ਇੱਥੇ ਗੱਲ ਆ ਜਾਏਗੀ ਕਿ ਉਹ ਸੱਚੀ ਤੇ ਹੈ ਲੇਕਿਨ ਸਹੀ ਨਹੀਂ ਹੈ, ਸਹੀ ਨਹੀਂ ਹੈ, ਬਿਲਕੁਲ ਐਥੀਕਲ ਨਹੀਂ ਹੈ। ਗਲਤ ਗਲਤ ਮੋਰਲ ਗਿਆਨ ਨਹੀਂ ਹੋ ਹੈ। ਗਿਆ ਜਾਣੀ, ਉਹ ਜਾਣੀ ਗਲਤ ਪਾਸੇ ਨੂੰ ਲਿਜਾਣ ਹਾਂ, ਵਾਲਾ। ਗੱਲ ਦੁਨੀਆ ਦੇ ਵਿੱਚ ਜਿੰਨਾ ਵੀ ਗਿਆਨ ਹੈ, ਜਿਹੜਾ ਵੀ ਗਿਆਨ ਹੈ, ਉਹਦੇ ਵਿੱਚ ਉਹ ਜਿਹੜੇ ਕਹਿਣਗੇ, ਹੁਣ ਜੇ ਇਹਨਾਂ ਨੂੰ ਪੁੱਛ ਲਓ ਵੀ ਸੱਚ ਦਾ ਗਿਆਨ ਕੀ ਹੁੰਦਾ, ਦੱਸੋ ਵੀ ਝੂਠ ਦਾ ਗਿਆਨ ਕੀ ਹੈ, ਤੇ ਉਹਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਸਕਦੇ। ਜਿਹੜੀ ਇਹ ਡਿਫਰੈਂਸ਼ੀਏਸ਼ਨ ਤੁਸੀਂ ਕੀਤੀ ਹੈ ਨਾ, ਬਈ ਗਿਆਨ ਸਹੀ ਜਾਂ ਗਲਤ ਹੋ ਸਕਦਾ, ਜਾਂ ਅਧੂਰਾ ਗਿਆਨ ਦੀ ਅਧੂਰਾ ਵਰਤੋਂ ਵੀ ਹੋ ਸਹੀ ਸਕਦਾ ਜੀ। ਅਨੈਤਿਕ ਜਾਂ ਅਨੈਤਿਕ ਹੋ ਹੋ ਸਕਦੀ ਹੈ। ਸਕਦੀ ਹੈ, ਹਾਂ। ਜਾਂ ਲੇਕਿਨ ਗਿਆਨ ਆਪਣੀ ਜਗ੍ਹਾ ਤੇ ਉੱਪਰ ਤੇ ਹਰ ਪ੍ਰਕਾਰ ਦਾ ਗਿਆਨ ਤੇ ਆਪਣੀ ਜਗ੍ਹਾ ਦੇ ਉੱਪਰ ਤੇ ਸੱਚਾ ਹੀ ਹੈ। ਤੇ ਅਧੂਰਾ ਵੀ ਜੀ ਹੁਣ ਜਿਸ ਤੀਸਰਾ। ਤਰ੍ਹਾਂ ਰੇਪ ਦੀ ਗੱਲ ਕੀਤੀ ਨਹੀਂ ਹਰਦੇਵ ਗਈ ਸਿੰਘ ਹੈ, ਜੀ, ਇੱਕ ਮੈਂ ਤੀਸਰਾ ਫਿਰ ਹੋਰ ਐਡ ਰੇਪ ਦਾ ਵੀ ਕੀਤਾ। ਗਿਆਨ ਤੇ ਬੰਦੇ ਦੇ ਅੰਦਰੋਂ ਹੀ ਉਤਪੰਨ ਹੁੰਦਾ ਹੈ ਨਾ। ਅਗਰ ਉਹ ਗਿਆਨ ਝੂਠਾ ਹੋਏ ਤੇ ਫਿਰ ਰੇਪ ਕਿਸ ਤਰ੍ਹਾਂ ਹੋ ਜਾਏ? ਹਾਂ ਬਿਲਕੁਲ। ਰੇਪ ਵਾਪਰ ਜਾਂਦਾ। ਜੇ ਗਿਆਨ ਹਮੇਸ਼ਾ ਹੀ ਸੱਚਾ, ਇਹਨਾਂ ਦੇ ਹਿਸਾਬ ਨਾਲ ਸੱਚਾ ਗਿਆਨ ਤਾਂ ਰੇਪ ਤਾਂ ਹੋਣਾ ਨਹੀਂ ਚਾਹੀਦਾ, ਚੋਰੀ ਨਹੀਂ ਹੋਣੀ ਚਾਹੀਦੀ, ਡਕੈਤੀ ਨਹੀਂ ਹੋਣੀ ਚਾਹੀਦੀ, ਮਰਡਰ ਨਹੀਂ ਹੋਣੇ ਚਾਹੀਦੇ। ਚੋਰੀ ਨਹੀਂ ਹੋਣੀ ਚਾਹੀਦੀ, ਹੈਕਿੰਗ ਨਹੀਂ ਹੋਣੀ ਚਾਹੀਦੀ। ਬਿਲਕੁਲ। ਠੀਕ ਹੈ ਨਾ। ਹੁਣ ਚੀਜ਼ ਤੇ ਇਹ ਹੈ ਕਿ ਬਈ ਜੋ ਗਿਆਨ ਦੁਨੀਆ ਦਾ, ਜੇ ਕਹਿੰਦੇ ਨੇ ਗਿਆਨ ਗੁਰੂ ਹੈ, ਫਿਰ ਦੁਨੀਆ ਦਾ ਸਮਸਤ ਗਿਆਨ ਗੁਰੂ ਹੈ। ਯਾਰ ਫਿਰ ਇਹ ਜਿਹੜਾ ਰੋਲਾ ਪਾਈ ਰੱਖਦੇ ਨੇ ਬਈ ਨਹੀਂ ਜੀ, ਉਹ ਫਲਾਣੀ ਚੀਜ਼ ਗਲਤ ਹੈ, ਫਲਾਣੀ ਚੀਜ਼ ਗਲਤ ਹੈ, ਫਲਾਣੀ ਚੀਜ਼ ਗਲਤ, ਬਈ ਗਲਤ ਤਾਂ ਕੁਝ ਵੀ ਨਹੀਂ ਹੈ ਤਾਂ ਸਾਰਾ ਗਿਆਨ ਹੀ ਹੈ। ਗਿਆਨ ਹੀ ਆਇਆ, ਬਿਲਕੁਲ। ਅਗਰ ਗਿਆਨ ਹੀ ਗੁਰੂ ਆ ਤਾਂ ਅਗਰ ਗਿਆਨ ਹੀ ਗੁਰੂ ਹੈ ਤੇ ਫਿਰ ਤੇ ਸਾਰਾ ਗਿਆਨ ਨੂੰ ਗੁਰੂ ਜੀ ਮੰਨ ਲਓ। ਹੂੰ। ਲੇਕਿਨ ਤੁਸੀਂ ਇਹ ਗੱਲ ਨੋਟ ਕਰੋ ਕਿ ਜਿਸਲੇ ਮੀਣਿਆਂ ਨੇ ਗੁਰੂ ਸਾਹਿਬਾਨ ਦੀਆਂ ਨਾਂ ਤੇ ਪੰਕਤੀਆਂ ਲਿਖੀਆਂ, ਉਹਨਾਂ ਪੰਕਤੀਆਂ ਵਿੱਚ ਵੀ ਉਹੀ ਗੱਲਾਂ ਸੀ ਜੋ ਗੁਰੂ ਸਾਹਿਬ ਕਹਿ ਰਹੇ ਸੀ, ਲੇਕਿਨ ਗੁਰੂ ਸਾਹਿਬ ਦੀਆਂ ਉਚਾਰੀਆਂ ਨਹੀਂ ਸੀ। ਹੈ ਉਹਨਾਂ ਦੇ ਵਿੱਚ ਵੀ ਗਿਆਨ ਸੀ, ਲੇਕਿਨ ਗੁਰੂ ਸਾਹਿਬ ਨੇ ਉਹ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਇਨਕਲੂਡ ਨਹੀਂ ਕੀਤੀਆਂ। ਹੂੰ। ਉਹਨੂੰ ਭਾਈ ਗੁਰਦਾਸ ਨੇ ਉਚੇਚੀ ਬਾਹਰ ਲਿਖੀ ਮੀਣੀਆਂ ਦੇ ਉੱਪਰ। ਹੁਣ ਮਿਹਰਬਾਨ ਨੇ ਅਟੈਂਪਟ ਕੀਤੀ ਸੀ ਗੁਰਬਾਣੀ ਲਿਖਣ ਦੀ, ਜਿਹੜੀ ਇੱਕ ਬਹੁਤ ਵੱਡਾ ਵਜ੍ਹਾ ਬਣੀ ਕਿ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਫਿਰ ਬਾਣੀ, ਓਰੀਜਨਲ ਬਾਣੀ ਨੂੰ ਕੰਪਾਈਲ ਕਰਨਾ ਸ਼ੁਰੂ ਕੀਤਾ, ਔਰ ਐਸੇ ਢੰਗ ਨਾਲ ਲਿਖੀ ਕਿ ਇਹਦੇ 'ਚ ਕੋਈ ਰਲਾ ਨਾ ਪਾ ਸਕੇ। ਬਿਲਕੁਲ ਜੀ। ਨਹੀਂ ਤੇ ਮਿਹਰਬਾਨ ਨੇ ਤੇ ਸੇਮ ਹੂ ਬਹੂ ਰਲਦੀਆਂ ਮਿਲਦੀਆਂ ਪੰਕਤੀਆਂ ਲਿਖੀਆਂ ਸੀਗੀਆਂ, ਨਾਨਕ ਪਦ ਵੀ ਵਰਤ ਲਿਆ ਸੀ। ਹਾਂਜੀ। ਹੁਣ ਉਹਨਾਂ ਪੰਕਤੀਆਂ ਵਿੱਚ ਵੀ ਸੱਚਾਈ ਸੀ, ਤੇ ਫਿਰ ਇਹ ਕਹਿਣ ਨਾ ਵੀ ਇਹ ਪੰਕਤੀ ਵੀ ਗੁਰੂ ਦੀ ਪੰਕਤੀ ਹੈ, ਹਾਂ, ਗੁਰੂ ਗ੍ਰੰਥ ਸਾਹਿਬ 'ਚ ਸ਼ਾਮਿਲ ਕਰੋ ਇਹਨੂੰ ਵੀ। ਸ਼ਾਮਿਲ ਕਰੋ ਜੀ, ਕਿਉਂਕਿ ਸੱਚੀ ਹੈ। ਯਾਰ ਠੀਕ ਹੈ ਨਾ। ਤੇ ਫਿਰ ਤੇ ਕੁਰਾਨ ਵਿੱਚ ਵੀ ਲਿਖਿਆ ਹੈ ਕਿ ਬਈ ਜਦ ਤੱਕ ਮਜ਼ਦੂਰ ਦਾ ਪਸੀਨਾ ਸੁੱਕ ਜਾਏ, ਇਸ ਤੋਂ ਪਹਿਲਾਂ ਉਹਦੀ ਉਜਰਤ ਉਹਨੂੰ ਦੇ ਦਿਓ। ਗੱਲ ਤੇ ਇਹ ਵੀ ਸੱਚੀ ਹੈ, ਤੇ ਫਿਰ ਇਹ ਵੀ ਇਨਕਲੂਡ ਕਰ ਲਓ। ਇਹ ਵੀ ਇਨਕਲੂਡ ਕਰ ਲਓ ਯਾਰ। ਬਿਲਕੁਲ। ਠੀਕ ਹੈ ਨਾ। ਤੇ ਉੱਥੇ ਲਿਖਿਆ ਆਪਣੇ ਹਿੰਦੂਆਂ ਦੇ ਸ਼ਾਸਤਰਾਂ ਵਿੱਚ ਸਤਿਅਮੇਵ ਜਯਤੇ, ਬਈ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਤੇ ਇਹ ਕਿਹੜੀ ਗੱਲ, ਇਹ ਕੋਈ ਗਲਤ ਗੱਲ ਥੋੜੀ ਹੈ, ਤੇ ਇਹਨੂੰ ਵੀ ਇਨਕਲੂਡ ਕਰ ਲਓ। ਬਿਲਕੁਲ ਜੀ। ਚਲੋ ਆਪਾਂ ਅੱਜ ਦੇ ਟੌਪਿਕ ਤੇ ਆਈਏ ਜੀ। ਹਾਂਜੀ। ਇਹ ਢੱਡਰੀਆਂ ਵਾਲੇ ਦੀ ਹੈ ਜੀ ਕਲਿੱਪ, 3 ਅਗਸਤ ਦਾ ਕਲਿੱਪ ਹੈਗਾ ਜੀ ਇਹ, 3 ਅਗਸਤ 2020। ਵੱਡੀ ਵੀਡੀਓ ਜਿਹੜੀ ਵੀ 2.5-3 ਘੰਟੇ ਦੀ ਹੁੰਦੀ ਆ, ਉਹਦੇ ਵਿੱਚੋਂ 15 ਮਿੰਟ ਤੇ 32 ਸੈਕਿੰਡ ਦਾ ਕਲਿੱਪ ਕੱਟ ਕੇ ਭਾਈ ਸਾਹਿਬ ਨੇ ਅਲੱਗ ਪਾਇਆ ਹੋਇਆ। 2 ਲੱਖ ਤੇ 2000 ਦੇ ਕਰੀਬ ਵਿਊ ਹੈਗਾ ਜੀ ਇਹਦਾ, ਤੇ ਆਪਾਂ ਇਹਦਾ ਵਿਸ਼ਲੇਸ਼ਣ ਕਰਨਾ ਅੱਜ। ਟਾਈਟਲ ਹੈਗਾ ਆ, ਅਗਲਿਆਂ ਨੇ ਸੰਦੀਪ ਮਹੇਸ਼ਵਰੀ ਅਤੇ ਵਿਵੇਕ ਬਿੰਦਰਾ ਨੂੰ ਖੁੱਲ੍ਹ ਦਿੱਤੀ ਹੈ ਢੱਡਰੀਆਂ ਵਾਲੇ, ਤੇ ਸਾਨੂੰ ਵੀ ਖੁੱਲ੍ਹ ਦਿਓ। ਜਾਣੀ ਕਿਸਮ ਦੀ ਇਹ ਡਿਮਾਂਡ ਆ ਢੱਡਰੀਆਂ ਵਾਲੇ ਦੀ ਵੀ, ਅਗਰ ਉਹਨਾਂ ਨੇ ਖੁੱਲ੍ਹ ਦਿੱਤੀ ਹੋਈ ਆ। ਮੋਟੀਵੇਸ਼ਨਲ ਬਤੌਰ ਸਪੀਕਰ ਦੀ ਗੱਲਬਾਤ ਹੁੰਦੀ ਹੈ ਇਹਦੇ ਵਿੱਚ। ਮੈਂ ਆਡੀਓ ਕਲਿੱਪ ਸੁਣਿਆ, ਮੈਂ ਪਹਿਲਾਂ ਵੀ ਸੁਣਿਆ ਸੀ ਹਰਦੇਵ ਸਿੰਘ ਜੀ, ਇਹ ਤੁਸੀਂ ਮੈਨੂੰ ਭੇਜਿਆ ਅੱਜ, ਇਹ ਮੈਂ ਪਹਿਲਾਂ ਵੀ ਸੁਣਿਆ ਸੀ, ਮੈਂ ਸਾਂਭ ਕੇ ਰੱਖਿਆ ਵੀ ਪਿਆ ਸੀਗਾ ਵੀ ਕਿਸੇ ਵੇਲੇ ਇਹਦੀ ਤੇ ਗੱਲਬਾਤ ਕਰਾਂਗੇ, ਪਰ ਚਲੋ ਚੰਗਾ ਹੋਇਆ ਕਿ ਤੁਸੀਂ ਇਹ ਭੇਜ ਕੇ ਤੇ ਆਪਾਂ ਇਹਦੀ ਅੱਜ ਕਰੀਏ ਇਹਦਾ ਚੀਰ ਫਾੜ ਜੀ। ਮੈਂ ਲੱਗਾ ਜੀ ਚਲਾਓ ਤੁਸੀਂ। ਚਲਾਉਣ ਮੈਂ ਲੱਗਾ। ਨਹੀਂ, ਮੈਨੂੰ ਇਹ ਗੜਬੜ ਹੋ ਜਾਣੀ ਹੈ ਜੀ, ਮੈਨੂੰ ਚਲਾਉਣਾ ਪੈਣਾ ਇਹ ਇੱਧਰ ਆਪਣੇ ਫੋਨ ਤੇ ਜੀ। 1 ਮਿੰਟ ਦਿਓ ਜੀ ਮੈਨੂੰ। ਹਾਂਜੀ ਹਾਂਜੀ।
ਇੱਕ ਮਿੰਟ ਦਿਓ ਜੀ ਮੈਨੂੰ, ਕਿਉਂਕਿ ਤੁਹਾਨੂੰ ਮੈਂ ਜਿਹੜਾ ਸਕਾਈਪ ਤੇ ਮਿਲਾਇਆ ਨਾ ਉਹ ਮਿਲਾਇਆ ਹੈਗਾ ਜੀ ਆਪਣੇ ਕੰਪਿਊਟਰ ਤੋਂ, ਤੇ ਅਗਰ ਮੈਂ ਇਹ ਕਲਿੱਪ ਕੰਪਿਊਟਰ ਤੋਂ ਹੀ ਚਲਾ ਦਿੰਦਾ ਤੇ ਫਿਰ ਤੁਹਾਨੂੰ ਨਹੀਂ ਸੁਣਾਈ ਦੇਣਾ ਜੀ। ਇਹ ਮੈਨੂੰ ਇਹ ਆਪਣਾ ਫੋਨ ਤੋਂ ਚਲਾਉਣਾ ਪੈਣਾ ਜੀ। ਇੱਕ ਮਿੰਟ ਦਿਓ ਜੀ ਮੈਨੂੰ, ਲਾਇਬ੍ਰੇਰੀ ਤੇ ਆ ਗਿਆ ਜੀ। Introducing Advice Plus, a new way to create a plan together to help you reach your goals. ਹੁਣ ਅੱਜ ਦੇ ਹਾਲਾਤ ਇਹ ਨੇ, ਜੇ ਅੱਜ ਦੇ ਸਾਡੇ ਸੁਣ ਰਹੇ ਜੀ? ਹਾਂਜੀ ਹਾਂਜੀ ਸੁਣ ਰਹੇ। ਲਓ ਜੀ, ਮੈਂ ਕਲਿੱਪ ਚਲਾਉਣਾ ਸ਼ੁਰੂ ਕੀਤਾ। ਧਰਮ ਦੇ ਪੈਰੋਕਾਰਾਂ ਨਾਲ ਗੱਲ ਕਰੀਏ, ਮੋਟੀਵੇਟ ਕਰੋ ਲੋਕਾਂ ਨੂੰ, ਹਿੰਮਤ ਭਰੋ, ਪੈਰਾਂ ਤੇ ਖੜੇ ਕਰ ਦਿਓ, ਨਜ਼ਾਰਾ ਆ ਜਾਏ। ਪਰ ਕਮਾਲ ਦੀ ਗੱਲ ਇਹ ਹੈ ਵੀ ਜਿਹੜਾ ਬੰਦਾ ਮੋਟੀਵੇਟ ਕਰੇ, ਵੱਖਰੀ ਗੱਲ ਕਰੇ, ਸਾਡੇ ਵਾਲੇ ਕਹਿਣਗੇ ਇਹਨੂੰ ਛੇਕੋ, ਪੰਥ ਚੋਂ ਬਾਹਰ ਕੱਢੋ। ਚਾਹੀਦਾ ਇਹ ਹੁੰਦਾ, ਜਿਹੜੇ ਬੰਦੇ ਹੁੰਦੇ ਨੇ ਨਾ ਸਿਆਣੇ ਮੰਤਰੀ, ਅਸੀਂ ਕਈ ਵਾਰੀ ਹਿੰਦੂ ਧਰਮ ਬਾਰੇ ਗੱਲ ਕਰਦੇ ਆ ਵੀ ਸਿੱਖ ਤਾਂ ਅਸੀਂ ਜ਼ਿਆਦਾ ਸਿਆਣੇ ਆ। ਮੈਨੂੰ ਦੱਸ ਦਿਓ ਜੀ ਕਿੱਥੇ ਰੁਕਣਾ ਹੈ। ਹਾਂ ਤੁਸੀਂ ਚੱਲਣ ਦਿਓ। ਪਰ ਉਹ ਜਿਹੜੇ ਬੰਦੇ ਨੇ ਨਾ, ਜੇ ਦੇਸ਼ ਤੇ ਰਾਜ ਕਰ ਰਹੇ ਨੇ ਅੱਜ, ਇਹਦਾ ਮਤਲਬ ਉਹਨਾਂ ਨੂੰ ਕਰਨਾ ਆ ਗਿਆ, ਦਿਮਾਗ ਚੱਲ ਪਿਆ। ਕਿਵੇਂ ਭਲਾ, ਜੇ ਸਮਝੀਏ ਮਾੜਾ ਜਿਹਾ। ਇੱਕ ਗੱਲ ਵੇਖੋ, ਧਰਮ ਬਹੁਤ ਵੱਡਾ, ਹਿੰਦੂ ਧਰਮ, ਤੇ ਉਹਨਾਂ ਦੇ ਧਾਰਮਿਕ ਗ੍ਰੰਥ ਗੀਤਾ, ਰਾਮਾਇਣ ਸਤਿਕਾਰਯੋਗ ਨੇ। ਉਹਨਾਂ ਦੇ ਵਿੱਚ ਕਥਾਵਾਚਕਾਂ ਨੂੰ ਉਹਨਾਂ ਨੇ ਪਰਮਿਸ਼ਨ ਦਿੱਤੀ ਹੋਈ ਹੈ। ਵੱਡਾ ਪੰਡਾਲ ਲਾਉਂਦੇ ਨੇ, ਐਡੀ ਸਟੇਜ ਲਾਉਂਦੇ ਨੇ, ਐ ਆਸਣ ਕਿੱਡਾ ਲੱਗਦਾ ਮੁਰਾਰੀ ਬਾਪੂ ਦਾ, ਤੇ ਰਾਮਾਇਣ ਦੀ ਕਥਾ, ਗੀਤਾ, ਐ ਗੀਤਾ ਰੱਖੀਏ, ਕਥਾ ਹੋ ਰਹੀ ਹੈ, ਵੱਡੀ ਸਟੇਜ, ਵੱਡਾ ਪੰਡਾਲ ਤੇ ਸਭ ਕੁਝ ਹੈ ਨਾ। ਤੇ ਮੁਰਾਰੀ ਬਾਪੂ ਵੀ ਇਸੇ ਭਾਰਤ ਦੇ ਵਿੱਚ ਕਥਾ ਕਰਦਾ ਤੇ ਲੋਕੀ ਐ ਬਹਿ ਕੇ ਕਥਾ ਸੁਣਦੇ, ਉਹਨੂੰ ਵੀ ਪਰਮਿਸ਼ਨ ਹਿੰਦੂਆਂ ਵੱਲੋਂ। ਤੇ ਇੱਕ ਮੋਟੀਵੇਸ਼ਨਲ ਸਪੀਕਰ, ਵਿਵੇਕ ਬਿੰਦਰਾ ਵਰਗਾ ਇੱਕ ਮੋਟੀਵੇਸ਼ਨਲ ਸਪੀਕਰ, ਭਾਰਾ ਜਿਹਾ ਨਾ, ਬਹੁਤ ਤੇਜ਼, ਜਾਂ ਸੰਦੀਪ ਮਹੇਸ਼ਵਰੀ ਵਰਗੇ, ਉਹ ਨੌਜਵਾਨ, ਉਹ ਗੀਤਾ ਦਾ ਸ਼ਲੋਕ ਪੜ੍ਹ ਦਿੰਦੇ ਆ, ਜੁੱਤੀ ਪੈਰ ਚ ਪਾਈ ਹੈ, ਕੋਈ ਪੰਡਾਲ ਨਹੀਂ, ਕੋਈ ਸਟੇਜ ਨਹੀਂ, ਹੱਥ ਵਿੱਚ ਗੀਤਾ ਫੜ ਕੇ ਵਿਵੇਕ ਬਿੰਦਰਾ ਕਾਲਜ ਦੇ ਵਿੱਚ ਮੋਟੀਵੇਟ ਕਰਨ ਲਈ ਨੌਜਵਾਨਾਂ ਨੂੰ ਸਪੀਚ ਦੇ ਰਿਹਾ। ਤੇ ਐਂ ਕਹਿੰਦਾ, ਇਹਦੇ ਵਿੱਚ ਫਲਾਣੇ ਅਧਿਆਏ ਵਿੱਚ ਕ੍ਰਿਸ਼ਨ ਜੀ ਨੇ ਗੀਤਾ में ऐसा लिखा है। ਅੱਜ ਦੇ ਨਾਲ ਰਿਲੇਟ ਕਰਕੇ ਨੌਜਵਾਨੀ ਨੂੰ ਜੋੜ ਗਿਆ। ਕਾਦੇ ਨਾਲ? ਗੀਤਾ ਨਾਲ, ਕ੍ਰਿਸ਼ਨ ਨਾਲ ਜੋੜ ਗਿਆ ਨਾ। ਪ੍ਰਚਾਰਕ ਹੈ, ਮੋਟੀਵੇਟ ਕਰਦਾ ਹੈ, ਕੋਈ ਧਾਰਮਿਕ ਪ੍ਰਚਾਰਕ ਨਹੀਂ। ਪੈਂਟ ਸ਼ਰਟ ਪਾਈ ਹੈ, ਟਾਈ ਲਾਈ ਹੈ, ਜੁੱਤੀ ਪੈਰ ਚ ਪਾਈ ਹੈ, ਤੇ ਖੁੱਲ ਕੇ ਗੱਲ ਕਰਦਾ ਮੋਟੀਵੇਟ ਕਰਦਾ ਨੌਜਵਾਨਾਂ ਨੂੰ। ਐ ਪਹਿਲਾਂ ਖਿੱਚ ਲਿਆ ਉਹਨੇ, ਗੱਲ ਕਰਦੇ ਹਿਪਨੋਟਾਈਜ਼ ਨਹੀਂ, ਮਾਈਂਡ ਹੋ ਜਾਂਦਾ, ਸਮੋਹਨ ਹੋ ਗਿਆ, ਸਮੋਹਿਤ ਕਰ ਲਿਆ। ਐ ਕਰਦਿਆਂ ਜਦੋਂ ਐ ਜੁੜ ਕੇ ਸਾਰੇ, ਇੱਕਦਮ ਧਿਆਨ ਕਿੱਥੇ ਲੈ ਗਿਆ? ਗੀਤਾ ਤੇ ਕ੍ਰਿਸ਼ਨ ਤੇ ਹਿੰਦੂ ਧਰਮ ਵੱਲੋਂ ਜੁੱਤੀ ਪੈਰ ਚ ਪਾ ਕੇ ਹੱਥ ਵਿੱਚ ਗੀਤਾ ਫੜ ਕੇ ਬੋਲਦਾ ਹੈ, ਕਹਿੰਦੇ ਬੋਲੀ ਚੱਲ, ਤੂੰ ਵੀ ਸਾਡਾ ਹੀ ਹੈ। ਤੇ ਇੱਕ ਐਡੀ ਸਟੇਜ ਲਾਉਂਦਾ, ਫਿਰ ਗੀਤਾ ਰੱਖਦਾ, ਫਿਰ ਕਥਾ ਕਰਦਾ, ਕਹਿੰਦੇ ਤੂੰ ਵੀ ਸਾਡਾ ਹੀ ਹੈ, ਸਾਡਾ ਹੀ ਹੋ। ਤੇਰਾ ਵੀ ਤਰੀਕਾ ਪ੍ਰਵਾਨ ਹੈ, ਕਹਿੰਦੇ ਤੇਰਾ ਵੀ ਪ੍ਰਵਾਨ ਹੈ। ਤੂੰ ਹੱਥ 'ਚ ਗੀਤਾ ਫੜੀ, ਉਹ ਐਡੀ ਸਟੇਜ ਲਾ ਕੇ ਬੈਠਾ, ਹੁਣ ਇੱਥੇ ਪੈਰ 'ਚ ਜੁੱਤੀ ਪਾਈ ਹੈ। ਹਾਂਜੀ, ਹਾਂ ਦੇਖੋ, ਇਹ ਗੱਲ ਭਾਈ ਸਾਹਿਬ ਕਹਿ ਰਹੇ ਨੇ ਕਿ ਬਈ ਉਹਨਾਂ ਨੂੰ ਰਾਜ ਕਰਨ ਦੀ ਜਾਚ ਆ ਗਈ ਹੈ, ਉਹਨਾਂ ਨੂੰ ਤਰੀਕਾ ਵੀ ਆਂਦਾ ਪ੍ਰਚਾਰ ਦਾ, ਉਹ ਮੋਟੀਵੇਸ਼ਨਲ ਸਪੀਕਰ ਨੂੰ ਵੀ ਐਕਸੈਪਟ ਕਰਦੇ ਨੇ ਤੇ ਉਹ ਪੰਡਾਲਾਂ ਨੂੰ ਵੀ ਐਕਸੈਪਟ ਕਰਦੇ ਨੇ, ਮੁਰਾਰੀ ਬਾਪੂ ਵਰਗੇ ਪੰਡਾਲਾਂ ਨੂੰ। ਉਹ ਗੀਤਾ ਦੀ ਪੰਕਤੀ ਅਗਰ ਮੋਟੀਵੇਸ਼ਨਲ ਸਪੀਕਰ ਗੀਤਾ ਨੂੰ ਹੱਥ 'ਚ ਪਕੜ ਕੇ ਬੋਲ ਛੱਡਦਾ ਹੈ ਤੇ ਉਹਨੂੰ ਵੀ ਸਵੀਕਾਰ ਕਰਦੇ ਨੇ, ਤੇ ਅਗਰ ਗੀਤਾ ਨੂੰ ਪੰਡਾਲ 'ਚ ਬੜੇ ਸਤਿਕਾਰ ਨਾਲ ਰੱਖਿਆ ਤੇ ਉਹਨੂੰ ਵੀ ਸਵੀਕਾਰ ਕਰਦੇ ਨੇ। ਤੇ ਮੈਂ ਇਹ ਸਵਾਲ ਭਾਈ ਸਾਹਿਬ ਦੇ ਅੱਗੇ ਉੱਠਦਾ ਹੈ ਕਿ ਭਾਈ ਸਾਹਿਬ ਤੁਸੀਂ ਇਹ ਚੀਜ਼ ਬਾਕੀ ਬੰਦਿਆਂ ਬਾਰੇ ਕਿਉਂ ਨਹੀਂ ਸੋਚਦੇ? ਮਿਸ਼ਨਰੀਆਂ ਬਾਰੇ ਕਿਉਂ ਨਹੀਂ ਸੋਚਦੇ ਕਿ ਹੈ ਤੇ ਉਹ ਵੀ ਆਪਣੇ ਹੀ, ਹੈ ਤੇ ਫਿਰ ਟਕਸਾਲੀ ਕੀ ਆਪਣੇ ਹੀ ਨੇ।
ਹੈ ਤਾਂ ਫਿਰ ਬਾਬੇ ਵੀ ਆਪਣੇ ਹੀ, ਤੇ ਜੋ ਆਪਣੇ ਹੀ ਨੇ ਵੀ ਤੁਸੀਂ ਇਹ ਚੀਜ਼ ਪਹਿਲਾਂ ਅਡਾਪਟ ਕਰ ਲਓ। ਵੀ ਤੁਸੀਂ ਤੇ ਸਾਰੇ ਹਰ ਪ੍ਰੋਗਰਾਮ ਵਿੱਚ ਕ੍ਰਿਟੀਸਾਈਜ਼ ਕਰਦੇ ਰਹਿੰਦੇ ਹੋ, ਉਹਨਾਂ ਨੂੰ ਆਲੋਚਨਾ ਕਰਦੇ ਹੋ, ਔਰ ਫਿਰ ਇਹ ਤਵੱਕੋ ਕਰਦੇ ਹੋ ਕਿ ਤੁਹਾਨੂੰ ਮੋਟੀਵੇਸ਼ਨਲ ਸਪੀਕਰ ਮੰਨ ਲਿਆ ਜਾਏ ਤੇ ਤੁਹਾਡੀ ਆਲੋਚਨਾ ਕਿਉਂ ਨਾ ਕਰੇ। ਤੁਸੀਂ ਜਦਕਿ ਆਪ ਸਾਰੀ ਹੀ ਤੁਹਾਡਾ ਪ੍ਰੋਗਰਾਮ ਹੀ ਸਾਰਾ ਜਿਹੜਾ ਮੈਕਸਿਮਮ ਜਿਹੜਾ ਹੈ ਆਲੋਚਨਾ ਤੇ ਜੋ ਹੁੰਦਾ ਵੀ ਇਸ ਵੇਲੇ ਚਰਚਾ ਚੱਲ ਰਹੀ ਹੈ ਤੁਹਾਡੀ ਆਲੋਚਨਾ ਦੇ ਉੱਪਰ ਚੱਲ ਰਹੀ ਹੈ। Yeah. ਤੇ ਇਹ ਗੱਲ ਤੇ ਪਹਿਲੇ ਤੁਸੀਂ ਆਪਣੇ ਆਪ ਤੇ ਲਾਗੂ ਕਰੋ ਨਾ, ਹੂੰ ਕਿ ਤੁਸੀਂ ਸਮਝ ਲਓ ਕਿ ਉਹ ਵੀ ਤੁਹਾਡੇ ਆਪਣੇ ਹੀ ਨੇ। ਵੀ ਗੱਲ ਤੇ ਸਿੱਖੀ ਦੀ ਕਰ ਰਹੇ ਨੇ, ਚਾਹੇ ਪੰਡਾਲ ਲਾ ਕੇ ਕਰ ਰਹੇ ਨੇ, ਤੇ ਫਿਰ ਤੁਸੀਂ ਵੀ ਤੇ ਪੰਡਾਲ ਲਾ ਕੇ ਕਰ ਰਹੇ ਹੋ ਗੱਲ। ਪਹਿਲੀ ਦੇਖੀ ਜਾਏ ਤੇ ਗੱਲ ਤੇ ਤੁਸੀਂ ਵੀ ਪੰਡਾਲ ਲਾ ਕੇ ਕਰ ਰਹੇ ਹੋ। ਨਹੀਂ, ਪੰਡਾਲੇ ਲਾਉਂਦੇ ਆ ਜੀ ਹਮੇਸ਼ਾ, 2 ਟਰੱਕ ਸਾਊਂਡ ਦੇ ਭਰ ਕੇ ਭੇਜਦੇ ਨੇ ਨਾਲ ਜੀ। ਹਾਂਜੀ ਬਿਲਕੁਲ, 2 ਟਰੱਕ ਭਰ ਕੇ ਸਾਊਂਡ ਦੇ ਭੇਜ ਦੇਣ, ਕਾਸਟ ਬੜੀ ਪੈਂਦੀ ਹੋਣੀ ਹੈ ਜਿਹੜੇ ਮੰਗਾਉਂਦੇ ਨੇ। ਤੁਸੀਂ ਚਲਾਓ ਅੱਗੇ ਥੋੜਾ ਜਿਹਾ। ਹਾਂਜੀ, ਮੈਂ ਕਹਿਣਾ ਸੀਗਾ ਜਿਹੜਾ ਕਹਿੰਦੇ ਨੇ ਨਾ ਵੀ ਉਹਨਾਂ ਨੂੰ ਰਾਜ ਕਰਨਾ ਆ ਗਿਆ, ਹਾਂ ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂਗਾ ਜੀ। ਰਾਜ ਤਾਂ ਉਹਨਾਂ ਨੂੰ ਦੇਖੋ, ਆ ਜਿਹੜਾ ਮੁਗਲਾਂ ਤੋਂ ਬਾਅਦ ਆਪਣੇ ਫਰੰਗੀ ਆ ਗਏ ਜੀ, ਠੀਕ ਹੈ ਜੀ। ਨਹੀਂ, ਜਦੋਂ ਮੁਗਲ ਆਏ ਨਾ, ਜਦੋਂ ਮੁਗਲ ਵੀ ਆਏ ਨੇ ਤੇ ਆਪਣੇ ਸਾਡੇ ਪਹਿਲੇ ਪਾਤਸ਼ਾਹ ਜੀ ਨੇ ਉਹਨਾਂ ਦੇ ਉੱਪਰ ਤੰਜ਼ ਕੱਸਿਆ, ਰਾਜੇ ਸ਼ੀ ਮੁਕੱਦਮ ਕੁੱਤੇ। ਹਾਂਜੀ, ਰਾਜ ਕਰਨ ਵਾਲਿਆਂ ਨੂੰ ਇਹ ਗੱਲ ਵੀ ਕਹੀ ਹੈ ਗੁਰੂ ਸਾਹਿਬ ਨੇ, ਗੁਰਬਾਣੀ ਚ ਦਰਜ ਹੈ। ਹਾਂ, ਰਾਜ ਕਰਨ ਵਾਲਿਆਂ ਨੂੰ। ਤੇ ਮੈਂ ਇੱਥੇ ਵੀ ਇਹੀ ਕਹਿ ਰਿਹਾ, ਜਿਹੜਾ ਇਹ ਕਹਿ ਰਹੇ ਨੇ ਨਾ ਵੀ ਉਹਨਾਂ ਨੂੰ ਰਾਜ ਕਰਨਾ ਆ ਗਿਆ, ਜਾਨੀ ਇਹ ਹਿੰਦੂ ਜਿਹੜੇ ਰਿਲੀਜੀਅਸ ਜਾਂ ਮੋਟੀਵੇਸ਼ਨਲ ਸਪੀਕਰ ਨੇ ਵੀ ਉਹ ਹੱਥ 'ਚ ਗੀਤਾ ਲੈ ਕੇ ਤੇ ਸਟੇਜ ਦੇ ਉੱਤੇ ਸ਼ੂਜ਼ ਉਹਨਾਂ ਨੇ ਪਾਏ ਹੋਏ ਨੇ, ਕੋਟ ਪੈਂਟ ਪਾਇਆ ਹੋਇਆ, ਉਹ ਪ੍ਰਚਾਰ ਕਰਦੇ ਨੇ ਵੀ ਕਿਉਂਕਿ ਉਹਨਾਂ ਨੂੰ ਰਾਜ ਕਰਨਾ ਆ ਗਿਆ। ਨਹੀਂ, ਜਿਨ੍ਹਾਂ ਨੂੰ ਰਾਜ ਕਰਨਾ ਆ ਗਿਆ ਤੇ ਕਿਆ ਉਹਨਾਂ ਨੇ ਆਪਣੇ ਰਾਜ ਨੂੰ ਚੈਲੰਜ ਕਰਨ ਦੇ ਸਿਸਟਮ ਨਹੀਂ ਰੱਖੇ ਦੇ? ਡੈਮੋਕ੍ਰੇਸੀ 'ਚ ਕੀ ਹੈ? ਡੈਮੋਕ੍ਰੇਸੀ ਦੇ ਵਿੱਚ ਇੱਕ ਰਾਜ ਆਇਆ ਤੇ ਉਹਨੂੰ ਚੈਲੰਜ ਕਰਨ ਵਾਲਾ ਦੂਸਰਾ ਧੜਾ ਵੀ ਮੌਜੂਦ ਹੈ ਕਿ ਵੀ ਇਹ ਠੀਕ ਰਾਜ ਨਹੀਂ ਕਰ ਰਹੇ। ਰਾਜ ਆਉਣਾ ਇੱਕ ਮੈਟਰ ਨਹੀਂ ਕਰਦਾ, ਸਵਾਲ ਇਹ ਹੈ ਕਿ ਰਾਜ ਠੀਕ ਕਿਸ ਤਰ੍ਹਾਂ ਕਰਨਾ। ਹਾਂ ਬਿਲਕੁਲ, ਗੁਰਬਾਣੀ ਦਾ ਵਿਸ਼ਾ ਇਹ ਹੈ ਕਿ ਰਾਜ ਠੀਕ ਕਿਸ ਤਰ੍ਹਾਂ ਕਰਨਾ ਹੈ। ਜਿਹਦਾ ਗੁਰੂ ਸਾਹਿਬ ਨੇ ਗੱਲ ਕਹੀ, ਰਾਜੇ ਸ਼ੀ ਮੁਕੱਦਮ ਕੁੱਤੇ, ਦਾ ਮਤਲਬ ਕੀ ਸੀ? ਬਿਲਕੁਲ ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਜਿਲੇ ਆਪਣੀ ਉਹਨਾਂ ਦੀ ਬਾਣੀ ਸੁਖ ਮੋਕੋ ਸੰਤ ਬਤਾਓ, ਤ੍ਰਿਸ਼ਨਾ ਬੂਝੇ ਮਨ ਤ੍ਰਿਪਤਾਓ। ਉਹਦੇ ਵਿੱਚ ਉਹ ਪੰਕਤੀ ਲਿਖੀ ਹੈ, ਮਹਿਰ ਮੁਲੂਕ ਹੋਏ ਦੇਖਿਆ ਖਾਨ। ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਬੜੇ ਦੇਖੇ ਨੇ ਰਾਜ ਪਾਠ ਕਰਦੇ ਬੰਦੇ ਵੀ, ਤਾਤੇ ਨਾ ਹੀ ਮਨ ਤ੍ਰਿਪਤਾਨ। ਤਾਂ ਵੀ ਮਨ ਜਿਹੜਾ ਇਹਨਾਂ ਰਾਜ ਕਰਨੇ ਵਾਲੀ ਸੈਕਸ਼ਨ ਜਿਹੜੀ ਹੈ, ਜਿਹੜੇ ਰਾਜ ਕਰਨ ਬੈਠੇ ਨੇ ਉੱਥੇ, ਇਹਨਾਂ ਦਾ ਮਨ ਤਾਂ ਵੀ ਤ੍ਰਿਪਤ ਨਹੀਂ ਹੁੰਦਾ। ਮੈਂ ਉਤਨੀ ਹੀ ਐਕਸਪਲੋਇਟੇਸ਼ਨ ਦੇ ਨਾਲ ਰਾਜ ਕਰਨਾ ਜਾਣਦੇ ਨੇ ਕਿ ਇਹਨਾਂ ਨੂੰ ਡਰ ਹੁੰਦਾ ਕਿ ਤੇ ਰਾਜ ਸਾਡੇ ਕੋਲ ਖੁੱਸ ਨਾ ਜਾਏ। ਤੇ ਉਹ ਕਿਸੇ ਨੇ ਕਿਹਾ ਸੀ ਨਾ ਕਿ ਜਿਹੜੀ ਹੈ ਕਿ ਜਿਹੜੀ ਪਾਵਰ ਹੈ ਉਹ ਆਦਮੀ ਨੂੰ ਜ਼ਿਆਦਾ ਕਰਪਟ ਕਰਦੀ ਹੈ। ਇੱਕ ਕੋਟੇਸ਼ਨ ਹੈ ਕਿ ਪਾਵਰ ਆਦਮੀ ਨੂੰ ਕਰਪਟ ਕਰਦੀ ਹੈ, ਕਿ ਪੈਸਾ ਆਦਮੀ ਨੂੰ ਕਰਪਟ ਕਰਦਾ, ਲੇਕਿਨ ਪਾਵਰ ਆਦਮੀ ਨੂੰ ਐਬਸੋਲੂਟ ਜ਼ਿਆਦਾ ਕਰਪਟ ਕਰਦੀ ਹੈ। ਫਿਰ ਕਿਸੇ ਨੇ ਅੱਗੇ ਜਾ ਕੇ ਕਿਹਾ ਕਿ ਨਹੀਂ, fear to lose power corrupts absolutely। ਕਿ ਰਾਜ ਚਲੇ ਜਾਂਦਾ ਜਾਂ ਇਹ ਸ਼ਾਨੋ ਸ਼ੌਕਤ ਚਲੇ ਜਾਂਦਾ, ਜਾਂ ਇਹ ਨਟ ਅਖਾੜੇ ਜਿਹੜੇ ਨਾਟਕ ਅਖਾੜੇ ਗਾਇਆ, ਜਿਹੜਾ ਨਾ ਇਹ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਨਟ ਨਾਟਕ ਅਖਾੜੇ ਗਾਇਆ ਤਾਂ ਤੇ ਮਨ ਸੰਤੋਖ ਨਾ ਪਾਇਆ। ਕਿ ਇਹ ਨਟਬਾਜੀ ਕਰਕੇ ਨਾਟਕ ਅਖਾੜੇ ਸਜਾ ਕੇ ਇੱਥੋਂ ਜਿਹੜੀ ਸ਼ੋਹਰਤ ਪ੍ਰਾਪਤ ਹੁੰਦੀ ਹੈ ਨਾ, ਉਹ ਗਵਾਚ ਜਾਣ ਦਾ ਜਿਹੜਾ ਡਰ ਹੈ ਨਾ, ਉਹ ਜਿਹੜਾ ਬੰਦੇ ਨੂੰ ਬਹੁਤ ਜ਼ਿਆਦਾ ਕਰਪਟ ਕਰਦਾ। ਬਿਲਕੁਲ, ਫਿਰ ਉਹ ਟਾਈਮ ਟੂ ਟਾਈਮ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦਾ। ਗੁਰੂ ਸਾਹਿਬ ਨੇ ਸ਼ਬਦ ਦੇ ਵੀ ਸਭ ਕੁਝ ਕਲੀਅਰ ਕੀਤਾ ਕਿ ਉਹ ਨਾਟਕ ਕਰਦਾ, ਅਖਾੜੇ ਲਾਉਂਦਾ, ਸੁੰਦਰ ਬਗੀਚੇ ਬਣਾਉਂਦਾ, ਸਭ ਕੁਝ ਕਰਦਾ, ਕੋਸ਼ਿਸ਼ ਕਰਦਾ, ਲੇਕਿਨ ਉਹਦੇ ਮਨ ਦੇ ਵਿੱਚ ਅੰਦਰੋਂ ਤ੍ਰਿਪਤੀ ਨਹੀਂ ਹੁੰਦੀ। ਪਰ ਇਹ ਹੈ ਕਿ ਰਾਜ ਕਰਨ ਦੇ ਵਿੱਚ ਅਗਰ ਇਹਨਾਂ ਦੀ ਥਿਊਰੀ ਨੂੰ ਮੰਨ ਹੀ ਲਿਆ ਜਾਏ ਤੇ ਫਿਰ ਸਭ ਤੋਂ ਪਹਿਲੇ ਤੇ ਇਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਚਲੋ ਸਾਰੇ ਆਪਣੇ ਆਪਣੇ ਢੰਗ ਨਾਲ ਪ੍ਰਚਾਰ ਕਰ ਰਹੇ ਨੇ, ਸਾਰੇ ਹੀ ਆਪਣੇ, ਇਹ ਚੀਜ਼ ਫਿਰ ਉਹਨਾਂ ਕੋਲੋਂ ਤੇ ਇਹਨਾਂ ਨੂੰ ਸਿੱਖਣੀ ਚਾਹੀਦੀ ਆ ਵੀ ਉਹਨਾਂ ਨੂੰ ਇਹ ਕਰ ਰਹੇ ਨੇ ਐਪਰੀਸ਼ੀਏਟ, ਤੇ ਸਾਡੇ ਆਪਣੇ ਵਾਲਿਆਂ ਨੂੰ ਜਿਹੜੇ ਹੈਗੇ ਨੇ, ਹਾਂਜੀ, ਤੇ ਆਪਣਿਆਂ ਨੂੰ ਕਹਿ ਰਹੇ ਨੇ ਕਿ ਸਾਰਾ ਢਾਂਚਾ ਹੀ ਗਲਤ ਹੈ। ਬਿਲਕੁਲ, 2 ਦਿਨਾਂ ਬਾਅਦ ਆਵਾਜ਼ ਆਉਂਦੀ ਹੈ ਸਾਰਾ ਢਾਂਚਾ ਹੀ ਗਲਤ ਹੈ। ਉਹਨਾਂ ਨੂੰ ਕਹਿਣਾ ਵੀ ਨਹੀਂ, ਢਾਂਚੇ ਵਿੱਚ ਸਭ ਨੂੰ ਜੋ ਵੀ ਆਈ ਜਾਏ ਐਕਸੈਪਟ ਕਰੀ ਜਾਓ, ਤੇ ਆਪ ਐਕਸੈਪਟ ਨਹੀਂ ਕਰ ਪਾਉਂਦੇ। ਮੈਂ ਇਹ ਕਹਿਣਾ ਸੀਗਾ ਹਰਦੇਵ ਸਿੰਘ, ਕੰਟਰਾਡਿਕਟਰੀ ਸਟੇਟਮੈਂਟ ਹੈ। ਦੂਜੀ ਗੱਲ ਹੈ, ਰਾਜ ਉਹਨਾਂ ਦੇ ਹੱਥ, ਉਹ ਤਾਂ ਇਕੱਠਾ ਕਰਕੇ ਫਰੰਗੀਆਂ ਤੋਂ ਬਾਅਦ ਸਾਰਾ ਇੰਡੀਆ ਇਕੱਠਾ ਕਰਕੇ ਉਹਨਾਂ ਨੂੰ ਜਿਹੜੀ ਯੂਨੀਅਨ ਆਫ ਸਟੇਟਸ ਹੈਗੀ ਆ ਤੇ ਇਹਨਾਂ ਦੇ ਹੱਥ ਆ ਗਈ, ਤੇ ਇਹਨਾਂ ਨੇ ਰਾਜ ਕਿੱਦਾਂ ਚਲਾਇਆ ਜੀ ਤੁਹਾਡੇ ਸਾਹਮਣੇ ਆ। ਲੋਕੀ ਤਾਂ ਇਹ ਕਹਿੰਦੇ ਨੇ ਵੀ ਇਹਨਾਂ ਨਾਲੋਂ ਤਾਂ ਗੋਰਿਆਂ ਦਾ ਰਾਜ ਚੰਗਾ ਸੀਗਾ ਜੀ, ਜਿਹੜੇ ਕਹਿੰਦੇ ਨੇ ਇਹਨਾਂ ਨੂੰ ਰਾਜ ਕਰਨਾ ਆ ਗਿਆ। ਅੱਜ ਥਾਂ ਤੇ ਆ ਦੇਖੋ, ਹੁਣ ਪੰਜਾਬ ਤੇ ਹਰਿਆਣੇ ਦਾ ਕਿਸਾਨ ਅੱਜ ਸੜਕਾਂ ਰੋਕ ਕੇ ਬੈਠਾ ਆ ਹਕੂਮਤ ਦੇ ਖਿਲਾਫ।
ਅੱਜ ਤੋਂ 2 ਸਾਲ ਪਹਿਲਾਂ ਤਮਿਲਨਾਡੂ ਦੇ ਕਿਸਾਨ ਟ੍ਰੇਨਾਂ ਭਰ ਭਰ ਕੇ ਦਿੱਲੀ ਸੱਤਾ ਹਕੂਮਤ ਦੇ ਖਿਲਾਫ ਉੱਥੇ ਆ ਕੇ ਪ੍ਰੋਟੈਸਟ ਕਰਕੇ ਗਏ ਨੇ ਜੀ। ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ, ਮੈਂ ਜਗ੍ਹਾ ਦਾ ਨਾਮ ਭੁੱਲ ਗਿਆ ਜੀ, ਬੜਾ ਤਕੜਾ ਕਿਸਾਨਾਂ ਦਾ ਅੰਦੋਲਨ ਹੋਇਆ ਸੀਗਾ। ਉਦੋਂ ਕੇਂਦਰ 'ਚ ਵੀ ਇਸੇ ਪਾਰਟੀ ਦੀ ਸਰਕਾਰ ਸੀ ਤੇ ਸੂਬੇ 'ਚ ਵੀ ਉਸੇ ਪਾਰਟੀ ਦੀ ਸਰਕਾਰ ਸੀ। ਹਰਿਆਣੇ ਦੇ ਵਿੱਚ ਤੁਹਾਡਾ ਅੰਦੋਲਨ ਹੁੰਦਾ ਆ, ਇਹਨਾਂ ਦਾ ਜਾਟਾਂ ਦਾ ਅੰਦੋਲਨ ਹੁੰਦਾ ਜੀ ਸਰਕਾਰ ਦੇ ਖਿਲਾਫ। ਰਾਜਸਥਾਨ ਦੇ ਵਿੱਚ ਗੁੱਜਰਾਂ ਦਾ ਅੰਦੋਲਨ ਹੁੰਦਾ ਆ ਸਰਕਾਰ ਦੇ ਖਿਲਾਫ। ਠੀਕ ਹੈ ਜੀ। ਸਾਰੇ ਅਗਰ ਇਹਨਾਂ ਨੂੰ ਰਾਜ ਕਰਨਾ ਆ ਗਿਆ ਤੇ ਹਾਹਾਕਾਰ ਕਿਉਂ ਮੱਚੀ ਆ ਜਾਣੀ। ਦੂਜੀ ਗੱਲ, ਪਾਕਿਸਤਾਨ ਲੈ ਲਓ, ਉਹ ਵੀ ਤਾਂ ਆਪਣੇ ਚੋਂ ਨਿਕਲੇ ਨੇ ਜੀ। ਹੁਣ ਆਪਾਂ ਕਹਿ ਲਈਏ ਵੀ ਉਹਨਾਂ ਨੂੰ ਮੁਸਲਮਾਨਾਂ ਨੂੰ ਰਾਜ ਕਰਨਾ ਆ ਗਿਆ, ਜਿਹੜੇ ਸਾਡੇ ਛੋਟੇ ਭਰਾ ਕਹਿ ਲਓ, ਪਾਕਿਸਤਾਨ ਛੋਟਾ ਇੰਡੀਆ ਤੋਂ ਨਿਕਲ ਕੇ ਗਏ ਨੇ ਤੇ ਉੱਥੇ ਵੀ ਨਹੀਂ ਰਾਜ ਸੰਭਿਆ ਜਾ ਰਿਹਾ ਉਹਨਾਂ ਤੋਂ। ਤੇ ਇਹਨਾਂ ਨੂੰ ਇਹ ਕਹਿਣਾ ਵੀ ਇਹਨਾਂ ਕੋਲ ਇਹਨਾਂ ਨੂੰ ਰਾਜ ਕਰਨਾ ਆ ਗਿਆ, ਮੈਂ ਤਾਂ ਢੱਡਰੀਆਂ ਵਾਲੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਗਾ ਜੀ। ਰਾਜ ਕਰਨਾ ਆ ਗਿਆ ਜਿੱਥੇ ਤੁਹਾਡਾ ਸੁਖੀ ਲੋਕ ਵਸੇ ਹੋਣ। ਅਗਰ ਰਾਜ ਕਰਨਾ ਆ ਗਿਆ, ਅਸੀਂ ਆਪਣੀ ਸਟੇਟ ਪੰਜਾਬ ਸਟੇਟ ਦਾ ਹੀ ਲੈ ਲੈਂਦੇ ਆ ਕਿ ਫਿਰ ਪੰਜਾਬ ਸਟੇਟ ਦੇ ਵਿੱਚ ਜਿਹੜਾ ਪਹਿਲਾ ਰਜੀਮ ਸੀ ਉਹਦੀ ਨਿੰਦਾ ਕਰਨ ਦਾ ਫਾਇਦਾ ਕੀ ਹੈ? ਫਾਇਦਾ ਕੀ ਹੈ ਯਾਰ? ਉਹਨਾਂ ਨੇ ਸਾਰਿਆਂ ਨੂੰ ਅਕੋਮੋਡੇਟ ਕੀਤਾ। ਬਿਲਕੁਲ। ਉਹਨਾਂ ਨੇ ਬਾਬਿਆਂ ਨੂੰ ਵੀ ਅਕੋਮੋਡੇਟ ਕਰ ਲਿਆ, ਉਹਨਾਂ ਨੇ ਟਕਸਾਲਾਂ ਨੂੰ ਵੀ ਅਕੋਮੋਡੇਟ ਕੀਤਾ, ਉਹਨਾਂ ਨੇ ਮਿਸ਼ਨਰੀਆਂ ਨੂੰ ਵੀ ਥੋੜਾ ਅਕੋਮੋਡੇਟ ਕਰ ਲਿਆ, ਉਹਨਾਂ ਨੇ ਬਾਕੀ ਪ੍ਰਚਾਰਕਾਂ ਨੂੰ ਵੀ ਅਕੋਮੋਡੇਟ ਕਰ ਲਿਆ ਤੇ ਉਹਨਾਂ ਨੇ ਭਾਈ ਸਾਹਿਬ ਨੂੰ ਵੀ ਅਕੋਮੋਡੇਟ ਕਰ ਲਿਆ ਤੇ 10 ਸਾਲ ਰਾਜ ਵੀ ਕਰ ਗਏ। ਤੇ ਫਿਰ ਉਹਨਾਂ ਨੂੰ ਵੀ ਜਾਇਜ਼ ਸੀ ਨਾ ਕਰਨ ਦੀ, ਤੇ ਫਿਰ ਉਹਦੀ ਨਿੰਦਾ ਕਰਨ ਦਾ ਫਾਇਦਾ ਕੀ? ਹਾਂ ਬਿਲਕੁਲ। ਅਗਰ ਰਾਜ ਕਰਨਾ ਆ ਗਿਆ ਤੇ ਨਿੰਦਾ ਕਰਨ ਦਾ ਫਾਇਦਾ ਕੀ? ਹੁਣੇ ਹਲਿਆ ਬਲਾਤਕਾਰ ਦੀਆਂ ਗੱਲਾਂ ਕਰਕੇ ਹਟਿਆ 2 ਦਿਨ ਪਹਿਲਾਂ, ਜਿਹੜੀ ਉਹ ਕੁੜੀ ਦਾ ਇਹਨਾਂ ਨੇ ਰੇਪ ਕਰਨ ਤੋਂ ਬਾਅਦ ਉਹਦੀ ਜੀਭ ਕੱਟੀ ਆ ਤੇ ਉਹਦੀ ਸਪਾਈਨਲ ਕੋਰਡ ਕਈ ਜਗ੍ਹਾ ਤੋਂ ਤੋੜੀ ਹੈ ਜੀ। ਅਗਰ ਰਾਜ ਆ ਗਿਆ ਹੋਵੇ ਤੇ ਇਹ ਗੱਲਾਂ ਹੀ ਨਾ ਹੋਣ। ਇਹ ਤਾਂ ਦਾਣੀ ਮੈਂ ਇਹ ਦੇਖਦਾ ਜੀ, ਇਹ ਨੇਕੀ ਹੋਇਆ, ਢੱਡਰੀ ਹੋਇਆ। ਇਹਨੇ ਸਿੱਖਾਂ ਦੇ ਹਮੇਸ਼ਾ ਖਿਲਾਫ ਸਟੇਟਮੈਂਟ ਦੇਣੀ ਹੈ ਜੀ। ਵਿਦੇਸ਼ਾਂ 'ਚ ਆਏ ਹੁੰਦਾ ਹਿੰਦੂਆਂ ਨੂੰ ਰਾਜ ਕਰਨਾ ਆ ਗਿਆ, ਸਿੱਖਾਂ ਦੇ ਕੋਲ ਕੋਈ ਸਟੇਟ ਨਹੀਂ ਹੈਗੀ, ਸਾਡਾ ਆਏ, ਯਾਨੀ ਹਮੇਸ਼ਾ ਇਹਨਾਂ ਨੇ ਨੈਗੇਟਿਵ ਪੁਆਇੰਟ ਆਫ ਵਿਊ ਕ੍ਰੀਏਟ ਕਰਨਾ ਜੀ। ਕਦੇ ਵੀ ਪੋਜ਼ਿਟਿਵ ਚੀਜ਼ ਨੂੰ ਇਹ ਹਾਈਲਾਈਟ ਨਹੀਂ ਕਰਦੇ ਜੀ ਸਿੱਖੀਜ਼ਮ ਤੋਂ। ਉਹੀ ਗੱਲ ਹੈ ਨਾ ਬਈ ਤੁਸੀਂ ਚਲਾਓ ਅੱਗੇ, ਇੱਕ ਚੀਜ਼ ਕਲੀਅਰ ਹੋਏਗੀ ਇਸ ਕਲਿੱਪ ਤੋਂ। ਤੁਸੀਂ ਚਲਾਓ ਅੱਗੇ ਹੁਣ। ਚਲਾ ਰਹੇ ਜੀ ਯਾਰ। ਤੇ ਸਾਡੇ ਵਾਲੇ ਗੱਲਾਂ ਕਰਦੇ ਨੇ ਰਾਜ ਕਰਨ ਦੀਆਂ, ਮਾਲਕਾਂ ਵਾਂਗੂ ਸੋਚੀ ਦਾ ਕਿਵੇਂ ਆ ਇਹ ਨਹੀਂ ਪਤਾ। ਆਲੋਚਨਾ ਤੋਂ ਡਰਦੇ ਆ, ਆਲੋਚਨਾ ਨਾ ਕੋਈ ਕਰ ਦਵੇ, ਬੇਅਦਬੀ ਨਾ ਕਰ ਦਵੇ, ਐ ਨਹੀਂ। ਆਪਾਂ ਕੋਈ ਪੈਰ 'ਚ ਜੁੱਤੀ ਪਾ ਕੇ ਕਥਾ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਐ ਹੱਥ 'ਚ ਫੜ ਲਾਂਗੇ? ਐਡਾ ਤਖਤ ਹੈ, ਚੌਰ ਹੈ, ਸਟੇਜ ਕਿੰਨੀ ਸਜਾਨੇ ਆ ਆਪਾਂ, ਦਸਤਾਰ ਬੰਨੀ ਹੈ, ਦਾੜੀ ਰੱਖੀ ਹੈ, ਚੋਲਾ ਪਾਇਆ, ਗਾਤਰਾ ਪਾਇਆ, ਲਾਇਆ ਕਦੀ 2-2 ਪਾਉਂਦਾ, ਦਾੜੀ ਰੱਖੀ ਹੈ, ਕੰਗਾ ਸਿਰ 'ਚ ਸ਼ਹਿਰਾ ਪਾਇਆ, ਕੜਾ ਪਾ ਕੇ ਰੱਖਦਾ। ਪਰ ਸਾਡੇ ਵਾਲੇ ਪਿੱਛੇ 뮤직 ਦੇਖੋ ਜੀ ਕਿਹੜਾ ਲਾਇਆ ਹੋਇਆ। ਹਾਂ, ਉਹ ਬ੍ਰਿੰਦਾਵਨ ਦੀ ਬੰਸਰੀ ਚੱਲ ਰਹੀ ਹਾਂ, ਉਹ ਲੱਗ ਰਿਹਾ ਮੈਨੂੰ ਵੀ ਜਿਹੜਾ ਭਗਵਾਨ ਕ੍ਰਿਸ਼ਨ ਦੇ ਮਗਰ ਜਦੋਂ ਦੇਖੀ ਦੀ ਸੀ ਨਾ ਉਹ ਮਹਾਭਾਰਤ, ਉਦੋਂ ਇਹੋ ਜਿਹਾ ਚੱਲਦਾ ਹੁੰਦਾ ਸੀ 뮤직 ਜੀ। ਚਲੋ ਕੋਈ ਨਹੀਂ, 뮤직 ਇੰਨੀ ਮਰਿਆਦਾ 'ਚ ਰਹਿ ਕੇ ਵੀ ਮੋਟੀਵੇਟ ਕਰਨ ਦੀ, ਆਪਣੇ ਤਰੀਕੇ ਨਾਲ ਗੱਲ ਕਰਨ ਦੀ ਪਰਮਿਸ਼ਨ ਨਹੀਂ ਦਿੰਦੇ। ਨਹੀਂ ਤੂੰ ਇਹ ਜਿਹੜਾ ਇਹ ਗੱਲ ਹੈਗੀ ਹੈ ਵੀ ਆਪਣੇ ਤਰੀਕੇ ਨਾਲ, ਮੈਂ ਪੌਜ਼ ਕਰ ਰਿਹਾ ਸੌਰੀ ਤੁਹਾਡੇ ਬਿਨਾਂ ਕਹੇ ਤੋਂ, ਬਈ ਆਪਣੇ ਤਰੀਕੇ ਨਾਲ ਇਹ ਕਹਿ ਰਿਹਾ ਵੀ ਪਰਮਿਸ਼ਨ ਨਹੀਂ ਦਿੰਦੇ। ਤੂੰ ਗੁਰੂ ਗ੍ਰੰਥ ਸਾਹਿਬ ਨੂੰ ਵਿੱਚੋਂ ਮਾਈਨਸ ਕਰ ਲਾ ਨਾ ਰੱਖ ਆਪਣੇ ਹੱਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ, ਤੇ ਤੂੰ ਆਪਣੇ ਵੱਲੋਂ ਜਿਵੇਂ ਮਰਜ਼ੀ, ਭਾਵੇਂ ਤੂੰ ਘੱਗਰੀ ਪਾ ਕੇ ਪ੍ਰਚਾਰ ਆਪਣਾ ਮੋਟੀਵੇਟ ਕਰ ਲੋਕਾਂ ਨੂੰ, ਭਾਵੇਂ ਡਾਂਸ ਕਰ ਤੇ ਭਾਵੇਂ ਆਪਣੇ ਕੋਟ ਪੈਂਟ ਪਾ, ਜੋ ਮਰਜ਼ੀ ਪਾ, ਭਾਵੇਂ ਬਰਮੂਡਾ ਪਾ ਕੇ ਇਹ ਮੋਟੀਵੇਟ ਕਰੇ ਜੀ ਲੋਕਾਂ ਨੂੰ। ਤੁਸੀਂ ਠੀਕ ਕਹਿ ਰਹੇ ਹੋ, ਬਟ ਇਹਨਾਂ ਦੇ ਇਸ ਕਲਿੱਪ ਦਾ ਬੇਸਿਕ ਪ੍ਰਮਾਈਸ ਹੀ ਗਲਤ ਆਪ ਹੀ ਕਰ ਰਹੇ ਨੇ। ਇਹ ਕਹਿ ਰਹੇ ਨੇ ਕਿ ਬਈ ਆਲੋਚਨਾ ਨਹੀਂ ਕਰਨ ਦਿੰਦੇ, ਉਹ ਉਧਰੋਂ ਕਹਿ ਰਹੇ ਨੇ ਕਿ ਆਲੋਚਨਾ ਨਹੀਂ ਕਰਕੇ ਤੇ ਉਹਨਾਂ ਨੇ ਰਾਜ ਕਰਨਾ ਸਿੱਖ ਲਿਆ। ਹਾਂ ਬਿਲਕੁਲ, ਵੀ ਉਹਨਾਂ ਦੀ ਕੋਈ ਆਲੋਚਨਾ ਹੁੰਦੀ ਨਹੀਂਗੀ ਬਈ ਉਹ ਆਪੇ ਚ ਆਲੋਚਨਾ ਨਹੀਂ ਕਰਦੇ, ਉਹ ਸਾਰਿਆਂ ਨੂੰ ਅਕੋਮੋਡੇਟ ਕਰਦੇ ਨੇ, ਇਸ ਕਰਕੇ ਉਹਨਾਂ ਨੇ ਰਾਜ ਕਰਨਾ ਸਿੱਖ ਲਿਆ। ਤੇ ਆਪ ਉਧਰੋਂ ਕਹਿ ਰਹੇ ਨੇ ਵੀ ਦੇਖੋ ਜੀ ਆਲੋਚਨਾ ਨਹੀਂ ਕਰਨ ਦਿੰਦੇ ਆਪਣੇ ਸਾਡੇ ਬੰਦੇ। ਵਧੀਆ ਨੁਕਤਾ ਫੜਿਆ ਜੀ ਇਹ ਵੀ। ਦੇਖੋ ਨਾ, ਇਹਨਾਂ ਦੇ ਇਸ ਕਲਿੱਪ ਦਾ ਬੇਸਿਕ ਪ੍ਰਮਾਈਸ ਹੀ ਗਲਤ ਹੈ ਨਾ। ਤੁਸੀਂ ਅੱਗੇ ਚਲਾਓ, ਦੇਖੋ ਅੱਗੇ ਕਿਸ ਤਰ੍ਹਾਂ ਕਲੀਅਰ ਹੁੰਦੀ ਗੱਲ। ਠੀਕ ਹੈ ਜੀ, ਚਲਾ ਰਿਹਾ ਮੈਂ ਚਾਹਨਾ ਇਹ ਕਲਿੱਪ ਜਲਦੀ ਕੰਪਲੀਟ ਹੋ ਜਾਏ, ਬਾਕੀ ਪ੍ਰੋਪਰ ਸਰੋਤੇ ਨੂੰ ਸਮਝ ਆ ਜਾਏ। ਠੀਕ ਹੈ, ਚਲਾਓ ਤੁਸੀਂ। ਮਾਲਕਾਂ ਵਾਂਗੂ ਕਿਵੇਂ ਪਛੜੇ ਸਮਾਜਾਂ ਵਾਂਗੂ ਸੋਚਦੇ ਆ। ਇਹ ਪਛੜਿਆ ਸਮਾਜ। ਤੁਸੀਂ ਐ ਕਹਿ ਦਿਓ ਹਿੰਦੂ ਅੰਨਾ ਤੁਰਕੂ ਗਾਣਾ ਪੜ੍ਹ ਦਿਓ, ਇਹਦੇ ਅਰਥ ਤੁਸੀਂ ਵੇਖੋਗੇ ਵੀ ਉਹ ਪੰਡਾਲ ਪੱਟਣ ਆ ਜਾਣਗੇ ਸਾਡਾ। ਅਸੀਂ ਕਹਿ ਦਈਏ ਹਿੰਦੂ ਤੇ ਅਕਲ ਦੇ ਅੰਨੇ ਹੀ ਹੁੰਦੇ ਨੇ, ਜੇ ਉਹ ਕਹਿ ਦੇਣ ਉਹਨਾਂ ਦਾ ਕਥਾ ਕਰ ਦਵੇ ਬੰਦਾ ਵੀ ਇਹ ਸਿੱਖਾਂ ਨੂੰ ਅਕਲ ਥੋੜੀ ਜਿਹੀ ਘੱਟ ਹੀ ਹੁੰਦੀ ਹੈ। ਮੈਂ ਸੌਰੀ ਹਰਦੇਵ ਸਿੰਘ ਜੀ, ਇਹ ਤੋਂ ਬਾਅਦ ਨਹੀਂ ਰੋਕਦਾ। ਯਾਨੀ ਇਹ ਮੈਨੂੰ ਇਹਦਾ ਮੰਦਬੁੱਧੀ ਇਨਸਾਨ ਹੈ ਨਾ ਇਹ, ਵੀ ਜਦੋਂ ਆਹ ਸ਼ਬਦ ਪੜ੍ਹਦਾ ਇਹ ਹਿੰਦੂ ਅੰਨਾ
ਤੁਰਕੂ ਕਾਣਾ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਇਹਨੂੰ ਇਹ ਲੱਗਦਾ ਵੀ ਗਿਆਨੀ ਦਾ ਮਤਲਬ ਉੱਥੇ ਸਿੱਖ ਆ। ਨਾ ਇਸ ਝੁੱਡੂ ਨੂੰ ਇਹ ਨਹੀਂ ਪਤਾ ਵੀ ਹਿੰਦੂ ਅੰਨਾ ਤੁਰਕੂ ਕਾਣਾ ਹਿੰਦੂ ਵੀ ਗਿਆਨੀ ਹੋ ਸਕਦਾ ਬੰਦਾ ਜਿਹੜਾ ਆਪਣਾ ਛੱਡ ਦੇਵੇ ਅੰਨਾਪਣ। ਕਰੈਕਟ ਹਾਂਜੀ, ਐਡਾ ਬੇਵਕੂਫ ਇਨਸਾਨ ਹੈ ਜੀ ਇਹ। ਹਾਂ, ਸੌਰੀ ਫਾਰ ਮਾਈ ਵਰਡਿੰਗ। ਉਹ ਟੈਂਟ ਇਸ ਵਾਸਤੇ ਪੱਟਣ ਨਹੀਂ ਆਉਂਦੇ ਕਿ ਉਹਨਾਂ ਨੂੰ ਪ੍ਰਚਾਰਕਾਂ ਨੇ ਇਹਦੀ ਐਕਸਪਲੇਨੇਸ਼ਨ ਸਮਝਾਈ ਹੋਈ ਹੈ। ਹਾਂਜੀ ਬਿਲਕੁਲ, ਗੁਰਬਾਨ ਪ੍ਰਚਾਰਕਾਂ ਨੇ। ਹੁਣ ਇਹ ਦੋ ਪੰਕਤੀਆਂ ਕੋਟ ਕਰਕੇ ਇਹ ਮਿਸਪ੍ਰੈਜ਼ੈਂਟ ਕਰ ਰਹੇ ਨੇ। ਹੁਣ ਕੋਈ ਮੰਨ ਲਓ ਕਿ ਮੁਸਲਮਾਨ ਜਾਂ ਹਿੰਦੂ ਹੀ ਨੂੰ ਸੁਣਦਾ ਹੈ, ਉਹ ਤਾਂ ਸੋਚੇਗਾ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਚੀਜ਼ ਲਿਖੀ ਦੀ ਹੈ। ਇਹ ਇੱਕ ਇੰਟੈਲੈਕਚੁਅਲ ਕਰਪਸ਼ਨ ਹੈ। ਮੈਂ ਕਹੂੰਗਾ ਇੰਟੈਲੈਕਚੁਅਲ ਕਰਪਸ਼ਨ ਕਹਿ ਲਈਏ ਜਾਂ ਇੰਟੈਲੈਕਚੁਅਲੀ ਬੈਂਕਰਪਟ ਵੀ ਹੈ ਜੀ ਬੰਦਾ ਇਹ। ਸ਼ਾਇਦ ਦੋਨੇ ਹੋ ਸਕਦਾ, ਇਹਨੂੰ ਸਮਝ ਨਾ ਹੋਵੇ ਜੀ। ਇਹਨੂੰ ਲੱਗਦਾ ਗਿਆਨੀ ਦਾ ਮਤਲਬ ਸਿੱਖ ਲਿਖਿਆ ਹੋਇਆ ਜੀ ਉੱਥੇ। ਇਟਸ ਅ ਕੰਬੀਨੇਸ਼ਨ ਆਫ ਸੋ ਮੈਨੀ ਥਿੰਗਸ। ਇਗਨੋਰੈਂਸ ਵੀ ਹੈ, ਬਟ ਇਹਨੂੰ ਅਗਰ ਦੇਖਿਆ ਜਾਏ ਨਾ, ਇਹ ਇੱਕ ਇੰਟੈਲੈਕਚੁਅਲ ਕਰਪਸ਼ਨ ਹੈ ਕਿ ਬਈ ਤੁਸੀਂ ਆਪਣੇ ਇੱਕ ਗੁਰੂ ਦੇ ਪੁਆਇੰਟ ਆਫ ਵਿਊ ਨੂੰ, ਜਿਹੜਾ ਕਿ ਉਹਨੇ ਦੂਸਰੀ ਕਮਿਊਨਿਟੀ ਦੇ ਬਾਰੇ ਵਿੱਚ ਨਾਂ ਲਿਆ, ਉਹਦੇ ਬਾਰੇ ਉਹਨੂੰ ਗਲਤ ਪਰਸਪੈਕਟਿਵ ਵਿੱਚ ਪੇਸ਼ ਕਰ ਰਹੇ ਹੋ। ਹਾਂਜੀ, ਤੁਸੀਂ ਬਿਲਕੁਲ ਦਰੁਸਤ ਗੱਲ ਕਹੀ ਹੈ ਕਿ ਗੁਰੂ ਸਾਹਿਬ ਦਾ ਕਹਿਣ ਦਾ ਭਾਵ ਹੈ ਕਿ ਗਿਆਨੀ ਹਿੰਦੂ ਵੀ ਹੋ ਸਕਦਾ ਤੇ ਗਿਆਨੀ ਮੁਸਲਮਾਨ ਵੀ ਹੋ ਸਕਦਾ, ਗਿਆਨੀ ਸਿੱਖ ਵੀ ਹੋ ਸਕਦਾ। ਠੀਕ ਹੈ ਨਾ? ਲੇਕਿਨ ਇਹਨੂੰ ਮਿਸਪ੍ਰੈਜ਼ੈਂਟ ਕਰਨਾ, ਹੁਣ ਕੋਈ ਬੰਦਾ ਇਹਨੂੰ ਸੁਣਦਾ ਹੋਏਗਾ, ਇਸ ਪੰਕਤੀ ਨੂੰ ਸੁਣਦਾ ਹੋਏਗਾ, ਕੋਈ ਨਾਨ ਸਿੱਖ ਹੋਏ ਜਾਂ ਮੁਸਲਿਮ ਹੋਏ, ਉਹ ਥੋੜਾ ਜਿਹਾ ਅਚਰਜ ਹੀ ਪਏਗਾ ਕਿ ਯਾਰ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦਾ ਲਿਖਿਆ, ਹਾਂਜੀ ਇਹ ਤੇ ਕੋਈ ਠੀਕ ਨਹੀਂ ਲਿਖਿਆ। ਸੋ ਇਹ ਕਿਉਂ ਸੋਚੇਗਾ? ਕਿਉਂਕਿ ਭਾਈ ਸਾਹਿਬ ਦੀ ਇਹਨੂੰ ਪ੍ਰੈਜ਼ੈਂਟ ਕਰਨ ਦੀ ਜਿਹੜੀ ਹੈ, ਆਪਾਂ ਇਹ ਕਹਾਂਗੇ ਇਟ ਇਜ਼ ਇੰਟੈਲੈਕਚੁਅਲ ਕਰਪਸ਼ਨ। ਇਹ ਇੰਟੈਲੈਕਚੁਅਲ ਭ੍ਰਸ਼ਟ ਸੋਚ ਹੈ, ਜਿਹੜੀ ਭ੍ਰਸ਼ਟ ਚੁੱਕੀ ਹੈ, ਕਿ ਜਿਹੜੀ ਗੁਰਬਾਣੀ ਦੀ ਪੰਕਤੀ ਨੂੰ ਇਸ ਰੂਪ ਵਿੱਚ ਪੇਸ਼ ਕਰਦੀ ਸਮਾਜ ਦੇ ਵਿੱਚ, ਕਿ ਵੀ ਸਮਾਜ ਦੇ ਅਗਲੇ ਬੰਦੇ ਸੁਣ ਕੇ ਥੋੜੇ ਪ੍ਰਵੋਕ ਹੋਣ। ਹਾਂਜੀ ਬਿਲਕੁਲ, ਪ੍ਰਵੋਕ ਹੋਣ। ਕਿਹਦੇ ਖਿਲਾਫ ਪ੍ਰਵੋਕ ਹੋਣ? ਹਾਂਜੀ, ਗੁਰੂ ਗ੍ਰੰਥ ਸਾਹਿਬ ਦੇ, ਜਿਨ੍ਹਾਂ ਨੇ ਇਹ ਸ਼ਬਦ ਲਿਖਿਆ ਹੈਗਾ ਜੀ। ਇਹ ਕੰਮ ਜਿਹੜਾ ਜਦੋਂ ਅਕਬਰ ਆਪਣਾ ਪੰਜਾਬ ਵਿੱਚ ਆਇਆ, ਤੇ ਇਹ ਕੰਮ ਪ੍ਰੋਵੋਕੇਸ਼ਨ ਦਾ ਉਦੋਂ ਵੀ ਕੀਤਾ ਗਿਆ ਸੀ ਗੁਰਬਾਣੀ ਦੇ ਖਿਲਾਫ। ਅੱਛਾ, ਇਹ ਦੇਖੋ ਜੀ, ਇਹਨਾਂ ਦੇ ਗੁਰਬਾਣੀ ਦੇ ਵਿੱਚ ਸਾਡੇ ਹਿੰਦੂਆਂ ਔਰ ਮੁਸਲਮਾਨ ਦੇ ਖਿਲਾਫ ਲਿਖਿਆ ਗਿਆ। 2 ਅਟੈਂਪਟਸ ਹੋਈਆਂ ਨਾ। ਇਹ ਤੀਸਰੀ ਅਟੈਂਪਟ ਮੁਸਲਮਾਨਾਂ ਵਾਲੇ ਦੇ ਪਾਸੋਂ ਹੋਈ ਹੈ, ਇੱਕ ਵਾਰੀ ਅਟੈਂਪਟ ਹਿੰਦੂ ਵਾਲੇ ਪਾਸੋਂ ਹੋਈ ਹੈ। ਤੇ ਤੀਸਰੀ ਸਰਕਾਰੀ ਦਰਬਾਰੇ ਨੂੰ ਕੰਪਲੇਨ ਕੀਤੀ ਗਈ ਕਿ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਿਖਿਆ। ਉਹ ਅਕਬਰ ਸਿਆਣਾ ਸੀਗਾ, ਅਕਬਰ ਨੇ ਕਿਹਾ ਕਿ ਠੀਕ ਹੈ, ਤੁਸੀਂ ਉਹਨਾਂ ਨੂੰ ਭੇਜੋ, ਤੇ ਉਹਨਾਂ ਨੂੰ ਗੁਰੂ ਸਾਹਿਬ ਨੂੰ ਮੈਸੇਜ ਚਲਾ ਗਿਆ, ਤੇ ਗੁਰੂ ਸਾਹਿਬ ਨੇ ਭਾਈ ਗੁਰਦਾਸ ਔਰ ਭਾਈ ਜੇਠਾ ਜੀ ਨੂੰ ਭੇਜਿਆ। ਜਿਹੜੇ ਉਹਨਾਂ ਨੇ ਗੁਰਬਾਣੀ ਦੇ ਸ਼ਬਦ ਅਕਬਰ ਨੂੰ ਐਕਸਪਲੇਨ ਕੀਤੇ, ਤੇ ਉਹਨੇ ਦੇਰ ਐਂਡ ਦੈਨ ਕੰਪਲੇਨ ਨੂੰ ਰਿਜੈਕਟ ਕਰਤਾ। ਕੀ ਬਾਤ ਹੈ। ਰਿਜੈਕਟ ਕਰਕੇ ਕੰਪਲੇਨ ਨੂੰ ਉਹਨੇ ਗੁਰੂ ਸਾਹਿਬ ਵਾਸਤੇ 51 ਮੋਹਰਾਂ, ਸ਼ਾਇਦ 51 ਮੋਹਰਾਂ ਔਰ ਸ਼ਾਲ ਪਸ਼ਮੀਨੇ ਦਾ, ਔਰ ਭਾਈ ਗੁਰਦਾਸ ਨੂੰ ਇੱਕ ਸ਼ਾਲ ਪਸ਼ਮੀਨਾ ਦਿੱਤਾ, ਔਰ ਭਾਈ ਜੇਠਾ ਜੀ ਨੂੰ ਸ਼ਾਲ ਦਿੱਤਾ। ਔਰ ਉਸ ਵੇਲੇ ਉਹਨਾਂ ਭਾਈ ਜੇਠਾ ਜੀ, ਭਾਈ ਗੁਰਦਾਸ ਜੀ ਨੇ ਉਹਨਾਂ ਦੇ ਅੱਗੇ ਮੰਗ ਰੱਖੀ ਕਿਸਾਨਾਂ ਦੀ, ਕਿ ਇਸ ਵਾਰੀ ਪੰਜਾਬ ਦੇ ਵਿੱਚ ਸੂਖਾ ਬੜਾ ਜ਼ਬਰਦਸਤ ਪਿਆ, ਤੇ ਤੁਸੀਂ ਲਗਾਨ ਦਾ ਜਿਹੜੀ ਸ਼ਰ੍ਹਾ ਉਹਨੂੰ ਘਟਾਓ। ਤੇ ਅਕਬਰ ਨੇ ਗੁਰੂ ਸਾਹਿਬ ਦੇ ਸੁਨੇ ਦੇ ਉੱਪਰ ਉਸ ਸਾਲ ਲਗਾਨ ਦੀ ਸ਼ਰ੍ਹਾ ਘਟਾ ਦਿੱਤੀ ਸੀ ਪੰਜਾਬ ਵਿੱਚ। ਤੇ ਇਹ ਗੱਲ ਦੱਸੂਗਾ ਢੱਡਰੀਆਂ ਵਾਲਾ ਵੀ ਇਹ ਵਾਰਤਾ ਇਹਨੂੰ ਪਤਾ ਹੀ ਨਹੀਂ ਹੋਣਾ ਜੀ, ਇਹਨੂੰ ਕੱਖ ਵੀ ਨਹੀਂ ਪਤਾ ਜੀ। ਇਹ ਤਾਂ ਯਾਨੀ ਇਹ ਤੁਸੀਂ ਕਿਹਾ ਵੀ 2 ਅਟੈਂਪਟ ਉਦੋਂ ਹੋਏ ਨੇ। ਇਹ ਕਹਿੰਦੇ ਵੀ ਕਿਸਾਨ ਦੀ ਪ੍ਰੋਬਲਮ ਹੁਣ ਵਿਦਵਾਨ ਦੱਸਣ। ਆਹੋ, ਹੁਣ ਇੰਟੈਲੈਕਚੁਅਲ ਦੱਸਣ। ਉਦੋਂ ਕਹਿੰਦੇ ਵਿਦਵਾਨਾਂ ਨੂੰ ਸਮਝ ਹੀ ਨਹੀਂ। ਇਸੇ ਕਲਿੱਪ ਵਿੱਚ ਕਿਹਾ, ਇਸ ਕਲਿੱਪ ਦੇ ਵਿੱਚ ਵੀ ਕਿਹਾ ਕਿ ਸਾਡੇ ਵਿਦਵਾਨਾਂ ਨੂੰ ਤੇ ਸਮਝ ਹੀ ਨਹੀਂ। ਤੇ ਕਿਸਾਨਾਂ ਦੀ ਗੱਲ ਹੈ ਜੀ, ਕਹਿੰਦੇ ਜੀ ਵਿਦਵਾਨਾਂ ਕੋਲ ਸਮਝੋ। ਹਾਂ, ਜਿਹੜੇ ਐਕਸਪਰਟ ਨੇ ਆਪਣੀ ਚੁੱਪੀ ਤੋੜਨ ਤੇ ਫੇਰ ਮੌਕਾ ਨਾ ਖੁੰਝਾਉਣ, ਉਹ ਸਮਝਾਣਗੇ। ਇਹ ਨਹੀਂ ਪਤਾ ਵੀ ਉਹ ਤੇ ਲੇਖਾਂ ਤੇ ਲਿਖੀ ਜਾਂਦੇ ਨੇ ਜੀ। ਬਿਲਕੁਲ ਜੀ, ਬਿਲਕੁਲ। ਇੰਨੇ ਬੇਵਕੂਫਾ ਮੈਨੂੰ ਆ ਗਾਲਾਂ ਕੱਢਿਆ ਜੀ ਕੋਈ ਬੰਦਾ, ਸਾਲੇ ਕੁੱਤੇ, ਪਤਾ ਨਹੀਂ ਕਿਹਨੂੰ ਕਿਹਾ ਇਹਨੇ। ਜਿਹਨੂੰ ਵੀ ਕਿਹਾ ਹੋਵੇ ਭਰਾ, ਨਾ ਅੱਗੇ ਦੱਸਦੇ ਵੀ ਸਾਨੂੰ ਗਾਲ ਕੱਢੀ ਆ ਤੂੰ। ਨਿਰਭੈ ਸਿੰਘ ਰੱਤਾ ਕੋਈ, ਲੱਖਾਂ ਦੀਆਂ ਲਾਹਣਤਾਂ ਤੁਹਾਡੇ ਤੇ। ਨਿਰਭੈ ਸਿੰਘ ਇਹ ਲੱਗਦਾ ਮੈਨੂੰ ਜਿਹੜੀਆਂ ਗਾਲਾਂ ਗੂਲਾਂ ਕੱਢਦੇ ਨੇ। ਯਾਰ ਅਸੀਂ ਵਾਰਤਾਲਾਪ ਕਰ ਰਹੇ ਹਾਂ ਵਿਦ ਪ੍ਰੂਫ, ਉਹਦੀਆਂ ਗੱਲਾਂ ਚਲਾ ਕੇ। ਤੇ ਆ ਜਿਹੜਾ ਹਿਸਟੋਰੀਕਲ ਤੱਥ ਮੈਨੂੰ ਵੀ ਨਹੀਂ ਪਤਾ ਹੈ ਵੀ ਅਕਬਰ ਰਾਜੇ ਨੇ ਵੀ ਮੀਨਸ ਉੱਥੇ ਸ਼ਿਕਾਇਤ ਪਹੁੰਚ ਗਈ ਸੀਗੀ, ਤੇ ਬੜੇ ਤਰੀਕੇ ਨਾਲ, ਕਿਉਂਕਿ ਰਾਜਾ ਬੜਾ ਸਮਝਦਾਰ ਸੀ ਜੀ ਅਕਬਰ ਇੱਕ ਕਿਸਮ ਦਾ। ਹਾਂ, ਬਿਲਕੁਲ। ਅਕਬਰ ਤੇ ਬਕਾਇਦਾ ਉਸ ਟਾਈਮ ਪੰਜਾਬ ਹੀ ਸੀ ਜਿਸ ਲਈ ਉਹਦੇ ਕੋਲ ਸ਼ਿਕਾਇਤ ਗਈ ਹੈ। ਫਿਰ ਦੂਜੀ ਵਾਰ ਸ਼ਿਕਾਇਤ ਗਈ ਹੈ ਮੁਸਲਮਾਨਾਂ ਦੀ ਤਰਫੋਂ। ਅੱਛਾ, ਇਹ ਦੇਖੋ ਜੀ ਗੁਰਬਾਣੀ 'ਚ ਲਿਖਿਆ। ਤੇ ਫਿਰ ਉਹ ਰਾਮ ਰਾਏ ਨੂੰ ਭੇਜਿਆ ਗਿਆ ਸੀ ਉਸ ਕਲੈਰੀਫਿਕੇਸ਼ਨ ਵਾਸਤੇ। ਇਹ ਤੀਸਰਾ ਅਟੈਂਪਟ ਢੱਡਰੀਆਂ ਵਾਲਾ ਕਰ ਰਿਹਾ ਹੈ ਜੀ ਹੁਣ। ਯਾਨੀ ਉਸ ਵੇਲੇ ਨਹੀਂ ਕੁਝ ਵੀ ਹੋਇਆ, ਹੁਣ ਤੀਸਰਾ ਅਟੈਂਪਟ ਢੱਡਰੀਆਂ ਵਾਲੇ ਪਾਸੇ ਹੋ ਰਿਹਾ। ਇਹਨੂੰ ਕੀ ਮੰਨੀਏ? ਮੁਸਲਮਾਨ ਮੰਨੀਏ, ਹਿੰਦੂ ਮੰਨੀਏ, ਜਾਂ ਸਿੱਖ ਮੰਨੀਏ ਜੀ? ਸਰ, ਇਸ ਤੋਂ ਵੱਧ ਕੀ ਹੋ ਸਕਦਾ ਹੈ ਕਿ ਜਿਸ ਲਈ ਤੁਸੀਂ ਇਹ ਗੱਲ ਕਹੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਟੋਨ ਹੈ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਲਟੀਮੇਟ ਮੈਸੇਜ ਹੈ, ਉਹ ਕਿਸੇ
ਮੁਸਲਮਾਨ ਔਰ ਹਿੰਦੂ ਦੇ ਜਾਤੀਗਤ ਮਸਲਿਆਂ ਦੇ ਉੱਪਰ, ਯਾਨੀ ਕਿ ਐਜ਼ ਏ ਕਮਿਊਨਿਟੀ ਉਹਨਾਂ ਦੇ ਉੱਪਰ ਕਿੰਤੂ ਪਰੰਤੂ ਨਹੀਂ ਹੈ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਪੇਸ਼ ਕੀਤਾ ਜਾਂਦਾ। ਤੇ ਅਗਰ ਗੁਰੂ ਗ੍ਰੰਥ ਸਾਹਿਬ ਦੀ ਟੋਨ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਏਗਾ ਤੇ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਮਨੁੱਖਤਾਵਾਦੀ ਅਪਰੋਚ ਨਹੀਂ ਬਚੀ। ਯਾ ਉਹਦੇ ਵਿੱਚ ਇਹ ਹਿੰਦੂਆਂ ਵਾਸਤੇ ਕੋਈ ਗੱਲ ਨਹੀਂ ਬਚੀ, ਉਹਦੇ ਵਿੱਚ ਮੁਸਲਮਾਨਾਂ ਵਾਸਤੇ ਕੋਈ ਗੱਲ ਨਹੀਂ ਬਚੀ, ਸਿਰਫ ਸਿੱਖਾਂ ਵਾਸਤੇ ਹੀ ਬਚੀ ਹੈ। ਤੇ ਉਹ ਇੱਕ ਗੁਰਬਾਣੀ ਦੀ ਪੰਕਤੀਆਂ ਨੂੰ ਗਲਤ ਪਰਸਪੈਕਟਿਵ ਵਿੱਚ ਪੇਸ਼ ਕਰਨਾ, this is something which I called intellectual corruption। ਯਾ ਮੈਂ ਨਾਲ ਦੀ ਨਾਲ ਆਪਸ਼ਨ ਇੱਥੇ ਚਤੁਰਾਈ ਜਿਹੜੀ ਹੈ ਨਾ, ਇਹ ਠੀਕ ਨਹੀਂ ਹੈ, ਕਿਉਂਕਿ ਮਹਾਰਾਜ ਨੇ ਬਾਣੀ ਦੇ ਵਿੱਚ ਪਹਿਲੇ ਹੀ ਆਪਣਾ ਕਰਤਾ ਸੀਗਾ ਕਲੀਅਰ ਆਰੰਭ ਦੇ ਵਿੱਚ ਹੀ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ। ਯਾ ਠੀਕ ਹੈ ਨਾ, ਕਿ ਬਈ ਸਿਆਣਪਾ ਹੋਣ ਦੇ ਨਾਲ ਕੁਝ ਨਹੀਂ ਤੁਹਾਡੇ ਨਾਲ ਚੱਲਣਾ, ਉਹ ਨਹੀਂ ਚੱਲ ਸਕਦੀਆਂ ਸੱਚ ਦੇ ਮਾਰਗ ਉੱਪਰ। ਨਹੀਂ, ਇਹ ਸਿਆਣਪ ਮੀਨਸ ਚਲਾਕੀਆਂ ਦੀ ਗੱਲ ਹੋ ਗਈ ਨਾ ਇੱਥੇ, ਸਹਿ ਸਿਆਣਪਾਂ ਲੱਖ ਹੋਏ, ਚਲਾਕੀਆਂ ਜਾਣੀ ਜਿਹੜੀਆਂ ਆਪਾਂ ਚਤੁਰਾਈ ਬਈ ਚਤੁਰਾਈ ਹੋਗੀ ਨਾ, ਜਿਹੜੇ ਬਈ ਬੰਦਾ ਇੱਕ ਸਿਆਣਾ ਹੋਏ ਤੇ ਲੇਕਿਨ ਆਪਣੀ ਸਿਆਣਪ ਨੂੰ ਉਹ ਚਤੁਰਾਈ ਨਾਲ ਵਰਤੇ ਬਿਲਕੁਲ ਚਤੁਰਾਈ ਨਾਲ ਵਰਤੇ ਫॉर ਟੂ ਕਰਪਟ ਸਮਥਿੰਗ। ਹੁਣ ਇਹ ਜਿਹੜੀ ਮੈਂ ਜਿੱਥੇ ਪੌਜ਼ ਕੀਤਾ ਹੈ, ਕਿਉਂਕਿ ਮੈਨੂੰ ਇਹ ਬਹੁਤ ਇਹਦੀ ਗੱਲ ਰੜਕਦੀ ਹੈ ਜੀ। ਇਹਨੇ ਇਹ ਗੱਲ ਦੂਜੀ ਵਾਰੀ ਕਹੀ ਹੈ ਜੀ, ਇੱਕ ਮੇਰੇ ਕੋਲ ਪਹਿਲਾਂ ਵੀ ਰਿਕਾਰਡ ਕੀਤੀ ਪਈ ਹੈ ਇਹਦੀ ਗੱਲਬਾਤ ਵੀ ਹਿੰਦੂ ਅੰਨਾ ਤੁਰਕੂ ਕਾਣਾ, ਤੇ ਅਗਰ ਉਹ ਇਹ ਗੱਲਾਂ ਸੁਣਨ ਤੇ ਸਾਡੇ ਟੈਂਟ ਪਾੜਨ ਆ ਜਾਣਗੇ ਸਿੱਖਾਂ ਦੇ। ਇਹਨੂੰ ਲੱਗਦਾ ਵੀ ਗਿਆਨੀ ਦਾ ਮਤਲਬ ਉੱਥੇ ਸਿੱਖ ਕਹਤਾ। ਉਹ ਭਰਾਵਾ ਗਿਆਨੀ ਇਨਸਾਨ ਕਿਤੇ ਵੀ ਪੈਦਾ, ਮੁਸਲਮਾਨਾਂ 'ਚ ਵੀ ਪੈਦਾ ਹੋ ਸਕਦਾ ਹੈ, ਜਿਹੜਾ ਸਮਝਦਾ ਹੈ ਇਸ ਤਰਕ ਨੂੰ, ਉਹਦੇ ਵਾਸਤੇ ਕਿਹਾ ਗਿਆ ਹੈ ਗਿਆਨੀ। ਬਿਲਕੁਲ। ਯਾ ਚਲੋ ਆਪਾਂ ਅੱਗੇ ਚੱਲੀਏ ਜੀ, ਅੱਗੇ ਚਲਾਓ ਆ ਜਾਣਗੇ ਸਾਡਾ, ਤੇ ਅਸੀਂ ਕਹਿ ਦਈਏ ਹਿੰਦੂ ਤੇ ਅਕਲ ਦੇ ਅੰਨੇ ਹੀ ਹੁੰਦੇ ਨੇ। ਜੇ ਉਹ ਕਹਿ ਦੇਣ ਉਹਨਾਂ ਦਾ ਕਥਾ ਕਰ ਦਵੇ ਬੰਦਾ ਵੀ ਇਹ ਸਿੱਖਾਂ ਨੂੰ ਅਕਲ ਥੋੜੀ ਜਿਹੀ ਘੱਟ ਹੀ ਹੁੰਦੀ ਹੈ, ਅਗਲੇ ਦਿਨ ਉਹਦਾ ਪੰਡਾਲ ਪੱਟ ਆਉਣਗੇ ਜਾ ਕੇ, ਤੂੰ ਇੰਨੀ ਗੱਲ ਕਿਵੇਂ ਕਹਿ ਗਿਆ। ਸਮਝਦੇ ਹੋ? ਤੇ ਦਿਮਾਗ 'ਚ ਆਉਂਦੀ ਹੈ ਗੱਲ ਵੀ ਉਹ ਅੱਜ ਰਾਜ ਕਰ ਕਿਉਂ ਰਹੇ ਨੇ, ਕਿਵੇਂ ਰਹੇ ਨੇ, ਕਿਉਂਕਿ ਉਹਨਾਂ ਬੰਦਿਆਂ ਨੂੰ ਪਤਾ ਲੱਗ ਗਿਆ ਵੀ ਕਈ ਖੁੱਲਾਂ ਦੇਣੀ ਤੋਂ ਬਿਨਾਂ ਗੁਜ਼ਾਰਾ ਹੋਣਾ ਨਹੀਂ, ਮਾਲਕਾਂ ਵਾਂਗੂ ਸੋਚਣਾ ਪੈਣਾ। ਤੇ ਜਥੇਦਾਰ ਵਰਗੇ ਬੰਦੇ ਜਿਹੜੇ ਅਕਲ ਵਾਲੇ ਸੀ, ਦਿਮਾਗੀ ਸੀ ਜਿਹੜੇ ਬੰਦੇ, ਉਹ ਕਹਿੰਦੇ, ਜਿਹੜੇ ਵੱਡੇ ਪਰਿਵਾਰ ਇੱਥੇ ਬੈਠੇ, ਉਹ ਕਹਿੰਦੇ ਅੱਛਾ ਆਹ ਕਰਦਾ ਬਾਬਾ ਧੁੰਮਾ ਹੈ, ਆਹ ਬੈਠਾ ਕਥਾ ਕਰਦਾ ਹੈ, ਗਿਆਨੀ ਪਿੰਦਰਪਾਲ ਸਿੰਘ ਹੈ, ਬੰਤਾ ਸਿੰਘ ਲੱਗਾ, ਇਹ ਤਰੀਕਾ ਹੈ, ਇਹ ਕਰ ਰਹੇ ਨੇ, ਆਹ ਯਾਰ ਮੋਟੀਵੇਟ ਕਰਦੇ ਨੇ ਨੌਜਵਾਨੀ, ਇਹ ਵੀ ਸਾਡੇ। ਪਰ ਉਹ ਕਹਿੰਦੇ ਨਾ ਵੱਖਰਾ। ਹਾਂਜੀ ਹਾਂ, ਇੱਥੇ ਆ ਗਈ ਨਾ ਹੁਣ ਗੱਲ ਯਾ ਕਿ ਬਈ ਰਾਜ ਕਰਨ ਦੀ ਜਿਹੜੀ ਇਹ ਦੂਰਦ੍ਰਿਸ਼ਟੀ ਭਾਈ ਸਾਹਿਬ ਦੇ ਵਿੱਚ ਹੈ, ਭਾਈ ਸਾਹਿਬ ਪਹਿਲੇ ਆਪ ਤੇ ਵਰਤ ਲੈਣ। ਹੁਣ ਉਹ ਭਾਈ ਸਾਹਿਬ ਇਹ ਕਹਿ ਰਹੇ ਨੇ ਬਈ ਆਲੋਚਨਾ ਨਾ ਕਰੋ, ਜਿਹੜਾ ਬੰਦਾ ਕਹਿ ਰਿਹਾ ਨਾ, ਮੋਟੀਵੇਸ਼ਨ ਕਰ ਰਿਹਾ ਜਾਂ ਆਪਣਾ ਵਿਚਾਰ ਢੰਗ ਪੇਸ਼ ਕਰ ਰਿਹਾ ਹੈ, ਚਾਹੇ ਉਹ ਮੁਰਾਰੀ ਬਾਪੂ ਹੋਏ ਜਾਂ ਉਹ ਮੋਟੀਵੇਸ਼ਨਲ ਸਪੀਕਰ ਹੋਣੇ ਜਾਂ ਕੁਝ ਵੀ ਹੋਣ, ਰਾਜ ਕਰਨ ਵਾਲੇ ਇੱਕ ਦੂਜੇ ਦੀ ਨੁਕਤਾਚੀਨੀ ਨਹੀਂ ਕਰਦੇ, ਉਹ ਇਹ ਕਹਿੰਦੇ ਨੇ ਵੀ ਸਾਰੇ ਆਪਣੇ ਹੀ ਨੇ। ਹਾਂ ਬਿਲਕੁਲ, ਇੱਕ ਦੂਸਰੇ ਦੇ ਖਿਲਾਫ ਨਹੀਂ ਬਿਆਨਬਾਜ਼ੀ ਕਰਨੀ, ਆਵੇਦਨ ਆਪਣੇ ਬਿਆਨਬਾਜ਼ੀ ਨਹੀਂ ਕਰਨੀ, ਆ ਬੋਲਣ ਦਿਓ, ਖੁੱਲਾ ਦਿਓ। ਤੇ ਭਾਈ ਸਾਹਿਬ ਪਹਿਲੇ ਟਕਸਾਲੀਆਂ ਨੂੰ ਤੇ ਖੁੱਲ ਦੇ ਦੇਣ, ਭਾਈ ਸਾਹਿਬ ਤੇ ਮਿਸ਼ਨਰੀਆਂ ਨੂੰ ਤੇ ਖੁੱਲ ਦੇ ਦੇਣ। ਆਪ ਖੁੱਲ ਦੇ ਨਹੀਂ ਰਹੇ, ਆਪ ਲਗਾਤਾਰ ਆਲੋਚਨਾ ਕਰ ਰਹੇ ਨੇ ਤੇ ਆਪਣੀ ਆਲੋਚਨਾ ਨੂੰ ਕਹਿ ਰਹੇ ਨੇ ਕਿ ਮੈਨੂੰ ਖੁੱਲ ਦੇ ਦਿਓ। ਹਾਂ ਬਿਲਕੁਲ, ਮੈਨੂੰ ਖੁੱਲ ਦੇ ਦਿਓ ਕਿਉਂਕਿ ਮੈਨੂੰ ਰਾਜ ਕਰਨ ਦੀ ਜਾਚ ਹੈ, ਲੇਕਿਨ ਮੈਂ ਆਲੋਚਨਾ ਕਰਾਂਗਾ ਕਿਉਂਕਿ ਮੈਨੂੰ ਰਾਜ ਕਰਨ ਦੀ ਜਾਚ ਹੈ। ਇਹ ਚਿੱਤ ਵੀ ਮੇਰੀ ਤੇ ਪੱਟ ਵੀ ਮੇਰੀ। ਅੱਗੇ ਚਲਾਓ ਤੁਸੀਂ, ਇਹ ਕਲੀਅਰ ਹੋ ਜਾਏਗਾ ਸਾਰੇ ਕਲਿੱਪ ਵਿੱਚ। ਤਰੀਕਾ ਆ ਗਿਆ ਜੇ ਤੇ ਲਾਗੂ ਹੋ ਜੂ। ਤੁਸੀਂ ਦੱਸੋ, ਸੰਦੀਪ ਮਹੇਸ਼ਵਰੀ ਵਰਗੇ ਮੁੰਡਿਆਂ ਨੂੰ, ਵਿਵੇਕ ਬਿੰਦਰਾ ਵਰਗੇ ਹਿੰਦੂਆਂ ਦੇ ਮੁੰਡਿਆਂ ਨੂੰ, ਜਿੰਨਾ ਉਹਨਾਂ ਨੂੰ ਸੁਣਿਆ ਜਾਂਦਾ, ਕਿ ਹਿੰਦੂ ਕਥਾਵਾਚਕਾਂ ਨੂੰ ਸੁਣਿਆ ਜਾਂਦਾ? ਨਹੀਂ ਸੁਣਿਆ ਜਾਂਦਾ। ਪਰ ਉਹ ਜੈਲਸ ਕਰਕੇ ਨਹੀਂ, ਉਹ ਕਹਿਣਗੇ ਨਹੀਂ ਕਰੀ ਚੱਲ ਕੰਮ। ਤੇ ਜੇ ਅੱਜ ਕਥਾਵਾਚਕ ਵਿਰੋਧ ਕਰਦੇ ਨੇ ਵੀ ਵਿਵੇਕ ਬਿੰਦਰਿਆ ਤੂੰ ਆ ਕੀਤਾ ਕੀ ਹੈ, ਹੱਥ 'ਚ ਫੜ ਕੇ ਕੀਤਾ, ਬੋਲੀ ਜਾਂਦਾ, ਗਲਤ ਗੱਲ ਕਰਦਾ ਹੈ, ਤੇ ਉਹਨਾਂ ਨੂੰ ਪਤਾ ਨਹੀਂ ਵੀ ਇਹਨੇ ਕਿੰਨੀ ਨੌਜਵਾਨੀ ਨੂੰ ਧਰਮ ਦੇ ਵਿਰੁੱਧ ਕਰ ਦੇਣਾ। ਢਾਂਚਾ ਕਿੱਥੇ ਜਾਊਗਾ ਇਹ? ਨਹੀਂ, ਜੇਕਰ ਉਹ ਹੱਥ 'ਚ ਗੀਤਾ ਦਾ ਫੜ ਕੇ ਉਹਦਾ ਗਲਤ ਮਤਲਬ ਕੱਢੂਗਾ ਤੇ ਫੇਰ ਤਾਂ ਉਹਦੇ ਖਿਲਾਫ ਮੀਨਸ ਨੈਚੁਰਲੀ। ਹਾਂ ਬਿਲਕੁਲ, ਉਹ ਗੀਤਾ ਹੱਥ 'ਚ ਫੜ ਕੇ ਤੇ ਗੀਤਾ ਦੀ ਇਨਸਲਟ ਥੋੜੀ ਕਰ ਰਿਹਾ, ਜਾਂ ਵਿਵੇਕ ਬਿੰਦਰਾ ਆਪਣੀ ਕਿਸੇ ਬੀ ਟੀਮ ਦੇ ਥਰੂ ਗੀਤਾ ਦੇ ਉੱਪਰ ਕੋਈ ਕਿੰਤੂ ਪਰੰਤੂ ਥੋੜੀ ਕਰਵਾ ਰਿਹਾ। ਬਿਲਕੁਲ ਸਹੀ ਪੁਆਇੰਟ ਫੜਿਆ ਜੀ ਤੁਸੀਂ। ਉਹਨਾਂ ਬਿੰਦਰਾ ਨੂੰ ਇਸ ਵਾਸਤੇ ਟੋਲਰੇਟ ਕਰ ਰਿਹਾ ਸਮਾਜ, ਇਸ ਵਾਸਤੇ ਸੁਣ ਰਿਹਾ ਕਿਉਂਕਿ ਇੱਕ ਫੇਅਰਨੈਸ ਨਾਲ ਮੋਟੀਵੇਸ਼ਨਲ ਪ੍ਰਚਾਰ ਕਰ ਰਿਹਾ। ਬਿਲਕੁਲ, ਉਹ ਟ੍ਰਿਕ ਥੋੜੀ ਖੇਡ ਰਹੇ ਨੇ, ਉਹਨਾਂ ਨੇ ਟੀਮਾਂ ਥੋੜੀ ਵੰਡੀਆਂ ਨੇ ਕਿ ਬਈ ਤੂੰ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬੋਲਣਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਨਹੀਂ ਬੋਲਣਾ।
ਮੈਂ ਬੋਲਾਂਗਾ ਲੇਕਿਨ ਦੂਜੇ ਢੰਗ ਨਾਲ ਬੋਲਾਂਗਾ। ਦੂਜੇ ਢੰਗ ਨਾਲ ਬੋਲਾਂਗਾ ਯਾਰ। ਠੀਕ ਹੈ ਨਾ? ਬਿਲਕੁਲ ਜੀ, ਤੂੰ ਬਿਲਕੁਲ। ਅਮਰ ਦੇ ਖਿਲਾਫ ਬੋਲਣਾ, ਮੈਂ ਅਮਰ ਦੇ ਖਿਲਾਫ ਨਹੀਂ ਬੋਲਾਂਗਾ, ਮੈਂ ਚੁਕਾਈ ਜਾਵਾਂਗਾ, ਲੇਕਿਨ ਮੈਂ ਬੋਲਾਂਗਾ ਲੇਕਿਨ ਦੂਜੇ ਢੰਗ ਨਾਲ ਬੋਲਾਂਗਾ। ਹੁਣ ਉਹ ਬਿੰਦਰਾ, ਵਿਵੇਕ ਬਿੰਦਰਾ, ਇਹ ਇਸ ਤਰ੍ਹਾਂ ਦੀ ਇੰਟੈਲੈਕਚੁਅਲ ਕਰਪਸ਼ਨ ਥੋੜੀ ਕਰ ਰਿਹਾ, ਤਾਂ ਹੀ ਲੋਕ ਉਹਨਾਂ ਨੂੰ ਸੁਣ ਰਹੇ ਨੇ। ਤੇ ਮੁਰਾਰੀ ਬਾਪੂ ਵੀ ਬਿੰਦਰਾ ਨੂੰ ਜਿਹੜਾ ਉਹਦੇ ਪਰ ਕਿੰਤੂ ਪਰੰਤੂ ਨਹੀਂ ਕਰਦਾ ਹੋਣਾ, ਤੇ ਬਿੰਦਰਾ ਨੂੰ ਕਦੇ ਸੁਣਿਆ ਮੁਰਾਰੀ ਬਾਪੂ ਦੇ ਖਿਲਾਫ ਕਿੰਤੂ ਪਰੰਤੂ ਕਰਦੇ? ਬਿੰਦਰਾ ਜਾਂ ਸੰਦੀਪ, ਮੈਂ ਤਾਂ ਉਹਨਾਂ ਨੂੰ ਕਦੇ ਸੁਣਿਆ ਨਹੀਂ। ਅਗਰ ਉਹਨਾਂ ਦਾ ਅਗਰ ਪ੍ਰੋਗਰਾਮ ਹੁੰਦਾ ਤੇ ਕਿਆ ਇਹ ਭਾਈ ਸਾਹਿਬ ਸਪਸ਼ਟ ਕਰਨ ਕਿ ਬਿੰਦਰਾ ਦਾ ਮੋਟੀਵੇਸ਼ਨਲ ਸਬਜੈਕਟ ਜਿਹੜਾ ਉਹ ਗੀਤਾ ਤੱਕ ਮਹਦੂਦ ਹੈ ਜਾਂ ਮੁਰਾਰੀ ਬਾਪੂ ਨੂੰ ਵਿੱਚ ਘਸੀਟੇ ਦਾ? ਨਹੀਂ, ਇੱਕ ਦੂਸਰੇ ਨੂੰ ਟਾਰਗੇਟ ਕਰਦੇ ਨੇ ਜਿੰਨੇ ਵੀ ਹਿੰਦੂ ਪ੍ਰਚਾਰਕ ਨੇ। ਇਹਨੂੰ ਇਹ ਪੁੱਛਿਆ ਜਾਵੇ ਜੀ ਸਿੰਪਲ ਲੈਂਗੁਏਜ। ਹਾਂ, ਇਹੀ ਮੈਂ ਕਹਿ ਰਿਹਾ ਕਿ ਕਿਆ ਮੁਰਾਰੀ ਬਾਪੂ ਨੂੰ ਵਿੱਚ ਘਸੀਟਿਆ ਬਿੰਦਰਾ ਨੇ, ਜਾਂ ਉਹ ਜਿਹੜਾ ਮਹੇਸ਼ਵਰੀ ਜੀ ਦਾ ਨਾਮ ਲੈ ਰਹੇ ਨੇ, ਕਿਆ ਉਹਦਾ ਸਾਰੇ ਦਾ ਸਾਰਾ ਜਿਹੜਾ ਉਹ ਅਖਾੜਾ ਉਹ ਕੇਂਦਰਿਤ ਹੁੰਦਾ ਇਹ ਆਪਣੇ ਜਿਹੜੇ ਸ਼ੰਕਰਾਚਾਰਿਆ ਦੇ ਖਿਲਾਫ? ਬਿਲਕੁਲ, ਉਹ ਕੇਂਦਰਿਤ ਹੁੰਦਾ ਮੁਰਾਰੀ ਬਾਪੂ ਦੇ ਖਿਲਾਫ। ਜਾਂ ਜਿਹੜਾ ਤੁਹਾਡਾ ਪਹਿਲਾ ਪੁਆਇੰਟ ਆ ਬਈ ਇਹ ਗੁਰੂ ਗ੍ਰੰਥ ਸਾਹਿਬ ਦੀ ਕਰੇ ਆਪਣੇ ਤਾਰੀਫ, ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਬੋਲੇ, ਤੇ ਦੂਜਾ ਜਿਹੜਾ ਨੇਕੀ ਹੈਗਾ ਆ ਉਹ ਕਹੇ ਵੀ ਇਹ ਗੁਰੂ ਗ੍ਰੰਥ ਸਾਹਿਬ 'ਚ ਕੁਝ ਐਸਾ ਜਿਹਾ ਲਿਖਿਆ ਹੀ ਨਹੀਂ ਹੈਗਾ ਜਿਹਦੇ ਵਿੱਚ ਤੁਹਾਨੂੰ ਕੋਈ ਇਨਸਪੀਰੇਸ਼ਨ ਮਿਲੇ। ਹਾਂਜੀ, ਇਹ ਉਹ ਕੰਮ ਕਰਦੇ ਨੇ। ਕਦੇ ਗੀਤਾ ਦੇ ਖਿਲਾਫ ਹੱਥ 'ਚ ਫੜ ਕੇ, ਤੇ ਕਦੇ ਉਹਨਾਂ ਦਾ ਸਾਥੀ ਜਿਹੜਾ ਹੋਵੇ ਵੀ ਇਹ ਮੇਰਾ ਹੀ ਸਾਥੀ ਹੈ, ਵੀ ਮੈਂ ਬੜਾ ਤਰਕਵਾਨ ਮੰਨਦਾ ਇਹਨੂੰ ਫਲਾਣੇ ਨੂੰ, ਤੇ ਉਹ ਬੰਦਾ ਕਹੇ ਵੀ ਗੀਤਾ ਗਲਤ ਆ, ਇਹਨੂੰ ਗੀਤਾ ਗਲਤ ਆ, ਸੁੱਟ ਦਿਓ ਪਰੇ। ਉਹਨਾਂ ਦਾ ਮੋਟੀਵੇਸ਼ਨ ਦਾ ਇਹ ਸਬਜੈਕਟ ਹੀ ਨਹੀਂ ਹੈ ਭਾਈ ਸਾਹਿਬ ਦਾ, ਤੇ ਸਬਜੈਕਟ ਹੀ ਸਾਰਾ ਵੱਖਰਾ ਆ। ਇਹਨਾਂ ਦੇ ਸਮਰਥਕਾਂ ਦਾ ਤੇ ਸਬਜੈਕਟ ਹੀ ਸਾਰਾ ਵੱਖਰਾ। ਹੁਣ ਬਿੰਦਰਾ ਦੇ ਸਮਰਥਕ ਟ੍ਰੋਲਿੰਗ ਕਰਕੇ ਕਿਸੇ ਨੂੰ ਮਾਂ ਭੈਣ ਦੀਆਂ ਗਾਲਾਂ ਕੱਢਦੇ ਪਏ ਨਾ, ਜਾਂ ਮੁਰਾਰੀ ਬਾਪੂ ਦੇ ਸਮਰਥਕ ਬਿੰਦਰਾ ਨੂੰ ਗਾਲਾਂ ਕੱਢਦੇ ਪਏ? ਬੜਾ ਫੜਿਆ ਜੀ ਤੁਸੀਂ ਅੱਜ ਇਹਨੂੰ, ਆਹ ਵਾਲੇ ਟੌਪਿਕ ਤੇ। ਇੰਨਾ ਮੇਰੇ ਤੋਂ ਵੀ ਨਹੀਂ ਸੀ ਇਹਦੀ ਛਿੱਲ ਉਧੇੜੀ ਜਾਣੀ ਜਿੰਨੀ ਤੁਸੀਂ ਉਧੇੜਤੀ ਜੀ। ਆਪਾਂ ਅੱਗੇ ਚਲਾਈਏ ਜੀ। ਹਾਂਜੀ, ਅੱਗੇ ਚਲੋ। ਉਹਨਾਂ ਨੂੰ ਪਤਾ ਹੈ, ਸਮਝ ਗਏ, ਫਲੈਕਸੀਬਿਲਟੀ ਹੈ, ਦਿਮਾਗ ਫਲੈਕਸੀਬਲ ਹੈ। ਹਾਲਾਤ ਨੇ ਜਿਹੜੇ, ਹਾਲਾਤਾਂ ਨੂੰ ਗੰਭੀਰਤਾ ਨਾਲ ਸਮਝਦੇ ਆ ਅਗਲੇ ਵੀ ਹਾਲਾਤ ਕੀ ਨੇ, ਜਵਾਨੀ ਕੀ ਚਾਹੁੰਦੀ ਹੈ, ਮੁੰਡੇ ਕੀ ਚਾਹੁੰਦੇ ਨੇ, ਮੋਟੀਵੇਟ ਹੋਣਾ ਚਾਹੁੰਦੇ ਨੇ। ਅੱਜ ਦੀ ਪੀੜ੍ਹੀ ਨੂੰ ਇਹਨਾਂ ਮੁੰਡਿਆਂ ਦੀ, ਬੋਲਣ ਵਾਲਿਆਂ ਦੀ, ਮੋਟੀਵੇਸ਼ਨਲ ਸਪੀਕਰਾਂ ਦੀ ਲੋੜ ਹੈ। ਤੇ ਤਰੀਕਾ ਠੀਕ ਹੈ, ਜਿਵੇਂ ਕਰਦੇ ਨੇ ਕਰ ਲੈਣ ਦਿਓ, ਹੈਗੇ ਤੇ ਸਾਡੇ ਹੀ ਨੇ। ਹਾਂ, ਵਿਆਹ ਤੇ ਮੰਦਰ ਇਹ ਚਲਾਓ ਥੋੜਾ ਜਿਹਾ ਚਲਾ ਦਿਓ ਜੀ ਹੋਇਆ ਹੋਣਾ ਨਾ। ਦੋਵਾਂ ਦਾ ਕੀ ਚਾਹੁੰਦੀ ਹੈ, ਮੁੰਡੇ ਕੀ ਚਾਹੁੰਦੇ ਨੇ, ਮੋਟੀਵੇਟ ਹੋਣਾ ਚਾਹੁੰਦੇ ਨੇ। ਅੱਜ ਦੀ ਪੀੜ੍ਹੀ ਨੂੰ ਇਹਨਾਂ ਮੁੰਡਿਆਂ ਦੀ, ਬੋਲਣ ਵਾਲਿਆਂ ਦੀ, ਮੋਟੀਵੇਸ਼ਨਲ ਸਪੀਕਰਾਂ ਦੀ ਲੋੜ ਹੈ। ਤਰੀਕਾ ਠੀਕ ਹੈ, ਜਿਵੇਂ ਕਰਦੇ ਨੇ ਕਰ ਲੈਣ ਦਿਓ, ਹੈਗੇ ਤੇ ਸਾਡੇ ਹੀ ਨੇ। ਵਿਆਹ ਤੇ ਮੰਦਰ ਜੀ ਹੋਇਆ ਹੋਣਾ ਨਾ। ਦੋਵਾਂ ਦਾ ਹੀ, ਮੈਂ ਦੋ ਸਪੀਕਰਾਂ ਦੀ, ਪ੍ਰਚਾਰਕਾਂ ਦੀ ਗੱਲ ਕਰ ਰਿਹਾ, ਬੋਲਣ ਵਾਲਿਆਂ ਦੀ। ਹਾਂਜੀ, ਹੁਣ ਭਾਈ ਸਾਹਿਬ ਨੂੰ ਕੋਈ ਪੁੱਛੇ ਕਿ ਤੁਸੀਂ ਇਹ ਦੱਸੋ ਕਿ ਟਕਸਾਲੀਆਂ ਦਾ ਵਿਆਹ ਸਮੁੰਦਰੀ ਚ ਹੋਇਆ ਤਾਂ ਕਿਤੇ? ਹਾਂ, ਉਹਨਾਂ ਦਾ ਵੀ ਬਿਲਕੁਲ ਗੁਰਦੁਆਰਿਆਂ 'ਚ ਹੀ ਹੋਇਆ ਜੀ। ਮਿਸ਼ਨਰੀ ਪ੍ਰਚਾਰਕਾਂ ਦਾ ਵਿਆਹ ਗੁਰਦੁਆਰਿਆਂ 'ਚ ਨਹੀਂ ਹੁੰਦਾ? ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਫੇਰੇ ਲੈਂਦੇ ਨੇ ਉਹਨਾਂ ਦਾ ਵਿਆਹ ਗੁਰਦੁਆਰੇ ਵਿੱਚ ਨਹੀਂ ਹੁੰਦਾ? ਤੇ ਫਿਰ ਤੁਸੀਂ ਵੀ ਇਹ ਗੱਲ ਸੋਚ ਲਓ ਵੀ ਵਿਆਹ ਤੇ ਗੁਰਦੁਆਰੇ 'ਚ ਹੀ ਹੁੰਦਾ ਨਾ, ਤੇ ਮੈਂ ਸਾਰਾ ਦਿਨ ਕਿਉਂ ਲੱਗਾ ਰਹਿਣਾ ਇਹ ਕਲਿੱਪ ਕੱਢਣ? ਬਿਲਕੁਲ, ਬੜਾ ਫੜਿਆ ਜੀ ਤੁਸੀਂ। ਆਏ ਟਕਸਾਲੀ, ਕੋਈ ਵੀ ਕਿਸੇ ਨੂੰ ਬਾਗੜ ਬਿੱਲਾ ਕਹਿ ਰਹੇ ਨੇ, ਕਿਸੇ ਨੂੰ ਕੁਝ ਕਹਿ ਰਹੇ ਨੇ, ਕਿਸੇ ਨੂੰ ਕੁਝ ਕਹਿ ਰਹੇ ਨੇ। ਮਿਸ਼ਨਰੀਆਂ ਦਾ ਨਾਮ ਪਾਤਾ ਹੈ ਮਸ਼ੀਨਰੀ ਹੈ। ਕਦੇ ਦਰਬਾਰ ਸਾਹਿਬ ਦਾ ਸਰੋਵਰ, ਕਦੇ ਇੱਕ ਚੀਜ਼, ਕਦੇ ਦੂਜੀ ਚੀਜ਼। ਤੇ ਤੁਸੀਂ ਵੀ ਸੋਚ ਲਓ, ਹੈ ਤੇ ਆਪਣੇ ਹੀ ਨਾ, ਵਿਆਹ ਤੇ ਗੁਰਦੁਆਰੇ ਹੀ ਕਰਦੇ ਨੇ ਸਾਰੇ। ਵਿਆਹ ਵੇਲੇ ਫੇਰੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਫੇਰੇ ਲੈਣੇ ਸਾਰਿਆਂ ਨੇ, ਭਾਵੇਂ ਮਿਸ਼ਨਰੀ ਨੇ, ਭਾਵੇਂ ਟਕਸਾਲੀ ਨੇ, ਭਾਵੇਂ ਸੰਪਰਦਾਈ ਨੇ ਜੀ, ਭਾਵੇਂ ਅਪਗ੍ਰੇਡੀ ਨੇ। ਭਾਈ ਸਾਹਿਬ ਰਾਜ ਕਰਨ ਦਾ ਨੁਕਸਾ ਦੱਸ ਰਹੇ ਨੇ, ਤੇ ਆਪ ਉਸ ਨੁਕਸੇ ਤੇ ਚੱਲ ਨਹੀਂ ਰਹੇ ਯਾਰ। ਤੁਸੀਂ ਵੀ ਇਕੱਠੇ ਹੋ ਕੇ ਚੱਲੋ, ਇੱਕ ਦੂਸਰੇ ਨੂੰ ਨਾ ਕੱਟੋ। ਤੁਸੀਂ ਵੀ ਸੋਚ ਲਓ ਵੀ ਸਾਰੇ ਇਕੱਠੇ ਹੀ ਆ। ਹਾਂ ਯਾਰ, ਤੁਸੀਂ ਫਲੈਕਸੀਬਿਲਿਟੀ ਲੈਣਾ ਚਾਹੁੰਦੇ ਹੋ ਤੇ ਫਲੈਕਸੀਬਿਲਿਟੀ ਦੇਣਾ ਕਿਉਂ ਨਹੀਂ ਚਾਹੁੰਦੇ? ਵੇ ਕਰਨ ਦਿਓ ਕਥਾ, ਫਿਰ ਸੂਰਜ ਪ੍ਰਕਾਸ਼ ਜੀ ਜਿਹੜਾ ਕਰਦਾ ਉਹਨੂੰ ਕਰਨ ਦਿਓ ਯਾਰ। ਫਲੈਕਸੀਬਿਲਿਟੀ ਪ੍ਰੋਬਲਮ ਕੀ ਹੈ ਬਈ? ਤੁਹਾਡਾ ਹੀ ਕਹਿਣਾ ਹੈ, ਅਸੀਂ ਤੇ ਤੁਹਾਡੀ ਗੱਲ ਹੀ ਕਰ ਰਹੇ ਹਾਂ। ਪ੍ਰੋਬਲਮ ਇਹ ਹੈਗਾ ਵੀ ਤੁਹਾਡਾ ਕੁੱਤਾ ਸਿਖਾ ਰਹੇ ਹੋ, ਇਹ ਗੱਲ ਸਿਖਾ ਰਹੇ ਹੋ, ਇਹ ਗੱਲ ਨੂੰ ਤੇ ਆਪ ਵਾਕ ਦਾ ਟਾਕ। ਪ੍ਰੋਬਲਮ ਇਹ ਹੈਗੀ ਵੀ ਤੁਹਾਡਾ ਕੁੱਤਾ ਮੇਰਾ ਕੁੱਤਾ ਟੌਮੀ, ਤੇ ਢੱਡਰੀ ਸਾਹਿਬ ਨੇ ਤੇ ਟੌਮੀਆਂ ਦੀ ਲਾਈਨ ਲਾ ਕੇ ਰੱਖੀ ਹੋਈ ਹੈ ਉੱਥੇ ਜੀ ਆਪਣੇ ਡੇਰੇ ਦੇ ਵਿੱਚ। ਪਤਾ ਨਹੀਂ ਕਿਹੜੇ ਕੁੱਤਿਆਂ ਦੇ ਨਾਂ ਗਣਾਏ ਨੇ। ਅੱਜ ਮੈਂ ਸੁਣ ਰਿਹਾ ਸੀ ਕਲਿੱਪ ਇਹਨਾਂ ਦਾ। ਹੋਰ ਜਾਨੀ ਇਹ ਹੈ ਵੀ ਤੁਹਾਡਾ ਕੁੱਤਾ ਤੇ ਸਾਡਾ ਕੁੱਤਾ ਟੌਮੀ ਜੀ, ਆ ਹੈ ਵੀ ਬਾਕੀ ਜਿਹੜੇ ਹੈਗੇ ਨੇ ਉਹ ਗਲਤ ਨੇ ਤੇ ਮੈਂ ਠੀਕ ਹਾਂ।
ਹਾਲਾਂਕਿ ਜਿਹੜੇ ਬਾਕੀ ਪ੍ਰਚਾਰਕ ਭਾਈ ਸਾਹਿਬ ਨੇ ਜਿਹੜੀ ਗੱਲ ਸਿਖਾ ਰਹੇ, ਮੇਰੀ ਬੇਨਤੀ ਭਾਈ ਸਾਹਿਬ ਦੇ ਅੱਗੇ ਹੈ ਕਿ ਭਾਈ ਸਾਹਿਬ ਜਿਹੜੀ ਗੱਲ ਸਿਖਾ ਰਹੇ ਨੇ ਕਿ ਬਈ ਇਹ ਸੋਚੋ, ਬਰਾਡਰ ਸੋਚ ਰੱਖੋ, ਰਾਜ ਕਰਨ ਵਾਲੀ ਸੋਚ ਰੱਖੋ, ਸਿਆਣੀ ਸੋਚ ਰੱਖੋ, ਦਿਮਾਗ ਨੂੰ ਖੋਲੋ, ਨੌਜਵਾਨਾਂ ਨੂੰ ਬੋਲਣ ਦਿਓ, ਸਾਰਿਆਂ ਨੂੰ ਬੋਲਣ ਦਿਓ। ਇਹ ਸੋਚੋ ਸਾਰੇ ਹੀ ਆਪਣੇ ਨੇ। ਭਾਈ ਸਾਹਿਬ ਵੀ ਤੇ ਸੋਚਣ ਨਾ ਕਿ ਸਾਰੇ ਆਪਣੇ ਹੀ ਨੇ। ਇਹ ਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੀ ਨਾ, ਵਿਆਹ ਤੇ ਗੁਰਦੁਆਰੇ 'ਚ ਹੀ ਕਰਦੇ ਨੇ ਨਾ। ਜਾਂ ਅਗਰ ਉਹ ਬਿੰਦਰਾ ਤੇ ਮਹਾਬੇਸ਼ਰੀ ਵਿਆਹ ਮੰਦਿਰ 'ਚ ਹੀ ਕੀਤਾ ਹੋਣਾ, ਤੇ ਟਕਸਾਲੀਆਂ ਨੇ ਕਿਹੜਾ ਵਿਆਹ ਸਮੁੰਦਰ 'ਚ ਕੀਤਾ ਹੋਣਾ। ਹਾਂਜੀ ਹਰਦੇਵ ਸਿੰਘ ਜੀ, ਮੈਂ ਚਲਾਵਾਂ ਜੀ ਅੱਗੇ ਉਹਨੂੰ। ਹਾਂਜੀ ਚਲੋ ਚਲੋ ਪਲੀਜ਼ ਚਲੋ। ਇਹਨਾਂ ਨੂੰ ਬੇਨਤੀ ਹੈ, ਜਿਹੜਾ ਬਾਈ ਜੀ ਆਏ ਸੀਗੇ ਆ ਪਹਿਲੇ, ਜਿਹੜੇ ਤੇਜਿੰਦਰ ਸਿੰਘ ਹੋਣੀ, ਬਹੁਤ ਧੰਨਵਾਦ ਤੁਹਾਡਾ। ਅਗਰ ਉਹ ਮੈਂ ਇਸੇ ਕਰਦੇ ਆ ਬਕਵਾਸ, ਉਹਦੀ ਬਕਵਾਸ ਦਾ ਅਸੀਂ ਬਕਵਾਸ 'ਚ ਜਵਾਬ ਦੇਣਾ, ਤੇ ਤੁਹਾਨੂੰ ਸਾਡੀ ਬਕਵਾਸ ਨਹੀਂ ਚੰਗੀ ਲੱਗਦੀ ਤੇ ਨਾ ਕਰੋ ਫੋਨ ਕਾਲ। ਬਸ ਇਹੀ ਬੇਨਤੀ ਹੈ ਜੀ, ਸਾਨੂੰ ਪੂਰਾ ਕਰਨ ਦਿਓ ਕਲਿੱਪ ਆਪਣਾ। ਤੇ ਮੰਦਿਰ 'ਚ ਹੀ ਹੋਇਆ ਹੋਣਾ ਨਾ ਦੋਵਾਂ ਦਾ ਹੀ। ਮੈਂ ਦੋ ਸਪੀਕਰਾਂ ਦੀ, ਪ੍ਰਚਾਰਕਾਂ ਦੀ ਗੱਲ ਕਰ ਰਿਹਾ, ਬੋਲਣ ਵਾਲਿਆਂ ਦੀ। ਤੇ ਜਿੱਦਣ ਰੋਹ ਰੀਤੀਆਂ ਕਰਨੀਆਂ ਪੈਂਦੀਆਂ ਨੇ ਉਹੀ ਕਰਦੇ ਹੋਣਗੇ। ਠੀਕ ਹੈ, ਕਰੀ ਚੱਲੋ, ਦੱਬੀ ਚੱਲੋ। ਐ ਹੁੰਦੀਆਂ ਤਰੱਕੀਆਂ। ਜਿਹੜੇ ਬੰਦੇ ਲੰਮੀ ਸੋਚਦੇ ਨੇ, ਲੰਮੀ ਸੋਚਣ ਵਾਲੀ ਗੱਲ ਸਾਡੇ 'ਚ ਕਿੱਥੇ? ਸਾਡੇ 'ਚ ਤੇ ਵੱਖਰੇ ਅਰਥ ਕਰਦੇ ਹੋ। ਪਹਿਲਾਂ ਟਕਸਾਲੀ ਚੀਕਾਂ ਮਾਰਦੇ ਸੀ, ਹੁਣ ਮਸ਼ੀਨਰੀ ਮਾਰਦੇ ਨੇ। ਮਸ਼ੀਨਰੀਆਂ ਨੇ ਅੱਜ ਤੱਕ ਟਕਸਾਲੀਆਂ ਨਾਲੋਂ ਵੱਖਰੇ ਅਰਥ ਨਹੀਂ ਕੀਤੇ। ਸਾਰੇ ਅਰਥ ਟਕਸਾਲੀਆਂ ਵਾਲੇ, ਮਸ਼ੀਨਰੀਆਂ ਦੇ ਅਰਥ ਸਾਰੇ ਵੱਖਰੇ ਨੇ। ਟਕਸਾਲੀ ਹੋਰ ਤਰ੍ਹਾਂ ਕਰਦੇ ਨੇ ਅਰਥ, ਇਹ ਹੋਰ ਤਰ੍ਹਾਂ ਕਰਦੇ ਨੇ। ਉਹ ਸ਼ਬਦਾਰਥ ਜ਼ਿਆਦਾ ਕਰਦੇ ਨੇ, ਭਾਵ ਅਰਥ ਕਰਦੇ ਨੇ। ਤੇ ਮਸ਼ੀਨਰੀਆਂ ਦੇ ਆਪਸ ਚ ਅਰਥ ਨਹੀਂ ਰਲਦੇ। ਚੌਂਤੇ ਕਾਲਜ ਦੇ ਅਰਥ ਤੇ ਗੁਰਮਤ ਮਿਸ਼ਨਰੀ ਕਾਲਜ ਜਿਹੜਾ ਲੁਧਿਆਣੇ ਵਾਲਾ ਦੇ ਅਰਥ ਵੱਖਰੇ ਵੱਖਰੇ ਨੇ, ਵੱਖਰੇ ਵੱਖਰੇ। ਤੇ ਆਪਾਂ ਆਪਣੇ ਹਿਸਾਬ ਨਾਲ ਵੀ ਕਰਨ ਲੱਗ ਗਏ, ਪਰ ਸਾਰਿਆਂ ਨੇ ਪਿੱਟ ਸਿਆਪਾ ਪਾ ਲਿਆ। ਨਹੀਂ, ਇਹ ਤਾਂ ਪੂਰੀ ਗੁਰਬਾਣੀ ਪੜ੍ਹਦੇ ਹੀ ਨਹੀਂ ਨਾ ਜੀ। ਇਹ ਜਿਹੜਾ ਇਹ ਅਰਥ ਕਰਦਾ ਹੈ ਸ਼ਬਦ, ਜਾਂ ਤਾਂ ਪੂਰੇ ਪੜ੍ਹ ਕੇ ਅਰਥ ਕਰੇ ਜੀ ਉਹਦੇ। ਦੇਖੋ, ਕਿਸੇ ਮਿਸ਼ਨਰੀ ਨੇ ਜਾਂ ਕਿਸੇ ਟਕਸਾਲੀ ਨੇ, ਕਿਸੇ ਬਾਬੇ ਵਾਲੇ ਨੇ ਕਦੇ ਇਹ ਪ੍ਰਚਾਰ ਸ਼ੁਰੂ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਇਹ ਗੁਰੂ ਨਹੀਂ, ਜਾਂ ਵੀ ਇਹ ਜ਼ਰੀਆ ਆ। ਬਈ ਕਿਸੇ ਨੇ ਇਹ ਪ੍ਰਚਾਰ ਕੀਤਾ ਹੈ ਬਈ ਇਹ ਸਾਰਾ ਦਰਬਾਰ ਸਾਹਿਬ, ਅਕਾਲ ਤਖਤ, ਇਹ ਗੁਰਦੁਆਰੇ, ਇਹ ਸਾਰਾ ਸਿਸਟਮ ਹੀ ਢਾਂਚਾ ਹੈ। ਨਾ ਕਦੇ ਕਿਸੇ ਮਿਸ਼ਨਰੀ ਗਰੁੱਪ ਦੇ ਪ੍ਰਚਾਰਕ ਨੇ ਇਹ ਗੱਲ ਕਹੀ ਹੈ, ਉਹਨਾਂ ਦੇ ਸਾਥੀਆਂ ਨੇ ਜਾਂ ਉਹਨਾਂ ਦੇ ਬੰਦਿਆਂ ਨੇ ਇਹ ਗੱਲ ਕਹੀ ਹੈ ਕਿ ਇਹ ਜੀ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਸਾਡੇ ਤੇ ਮੜਿਆ ਗਿਆ? ਨਹੀਂ ਕਹੀ। ਕਦੇ ਇਹ ਗੱਲ ਕਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਕੋਈ ਗਿਆਨਾਂ ਦੀ ਚੀਜ਼ ਹੀ ਨਹੀਂ ਹੈ? ਤੇ ਕਦੇ ਇਹ ਗੱਲ ਕਹੀ ਹੈ ਕਿ ਗੁਰੂ ਸਾਹਿਬ ਨੇ ਇੱਕ ਵੀ ਕੰਮ ਨਹੀਂ ਕੀਤਾ ਜਿਹੜਾ ਕਿਸੇ ਆਮ ਬੰਦੇ ਨਾਲੋਂ ਵੱਖਰਾ ਹੋ ਗਿਆ। ਤੇ ਜਿੱਲੇ ਵੀ ਤੁਸੀਂ ਇਦਾਂ ਦੀਆਂ ਗੱਲਾਂ ਕਰੋਗੇ ਤੇ ਇਦਾਂ ਦੀ ਆਲੋਚਨਾ ਸ਼ੁਰੂ ਕਰੋਗੇ, ਤੇ ਪਹਿਲੇ ਇਹ ਦੱਸੋ ਨਾ ਕਿ ਜਿਨ੍ਹਾਂ ਦਾ ਤੁਸੀਂ ਐਗਜ਼ਾਮਪਲ ਦਿੱਤੀ ਹੈ, ਸੰਦੀਪ ਮਹੇਸ਼ਵਰੀ ਔਰ ਬਿੰਦਰਾ, ਕਿਆ ਉਹ ਉਹਨਾਂ ਦਾ ਮੋਟੀਵੇਸ਼ਨ ਦਾ ਸਬਜੈਕਟ ਮੈਟਰ ਉਹ ਹੈ ਜਿਹੜਾ ਤੁਸੀਂ ਪਕੜਿਆ? ਬਿਲਕੁਲ। ਜਦ ਉਹਨਾਂ ਦਾ ਸਬਜੈਕਟ ਮੈਟਰ ਉਹ ਨਹੀਂ ਹੈ ਤੇ ਤੁਸੀਂ ਉਹਨਾਂ ਨੂੰ ਐਜ਼ ਏ ਐਗਜ਼ਾਮਪਲ ਪੇਸ਼ ਕਰ ਰਹੇ ਹੋ, ਤੇ ਉਹਨਾਂ ਕੋਲ ਪਹਿਲਾਂ ਤੇ ਤੁਹਾਨੂੰ ਮੋਟੀਵੇਸ਼ਨ ਸਿੱਖਣੀ ਚਾਹੀਦੀ ਹੈ ਜਾ ਕੇ। ਯਾ ਕਿ ਪਹਿਲੇ ਤਾਂ ਤੁਸੀਂ ਬਿੰਦਰਾ ਕੋਲ ਸਿੱਖੋ ਕਿ ਉਹ ਮੋਟੀਵੇਸ਼ਨ ਕਰਦਾ ਕਿਸ ਤਰ੍ਹਾਂ। ਮੁਰਾਰੀ ਬਾਪੂ ਕਦੇ ਬਿੰਦਰਾ ਦੇ ਖਿਲਾਫ ਨਹੀਂ ਬੋਲਿਆ, ਤੇ ਕਿਉਂ ਨਹੀਂ ਬੋਲਿਆ? ਤੇ ਬਿੰਦਰਾ ਜਿਹੜਾ ਉਹ ਮੁਰਾਰੀ ਬਾਪੂ ਦੇ ਖਿਲਾਫ ਨਹੀਂ ਬੋਲਿਆ, ਤੇ ਕਿਉਂ ਨਹੀਂ ਬੋਲਿਆ? ਕਿਉਂਕਿ ਉਹਨਾਂ ਨੇ ਉਹ ਕੰਮ ਨਹੀਂ ਕੀਤਾ ਜੋ ਪਿੱਟ ਸਿਆਪਾ ਤੁਸੀਂ ਪਾਇਆ ਦਾ ਸਾਰਿਆਂ ਨੇ। ਬਿਲਕੁਲ। ਰੋਜ਼ ਹੀ ਦੇਖੋ, ਰੋਜ਼ ਹੀ ਬੈਠ ਕੇ ਆਪ ਹੀ ਆਲੋਚਨਾ ਕਰੀ ਜਾਣਾ ਔਰ ਆਪ ਹੀ ਸਬਕ ਦੇਣਾ। ਦੇਖੋ ਜੀ, ਆਲੋਚਨਾ ਤੇ ਕਰਨੀ ਨਹੀਂ ਚਾਹੀਦੀ ਸਾਰਿਆਂ ਨੂੰ, ਹੈ ਤੇ ਸਾਰੇ ਆਪਣੀ। ਵੈਸੇ ਵੀ ਹਰਦੇਵ ਸਿੰਘ ਜੀ, ਜਦੋਂ ਨਾ ਆਲੋਚਨਾ ਕਰਕੇ, ਜਦੋਂ ਗੁਰਬਾਣੀ ਦੀ ਵੀ ਇਹ ਲੱਗਦਾ ਲੋਕਾਂ ਨੂੰ ਵੀ ਬੜੀ ਸੋਹਣੀਆਂ ਗੱਲਾਂ ਕਰਦਾ, ਮੈਂ ਤਾਂ ਇਹਨੂੰ ਕਦੇ ਨੇੜੇ ਤੇੜੇ ਨਹੀਂ ਦੇਖਿਆ ਜੀ ਗੁਰਬਾਣੀ ਦੇ, ਕਦੇ ਵੀ। ਯਾਨੀ ਮੈਂ ਹਾਲਾਂਕਿ ਇਹਨੂੰ ਹੁਣ ਸੁਣਨਾ, ਮੈਨੂੰ ਮਜਬੂਰੀ ਹੈ ਇਹਨੂੰ ਸੁਣਨਾ, ਤੇ ਕਦੇ ਇੱਕ ਜਿਹੜੀ ਅੱਧੀ ਪਚੱਧੀ ਲਾਈਨਾਂ ਤੁਕਾਂ ਪੜੂਗਾ, ਸ਼ਬਦ ਉਹਦੇ ਮਤਲਬ ਪੁੱਠੇ ਸਿੱਧੇ ਕਰੂਗਾ, ਜਿਵੇਂ ਹਿੰਦੂ ਅੰਨਾ ਤੁਰਕੂ ਕਾਣਾ। ਇਸ ਤੋਂ ਪਹਿਲਾਂ ਗਿਆਨ ਗੁਰੂ ਵਾਲੀ ਜਿਹੜੀ ਸ਼ਬਦ ਸੀਗੀ, ਉਹ ਵਾਲਾ ਸ਼ਬਦ ਸੀਗਾ, ਕੁੱਬੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮੰਨ ਰਹੇ, ਗੁਰਬਿਨ ਗਿਆਨ ਨਾ ਹੋਏ। ਇਹਨੇ ਸਿਰਫ ਲਾਈਨ ਸ਼ਬਦ ਦਾ ਆ ਚੌਥਾ ਹਿੱਸਾ ਪੜਿਆ ਜੀ, ਗਿਆਨ ਕਾ ਬੱਧਾ ਮੰਨ ਰਹੇ। ਤੇ ਗਿਆਨ ਆਉਣਾ ਕਿੱਥੋਂ ਆ, ਉਹ ਅੱਗੇ ਗੱਲੇ ਨਹੀਂ ਪੂਰੀ ਕੀਤੀ ਜੀ। ਤੇ ਇਹ ਕਿਹੜਾ ਆਪਣੇ ਆਪ ਨੂੰ ਵੱਡਾ ਪ੍ਰਚਾਰਕ ਸਮਝਦਾ? ਇਹ ਤਾਂ ਨੇੜੇ ਤੇੜੇ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੇ, ਸਿੱਖੀਜ਼ਮ ਦੇ ਜਾਂ ਸਿੱਖ ਸਿਧਾਂਤ ਦੇ। ਸਿੱਖ ਸਿਧਾਂਤ ਜਿਹੜਾ ਤੁਹਾਨੂੰ ਕਿਰਤ ਕਰਨ ਨੂੰ ਕਹਿੰਦਾ, ਉਹ ਵੀ ਨਹੀਂ ਕਰਕੇ ਰਾਜੀ ਹੈਗਾ ਜੀ। ਇਹ ਬੰਦਾ ਮੰਗ ਕੇ ਖਾਂਦਾ ਹੈ ਬੰਦਾ, ਤੇ ਕਹਿੰਦਾ ਮੈਂ ਬਹੁਤ ਵੱਡਾ ਮੋਟੀਵੇਸ਼ਨਲ ਸਪੀਕਰ ਹਾਂ। ਔਰ ਧੰਨ ਨੇ ਉਹ ਲੋਕੀ ਜਿਹੜੇ ਇਹਦੇ ਕੋਲੋਂ ਮੋਟੀਵੇਸ਼ਨ ਲੈ ਰਹੇ ਨੇ। ਇੱਕੋ ਇੱਕ ਮੋਟੀਵੇਸ਼ਨ ਮਿਲਦੀ ਹੈ ਵੀ ਮੰਗ ਕੇ ਖਾਓ, ਬਸ ਲੋਕਾਂ ਨੂੰ ਬੁੱਧੂ ਬਣਾਓ 15-20 ਸਾਲ, 15 ਸਾਲ, 16 ਸਾਲ, ਤੇ ਮੁੜ ਕੇ ਕਹਿ ਦਿਓ ਵੀ ਮੈਂ ਉਹ ਗਲਤ ਸੀਗਾ ਕਰ ਰਿਹਾ ਪ੍ਰਚਾਰ, ਤੇ ਮੁੜ ਕੇ ਉਹ ਸਾਰਾ ਜਿਹੜਾ ਸਰਮਾਇਆ ਬਣਾਇਆ, ਜਿਹੜੀ ਧਨ ਦੌਲਤ ਇਕੱਠੀ ਕੀਤੀ, ਦੇਖੋ
ਦੇਖੋ ਇੱਕ ਮੈਂ ਇੱਥੇ ਗੱਲ ਕਵਾਂਗਾ ਰਾਣਾ ਸਾਹਿਬ, ਇੱਕ ਅਸੀਂ ਹਿਊਮਨ ਸਾਈਕੋਲੋਜੀ ਦੇ ਮੁਤਾਬਕ ਗੱਲ ਕਰੀਏ ਕਿ ਅਗਰ ਇੱਕ ਬੰਦਾ ਇਹ ਸੋਚਦਾ ਹੈ ਕਿਸੇ ਪੁਆਇੰਟ ਆਫ ਟਾਈਮ ਤੇ ਕਿ ਮੈਂ 16 ਸਾਲ ਜਾਂ 20 ਸਾਲ ਜਾਂ 30 ਸਾਲ ਫਲਾਣੇ ਗਲਤ ਰਸਤੇ ਤੇ ਚੱਲਦਾ ਰਿਹਾ ਤੇ ਮੈਨੂੰ ਸਮਝਣ ਦੇ ਵਿੱਚ 16 ਸਾਲ ਲੱਗ ਗਏ, ਹਾਂਜੀ, ਤੇ ਉਸ ਬੰਦੇ ਨੂੰ ਘੱਟੋ ਘੱਟ ਇੰਨਾ ਤੇ ਸੋਚਣਾ ਚਾਹੀਦਾ ਨਾ ਕਿ ਸਮਝਣ ਦਾ ਕੋਈ ਥਰਮਾਮੀਟਰ ਥੋੜੀ ਹੁੰਦਾ। ਜਾਂ ਵੀ ਹਾਂ ਜੇ ਤੁਹਾਨੂੰ 16 ਸਾਲ ਲੱਗੇ ਨੇ, ਹੋ ਸਕਦਾ ਕਿਸੇ ਨੂੰ 32 ਸਾਲ ਲੱਗਣ, ਹਾਂ ਬਿਲਕੁਲ, ਹੋ ਸਕਦਾ ਕਿਸੇ ਨੂੰ 4 ਸਾਲ ਲੱਗਣ, ਹੋ ਸਕਦਾ ਕਿਸੇ ਨੂੰ 50 ਸਾਲ ਲੱਗੇ ਹੋਣ, ਤੇ ਵੀ ਤੁਸੀਂ ਦੂਸਰੇ ਨੂੰ ਵੀ ਟਾਈਮ ਦਿਓ ਨਾ ਸੋਚਣ ਦਾ, ਸਮਝਣ ਦਾ। ਤੁਸੀਂ ਠਾ ਕਰਦੇ ਇੱਕਦਮ ਮਗਰ ਪੈ ਗਏ ਤੇ ਨਾਲ ਫਿਰ ਇਹ ਗੱਲ ਕਰਦੇ ਹੋ, ਐਗਜ਼ਾਮਪਲ ਦੇ ਰਹੇ ਹੋ ਬਿੰਦਰਾ ਦੀਆਂ ਤੇ ਮਹੇਸ਼ਵਰੀ ਦੀਆਂ, ਵੀ ਉਹ ਮੋਟੀਵੇਸ਼ਨਲ ਸਪੀਕਰ ਨੇ ਸਾਨੂੰ ਇਸ ਤਰ੍ਹਾਂ ਨੌਜਵਾਨਾਂ ਨੂੰ ਬੋਲੋ ਦੇਣਾ ਚਾਹੀਦਾ। ਉਹ ਬਿੰਦਰਾ ਵਰਗਾ ਬੋਲੋ, ਮਹੇਸ਼ਵਰੀ ਵਰਗਾ ਬੋਲੋ, ਲੇਕਿਨ ਇਹ ਤੇ ਦੇਖੋ ਉਹ ਬੋਲਦੇ ਕੀ ਪਏ ਨਾ। ਅਗਰ ਉਹਨਾਂ ਨੇ ਗੀਤਾ ਹੱਥ 'ਚ ਫੜੀ ਹੈ ਤੇ ਕਿਆ ਮੁਰਾਰੀ ਬਾਪੂ ਦੇ ਦੁਆਲੇ ਹੋਏ ਦੇ ਨੇ? ਤੇ ਜੇ ਮੁਰਾਰੀ ਬਾਪੂ ਸਟੇਜ ਵੱਡੀ ਲਾ ਕੇ ਬੈਠਾ ਤੇ ਕਿਆ ਉਹ ਬਿੰਦਰਾ ਦੇ ਮਗਰ ਪਿਆ? ਤੇ ਜੇ ਉਹ ਸਿਆਣੇ ਨੇ ਤੇ ਉਹਨਾਂ ਵਰਗੀ ਸਿਆਣਾ ਵਰਤ ਲਓ ਨਾ, ਆਪ ਹੀ ਵਰਤ ਲਓ। ਕਹਿਣ ਦਾ ਮਤਲਬ ਮਕਸਦ ਹੈ ਇਸ ਸਾਰੇ ਕਲਿੱਪ ਦਾ, ਇੱਥੋਂ ਤੇ ਨਿਚੋੜ ਇਹ ਨਿਕਲ ਰਿਹਾ ਨਾ ਕਿ ਜੋ ਤੁਸੀਂ ਸਿਖਾ ਰਹੇ ਹੋ, ਅਗਰ ਅੱਛੀ ਗੱਲ ਕਰ ਰਹੇ ਹੋ ਤੇ ਅੱਛੀ ਗੱਲ ਨੂੰ ਤੁਸੀਂ ਖੁਦ ਵੀ ਤੇ ਫਾਲੋ ਕਰੋ ਨਾ। ਅੱਛੀ ਗੱਲ ਕੋਈ ਕਰੇ ਨਹੀਂ ਰਹੇ ਜੀ, ਅੱਛੀ ਗੱਲ ਕਿਹੜੀ ਕਰਨੀ ਹੈ ਜਿਹੜੀ ਐਡੀ ਅਗਰ ਇਹ ਕਰ ਰਹੇ, ਅਗਰ ਇਹਨਾਂ ਦਾ ਕਲਿੱਪ ਅੱਛਾ ਹੈ, ਠੀਕ ਹੈ, ਤੇ ਇਹ ਇਹਨਾਂ ਦੇ ਆਪਣੇ ਹੀ ਕੰਟਰਾਡਿਕਟਰੀ ਸਟੇਟਮੈਂਟ ਦੇ ਨੂੰ ਕੰਟਰਾਡਿਕਟ ਕਰ ਰਿਹਾ ਆਪਣੇ ਵਿਵਹਾਰ ਨੂੰ। ਇਹਨਾਂ ਦੇ ਆਪਣੇ ਵਿਵਹਾਰ ਨੂੰ ਇਹ ਕਲਿੱਪ ਟੋਟਲੀ ਕੰਟਰਾਡਿਕਟ ਕਰ ਰਿਹਾ ਆ। ਉਧਰੋਂ ਸਮਝਾ ਰਹੇ ਨੇ ਕਿ ਨਹੀਂ, ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਵੀ ਸਾਰੇ ਆਪਣੇ ਹੀ ਨੇ, ਰੂਹ ਰੀਤੀਆਂ ਸਾਡੀਆਂ ਇਕੱਠੀਆਂ ਹੀ ਨਾ, ਕਰਤੇ ਅਸੀਂ ਉਹੀ ਰਹੇ ਨਾ, ਵਿਆਹ ਤੇ ਮੰਦਿਰ ਹੀ ਹੁੰਦਾ ਨਾ, ਵੀ ਇੰਨਾ ਵੱਡਾ ਜਿਗਰ ਤੁਸੀਂ ਵੀ ਕਰ ਲਓ ਨਾ। ਠੀਕ ਹੈ ਜੀ, ਅੱਗੇ ਚਲਾਈਏ ਜੀ। ਬਿਲਕੁਲ, ਬੜੇ ਸੋਹਣੇ 3-4 ਨੁਕਤੇ ਤੁਸੀਂ ਬਹੁਤ ਸੋਹਣੇ ਇਹਦੇ ਚ ਚੁੱਕੇ ਹੈਗੇ ਜੀ ਆ। ਕਿਉਂਕਿ ਮਾਲਕ ਵਾਂਗੂ ਸੋਚਣਾ ਕਿਸੇ ਨੂੰ ਵੀ ਨਹੀਂ ਆਉਂਦਾ। ਅੱਛਾ, ਤੇ ਜੇ ਮਿਸ਼ਨਰੀ ਕਾਲਜ ਵਾਲੇ ਕਹਿ ਦਿੰਦੇ ਵੀ ਇਹ ਢੱਡਰੀਆਂ ਵਾਲਾ ਜਿਹੜਾ ਗੱਲ ਕਰਦਾ ਨਾ, ਇਹ ਅਸੀਂ 20 ਸਾਲ ਪਹਿਲਾਂ ਕੀਤੀਆਂ, ਬੜਾ ਵਧੀਆ, ਸ਼ਾਬਾਸ਼, ਦੱਬੀ ਚੱਲੋ ਕੰਮ, ਤੇ ਲੋਕਾਂ ਦੇ ਦਿਮਾਗ 'ਚ ਪਤਾ ਕੀ ਆਉਣਾ ਸੀ ਵੀ ਇਹ ਨਵਾਂ ਆਇਆ ਤੇ ਬਾਬਾ ਬੋਰਡ ਕੌਣ ਨੇ ਉਹ, ਤੇ ਆਟੋਮੈਟਿਕ ਸਾਰਾ ਕ੍ਰੈਡਿਟ ਕਿਹਨੂੰ ਜਾਣਾ ਸੀ? ਮਿਸ਼ਨਰੀਆਂ ਨੂੰ। ਪਰ ਉਹ ਵਿਰੋਧ ਕਰ ਰਹੇ ਨੇ, ਇਹ ਬੰਦਾ ਚੰਗਾ ਨਹੀਂ, ਇਹ ਗਲਤ ਹੈ, ਇਹ ਲੋਕਾਂ ਨੂੰ ਗਲਤ ਪਾਸੇ ਤੋੜ ਦੂ। ਆਪ ਹੀ ਵਿਖਾਤਾ ਵੀ ਇਹ ਸਾਡੀ ਲਹਿਰ ਦਾ ਨਹੀਂ। ਹੁਣ ਮੈਂ ਤਾਂ ਹਰਦੇਵ ਸਿੰਘ ਜੀ ਨਾ ਕੋਈ ਨਾ ਮੈਂ ਸੁਣਾ ਜੀ ਮਿਸ਼ਨਰੀਆਂ ਨੂੰ ਬਹੁਤਾ, ਕਦੇ ਕਦਾਈ ਧੁੰਦੇ ਦੀ ਆ ਜਾਂਦੀ ਹੈ, ਉਹ ਸੁਣ ਲਈਦੀ ਹੈ, ਅਦਰਵਾਈਜ਼ ਮੈਂ ਕਿਸੇ ਨੂੰ ਨਹੀਂ ਸੁਣਿਆ ਜੀ ਇਹਦਾ। ਮੈਂ ਤੁਹਾਨੂੰ ਇਹ ਸਟੇਟਮੈਂਟ ਦੀ ਸੱਚਾਈ ਦੱਸਣਾ ਵੀਰ ਜੀ। ਹਾਂਜੀ, ਦੇਖੋ, ਕੁਝ ਮਿਸ਼ਨਰੀਆਂ ਨੇ ਜ਼ਰੂਰ ਇਹ ਕਿਹਾ ਹੋਣਾ ਕਿ ਬਈ ਕੁਝ ਗੱਲਾਂ ਤੇ ਇਹ ਉਹੀ ਕਰ ਰਹੇ ਜੋ ਅਸੀਂ ਕਰ ਰਹੇ ਹਾਂ। ਠੀਕ ਹੈ ਜੀ। ਲੇਕਿਨ ਜਿੱਥੋਂ ਤੱਕ ਇਹਨਾਂ ਨੇ ਇੱਕ ਕਾਲਜ ਦਾ ਸਪੈਸੀਫਿਕ ਨਾਂ ਲਿਆ, ਚੌਥਾ ਕਲਾ ਕਾਲਜ, ਉਹਨਾਂ ਦੇ ਇੱਕ ਪ੍ਰਿੰਸੀਪਲ ਸਾਹਿਬ ਨੇ, ਕਿ ਜਾਂ ਉਹਨਾਂ ਦੇ ਕੋਈ ਸੰਪਾਦਕ ਨੇ ਕਿਸੇ ਮੈਗਜ਼ੀਨ ਦੇ, ਉਹਨਾਂ ਦੀ ਕਾਲ ਉਹਨਾਂ ਨੇ ਰੇਡੀਓ ਤੇ ਕਾਲ ਕੀਤੀ ਸੀਗੀ, ਔਰ ਉਹਨਾਂ ਨੇ ਗੁਰਬਾਣੀ ਦੇ ਸਿਰਫ ਅਰਥ ਪੁੱਛੇ ਸੀ, ਤੇ ਉਹ ਅਰਥ ਉਹਨਾਂ ਨੇ ਦੱਸਣ ਤੋਂ ਇਨਕਾਰ ਕੀਤਾ। ਉਹ ਪੁੱਛਦੇ ਰਹੇ ਲੇਕਿਨ ਉਹਨਾਂ ਨੂੰ ਅਰਥ ਨਹੀਂ ਦੱਸੇ ਗਏ। ਉਹਨਾਂ ਨੇ ਮਿਸ਼ਨਰੀ ਕਾਲਜਾਂ ਨੇ ਵੀ ਇਸ ਗੱਲ ਦੇ ਉੱਪਰ ਇਹਨਾਂ ਨਾਲ ਸਹਿਮਤੀ ਨਹੀਂ ਜਤਾਈ ਕਿ ਬਈ ਇਹ ਜੋ ਕੁਦਰਤ ਔਰ ਕਾਦਰ ਦੇ ਬਾਰੇ ਜੋ ਬਿਆਨ ਦੇ ਰਹੇ ਨੇ ਉਹ ਠੀਕ ਦੇ ਰਹੇ। ਉਹਨਾਂ ਨੇ ਆਪਣਾ ਡਿਫਰੈਂਸ ਦੱਸਿਆ, ਤੇ ਉਹ ਕਿੱਥੇ ਕਹਿ ਰਹੇ ਨੇ ਕਿ ਇਹੀ ਗੱਲ ਅਸੀਂ ਕਹੀ ਸੀ? ਜਿਹੜੇ ਉਹਨਾਂ ਨੇ ਡਿਫਰੈਂਸਿਸ ਦੱਸੇ ਨਾ, ਅਗਰ ਤੁਹਾਡੇ ਉਹਨਾਂ ਨਾਲ ਮਤਭੇਦ ਨੇ, ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਸਾਨੂੰ ਤੇ ਦਿੱਤਾ ਹੀ ਸਭ ਕੁਝ ਗਲਤ ਗਿਆ, ਤੇ ਤੁਸੀਂ ਇੱਕ ਬੰਦੇ ਨੂੰ ਬਲੇਮ ਹੀ ਕਰ ਰਹੇ ਹੋ ਸਾਰੇ ਗਰੁੱਪਸ ਨੂੰ, ਔਰ ਸਾਰੇ ਗਰੁੱਪ ਨੂੰ ਨਹੀਂ ਬਲਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਤੁਸੀਂ ਪੂਰੀ ਕੌਮ ਨੂੰ ਬਲੇਮ ਕਰ ਰਹੇ ਹੋ ਕਿ ਸਾਨੂੰ ਇਹ ਸਾਰੇ ਦਾ ਸਾਰਾ ਢਾਂਚਾ ਹੀ ਗਲਤ ਦਿੱਤਾ ਗਿਆ। ਜਦ ਆਲੋਚਨਾ ਦੀ ਤੁਸੀਂ ਇੰਨੀ ਵੱਡੀ ਹੱਦ ਕਹਿਤੀ ਜਿਹਦੇ ਵਿੱਚ ਸਭ ਕੁਝ ਆ ਰਿਹਾ ਚਤੁਰਾਈ ਦੇ ਨਾਲ, ਤੁਸੀਂ ਸਭ ਕੁਝ ਉਹ ਗੱਲਾਂ ਵਿੱਚ ਕਹਿ ਰਹੇ ਹੋ ਜਿਹੜੀਆਂ ਹੋਰ ABC ਟੀਮਾਂ ਕਹਿ ਰਹੀਆਂ, ਸਾਰਾ ਢਾਂਚਾ ਹੀ ਗਲਤ ਹੈ। ਤੇ ਫਿਰ ਅਗਰ ਉਹਦੇ ਪਰ ਤੁਹਾਡੀ ਕੋਈ ਆਲੋਚਨਾ ਕਰੇਗਾ, ਔਰ ਫਿਰ ਉਹ ਆਲੋਚਨਾ ਸੁਣਨ ਤੋਂ ਬਾਅਦ ਤੁਸੀਂ ਬਿੰਦਰਾ ਤੇ ਮਹੇਸ਼ਵਰੀ ਦੀ ਐਗਜ਼ਾਮਪਲ ਦਿਓਗੇ, ਤੇ ਤੁਹਾਨੂੰ ਬਿਲਕੁਲ ਹਾਨੈਸਟੀ ਨਾਲ ਸੋਚਣਾ ਚਾਹੀਦਾ ਹੈ ਕਿ ਬਈ ਬਿੰਦਰਾ ਦਾ ਸਬਜੈਕਟ ਮੈਟਰ ਕੀ ਹੈ, ਆਪਣੇ ਉਹਦਾ ਜਿਹੜਾ ਸੰਦੀਪ ਮਹੇਸ਼ਵਰੀ ਉਹਦਾ ਸਬਜੈਕਟ ਮੈਟਰ ਕੀ ਆ, ਮੁਰਾਰੀ ਬਾਪੂ ਦਾ ਸਬਜੈਕਟ ਮੈਟਰ ਕੀ ਆ, ਔਰ ਉਹ ਦੋਵੇਂ ਇੱਕ ਦੂਜੇ ਨੂੰ ਕਿਸ ਤਰ੍ਹਾਂ ਡੀਲ ਕਰਦੇ ਨੇ। ਉਹ ਇੱਕ ਦੂਜੇ ਨੂੰ ਇਸ ਤਰ੍ਹਾਂ ਡੀਲ ਨਹੀਂ ਕਰਦੇ ਜੋ ਤਮਾਸ਼ਾ ਤੁਸੀਂ ਸੰਸਾਰ ਦੇ ਅੱਗੇ ਖੜਾ ਕੀਤੇ ਦਾ। ਬਿਲਕੁਲ ਜੀ, ਬਿਲਕੁਲ। ਕਿ ਕਦੇ ਕਕਾਰ ਨੂੰ ਗਾਤਰੇ ਨੂੰ ਹੱਥ ਪਾ ਕੇ ਕਹਿਣਾ ਵੀ ਆਹ ਸਿੱਖੀ ਹੈ, ਕਦੇ ਆਪਣੀ ਦਾੜੀ ਦੇ ਵਾਲ ਨੂੰ ਹੱਥ ਪਾ ਕੇ ਕਹਿਣਾ ਵੀ ਆਹ ਦਾੜੀ ਹੈ, ਆਹ ਸਿੱਖੀ ਹੁੰਦੀ ਹੈ। ਬਈ ਬਿੰਦਰਾ ਇਹ ਕੰਮ ਕਰਦਾ ਉੱਥੇ ਜਾ ਕੇ, ਬਿੰਦਰਾ ਕਿਸੇ ਦੀ ਬੋਦੀ ਨੂੰ ਪਕੜ ਕੇ ਕਹਿੰਦਾ ਵੀ ਇਹ ਹਿੰਦੂਇਜ਼ਮ ਹੈ। ਬਿਲਕੁਲ। ਜਾਂ ਤਾਂ ਦਿਖਾ ਦਿਓ ਬਿੰਦਰਾ ਨੇ ਕਿਸੇ ਲੈਕਚਰ 'ਚ ਗੱਲ ਕਹੀ ਹੋਏ, ਤੇ ਫਿਰ ਅਸੀਂ ਮੰਨ ਲਈਏ।
ਚਲੋ ਅੱਗੇ ਚਲਾਈਏ ਜੀ। ਅੱਗੇ ਚਲਾਓ। ਵਿਰੋਧ ਕਰਾ ਲਿਆ ਤੇ ਜਿੰਨੇ ਬੰਦੇ ਵੀ ਆਉਣ ਵਾਲੇ ਸਮੇਂ ਚ ਆਉਣਗੇ, ਸਮਝ ਜਿਹੜੀ ਹੈ ਨਾ, ਜਿਹੜਾ ਬੰਦਾ ਦਿਮਾਗੀ ਹੁੰਦਾ ਹੈ, ਉਹ ਬੈਠਾ ਪਿੱਛੇ ਹੀ ਸ਼ਾਬਾਸ਼, ਵਾਹ ਬਈ ਵਾਹ, ਆਹ ਕੰਮ ਤਾਂ ਵਧੀਆ ਕਰਤਾ, ਬਹੁਤ ਸੋਹਣਾ, ਮੇਰੇ ਤੋਂ ਨਹੀਂ ਹੋਇਆ ਯਾਰ, ਆ ਤੂੰ ਬੜਾ ਵਧੀਆ ਕਰਤਾ, ਸ਼ਾਬਾਸ਼, ਅਸੀਂ ਤੇ ਆਪ ਹੀ ਸੋਚਦੇ ਵੀ ਇਦਾਂ ਹੀ ਹੈ। ਅਗਲਾ ਕਹਿੰਦਾ ਅੱਛਾ ਤੁਸੀਂ ਵੀ ਇਦਾਂ ਸੋਚਦੇ ਹੋ? ਹਾਂ ਹਾਂ, ਅਸੀਂ ਤੇ 20 ਸਾਲ ਤੋਂ ਸੋਚਦੇ ਹਾਂ, ਸਾਨੂੰ ਤੇ ਪੁਰਾਣੇ ਆ। ਤੇ ਸਾਰਾ ਕ੍ਰੈਡਿਟ ਕਿਹਨਾਂ ਨੂੰ ਮਿਲਣਾ ਸੀ? ਇਹਨਾਂ। ਪਰ ਜਿਹੜੀ ਲੰਮੀ ਸੋਚਣੀ ਹੈ, ਹਾਲਾਤਾਂ ਨੂੰ ਬਚਣਾ ਹੈ, ਇਹ ਹਰੇਕ ਦੇ ਵੱਸ ਦੀ ਰੋਗ ਨਹੀਂ ਗੱਲ ਨਹੀਂ। ਹਰ ਕੋਈ ਨਹੀਂ ਸੋਚ ਸਕਦਾ ਵੀ ਜੱਜਮੈਂਟ ਹੈ ਨਾ, ਜੱਜਮੈਂਟ, ਡਰਾਈਵਰ ਜੱਜਮੈਂਟ ਕਰਕੇ ਬੰਦਾ ਡਰਾਈਵਰ ਬਣਦਾ। ਡਰਾਈਵਰੀ ਦੀ ਗੱਲ ਹੀ ਜੱਜਮੈਂਟ। ਜਿਹਨੂੰ ਨਾ ਵੇਖਿਓ, ਗੱਡੀ ਆ ਰਹੀ ਹੈ, 3 ਚੀਜ਼ਾਂ ਵੇਖਣੀਆਂ ਪੈਂਦੀਆਂ। ਗੱਡੀ, ਸਪੀਡ ਕਿੰਨੀ ਹੈ, ਗੱਡੀ ਦਾ ਆਕਾਰ ਕਿੱਡਾ ਵੱਡਾ ਹੈ, ਤੇ ਮੇਰੇ ਤੋਂ ਦੂਰੀ ਕਿੰਨੀ ਹੈ। ਇਹ ਹੈ ਜਦੋਂ ਮੋੜ ਕੱਟਣਾ ਹੈ, ਜਦੋਂ ਨਾ ਗੱਡੀ ਕਿਸੇ ਦੂਜੀ ਨੂੰ ਕ੍ਰਾਸ ਕਰਨਾ ਹੈ, ਤੇ ਅੱਗੇ ਗੱਡੀ ਆ ਰਹੀ, ਗੱਡੀ ਕਿੱਡੀ ਵੱਡੀ ਹੈ, ਇੱਕ ਉਹਦੀ ਸਪੀਡ ਕਿੰਨੀ ਹੈ, ਇੱਕ ਮੇਰੇ ਤੋਂ ਦੂਰੀ ਕਿੰਨੀ ਹੈ। ਇਹ 3 ਚੀਜ਼ਾਂ ਇਕੱਠੀਆਂ ਵੇਖਣੀਆਂ ਪੈਂਦੀਆਂ, ਫਿਰ ਗੱਡੀ ਕ੍ਰਾਸ ਹੁੰਦੀ ਹੈ। ਨਾ ਜਿਹੜੀ ਸਾਹਮਣੇ ਗੱਡੀ ਆ ਰਹੀ ਹੈ ਉਹ ਵੀ ਤਾਂ ਦੇਖਣੀ ਪਊਗੀ ਜੀ, ਵੀ ਉਹ ਕਿੰਨੀ ਕੁ ਦੂਰ ਆ। ਇਹਨੇ ਆਪਣੇ ਤੋਂ ਮੂਹਰੇ ਵਾਲੀ ਗੱਡੀ ਦੱਸਤੀ ਵੀ ਉਹਦੀ ਸਪੀਡ ਕਿੰਨੀ ਆ। ਇਹ ਦੇਖੋ, ਜਿਹੜਾ ਵੀ ਬੰਦਾ ਗੱਡੀ ਚਲਾਉਂਦਾ ਨਾ, ਸਾਰਿਆਂ ਨੂੰ ਪਤਾ, ਇਹ ਸਭ ਨੂੰ ਪਤਾ, ਇਹ ਸਭ ਨੂੰ ਪਤਾ। ਹਾਂਜੀ, ਐ ਵੀ ਜਦੋਂ ਮੈਂ ਕ੍ਰਾਸ ਕਰਨੀ ਆ ਅਗਰ ਮੂਹਰੇ ਵਾਲੀ ਗੱਡੀ, ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ। ਗੱਲੇ ਮੁਕਾਤੀ ਜੀ ਤੁਸੀਂ। ਜੇ ਸਾਰਿਆਂ ਨੂੰ ਪਤਾ ਹੋਇਆ ਤੇ ਗੱਡੀਆਂ ਚੱਲਣ ਕਿਸ ਤਰ੍ਹਾਂ। ਹਾਂਜੀ ਹਾਂ ਯਾਰ, ਇਹ ਸਾਰਿਆਂ ਨੂੰ ਪਤਾ ਹੈ ਬਿਲਕੁਲ। ਇਹ ਗੱਲ ਕੋਈ ਉਹ ਵਜ਼ਨਦਾਰ ਗੱਲ ਨਹੀਂ ਹੈ, ਸਭ ਨੂੰ ਪਤਾ। ਐਗਜ਼ਾਮਪਲ ਦਿੱਤੀ ਉਹਨਾਂ ਨੇ, ਇਹ ਪਤਾ ਸਭ ਨੂੰ ਹੈ। ਪਤਾ, ਹਾਂ, ਸਭ ਨੂੰ। ਕਈ ਬੈਠੇ ਸੋਚਦੇ ਹੋਣੇ ਨੇ ਕਿ ਭਾਈ ਸਾਹਿਬ ਨੇ ਕਈ ਟਰੱਕ ਚਲਾਉਂਦੇ ਸੋਚਦੇ ਹੋਣੇ ਨੇ ਕਿ ਭਾਈ ਸਾਹਿਬ ਨੇ ਕਿੰਨੀ ਸੋਹਣੀ ਗੱਲ ਕੀਤੀ ਹੈ। ਦਵਿੰਦਰ ਸਿੰਘ ਕਾਲਾ ਟਰੱਕ ਕਿਸ ਨਹੀਂ ਚਲਾ ਰਹੇ ਆ। ਦਵਿੰਦਰ ਸਿੰਘ ਕਾਲਾ ਸੋਚਦਾ ਹੋਣਾ ਵੀ ਭਾਈ ਸਾਹਿਬ ਨੇ ਕਮਾਲ ਕਰਤੀ, ਤੇ ਐ ਨਹੀਂ ਪਤਾ ਕਾਲਾ ਦਿਨ ਦੇ ਵਿੱਚ ਕਿੰਨੀ ਵਾਰੀ ਆਪਣੀ ਬੱਸ ਨੂੰ ਆਪਣੇ ਸਾਹਮਣੇ ਜਿਹੜਾ ਵੀ ਅੱਗੇ ਵਹੀਕਲ ਚੱਲ ਰਿਹਾ ਕਿੰਨੀ ਵਾਰੀ ਓਵਰਟੇਕ ਕਰਦਾ ਹੋਣਾ। ਇਹ ਸਾਰੇ ਫੈਕਟਰ ਵਿੱਚ ਯਾਨੀ ਸੋਚ ਕੇ। ਹਾਂ, ਗੱਡੀ ਚਲਾਉਂਦਾ ਤੇ ਬੰਦਾ ਚਲਾਉਂਦਾ ਹੀ ਜਜਮੈਂਟ ਨਾਲ, ਉਹ ਤੇ ਚਲਾ ਹੀ ਤਾਂ ਹੀ ਨਹੀਂ ਸਕਦਾ ਜੇ ਉਹਨੂੰ ਜਜਮੈਂਟ ਹੋਏ। ਤੁਸੀਂ ਤੇ ਗੱਲੇ ਮੁਕਾਤੀ। ਹਰ ਚੀਜ਼ ਦੇ ਵਿੱਚ ਚਾਹੀਦੀ ਹੁੰਦੀ ਹੈ। ਭਾਈ ਸਾਹਿਬ ਨੂੰ ਇਹੀ ਗੱਡੀ ਵਾਲੀ ਜਜਮੈਂਟ ਜਿਹੜੀ ਹੈ ਨਾ, ਇਹ ਗੱਡੀ ਵਾਲੀ ਐਗਜ਼ਾਮਪਲ ਬਾਈ ਬੇਸਿਕਲੀ ਅਗਰ ਬੜੀ ਵੈਲਿਊਏਬਲ ਐਗਜ਼ਾਮਪਲ ਬਣ ਸਕਦੀ ਹੈ ਅਗਰ ਭਾਈ ਸਾਹਿਬ ਇसी ਚੀਜ਼ ਨੂੰ ਹਿੰਦੂ ਅੰਨਾ ਤੁਰਕੋ ਕਾਣਾ ਦੇ ਉੱਪਰ ਲਗਾਉਂਦੇ। ਹਾਂ ਯਾਰ, ਕਿ ਉਸ ਪੰਕਤੀ ਨੂੰ ਜੱਜ ਕਰਦੇ ਇੱਕ ਉਸੇ ਐਗਜ਼ਾਮਪਲ ਦੇ ਨਾਲ, ਜਿਸ ਐਗਜ਼ਾਮਪਲ ਨਾਲ ਇਹਨਾਂ ਨੇ ਇਹ ਗੱਡੀ ਵਾਲੀ ਗੱਲ ਸਮਝਾਈ ਹੈ। ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਬਿਲਕੁਲ। ਉਹਦੀ ਪਿਛਲੀ ਲਾਈਨ ਕੀ ਹੈ, ਉਹਦੀ ਅਗਲੀ ਲਾਈਨ ਕੀ ਹੈ, ਔਰ ਗੁਰੂ ਸਾਹਿਬ ਦਾ ਆਸ਼ੇ ਕੀ ਹੈ। ਉਹ ਤਾਂ ਭਾਈ ਸਾਹਿਬ ਸਹੀ ਟਰੈਕ ਤੇ ਬਾਣੀ ਦੇ ਅਰਥ ਕਰਦੇ। ਚਲੋ, ਇਹ ਜਿਹੜੀ ਐਗਜ਼ਾਮਪਲ ਭਾਈ ਸਾਹਿਬ ਜਿਸ ਤਰ੍ਹਾਂ ਟਿਕਾਣਾ ਚਾਹ ਰਹੇ ਨਾ, ਉਹ ਇਹਨਾਂ ਨੇ ਹਿੰਦੂ ਅੰਨਾ ਤੁਰਕੋ ਕਾਣਾ ਦੇ ਮਸਲੇ ਵਿੱਚ ਤਿਆਗ ਦਿੱਤੀ ਹੈ। ਉੱਥੇ ਤਾਂ ਗਲਤ ਕਰਤੀ ਜੀ ਇੰਟਰਪ੍ਰੀਟੇਸ਼ਨ ਸਾਰੀ। ਤੇ ਉਹ ਫਿਰ ਉਹਦੇ ਅਰਥ ਤੇ ਫਿਰ ਜਾ ਕੇ ਠਾਹ ਹੋਣੇ ਨਾ, ਉਹ ਗਲਤ ਸਿੱਧ ਹੋਣੇ ਨੇ। ਹਿੰਦੂ ਤੇ ਮੁਸਲਮਾਨ ਸੋਚਣ ਤੇ ਮਜਬੂਰ ਹੋਣਗੇ ਜਿਨ੍ਹਾਂ ਨੇ ਸਿਰਫ ਭਾਈ ਸਾਹਿਬ ਨੂੰ ਸੁਣਿਆ ਹੈ। ਹਾਂ, ਵੀ ਇਹ ਕੀ ਲਿਖਿਆ ਹੋਇਆ ਸਿੱਖੀਜ਼ਮ ਦੇ ਵਿੱਚ, ਇਹਨਾਂ ਦੇ ਗ੍ਰੰਥ 'ਚ ਕੀ ਲਿਖਿਆ ਹੋਇਆ ਸਾਡੇ ਬਾਰੇ। ਇਹ ਗੁਰੂ ਗ੍ਰੰਥ ਸਾਹਿਬ ਦਾ ਨਾ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਬਾਰੇ 2 ਐਗਜ਼ਾਮਪਲਾਂ ਮੈਂ ਤੁਹਾਨੂੰ ਦੇ ਦਿੱਤੀਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਸਤੇ ਇੱਕ ਅਟੈਂਪਟ ਹਿੰਦੂਆਂ ਵੱਲੋਂ ਹੋਈ, ਇੱਕ ਅਟੈਂਪਟ ਮੁਸਲਮਾਨਾਂ ਵੱਲੋਂ ਹੋਈ ਗਲਤ ਇੰਪ੍ਰੈਸ਼ਨ ਕਾਸਟ ਕਰਨ ਦਾ। ਸ਼ਿਕਾਇਤ ਕਿੱਥੇ ਹੋਈ? ਉਹ ਬਾਦਸ਼ਾਹ ਕੋਲੋਂ ਨਹੀਂ। ਉਹ ਜਾਣਕਾਰੀ ਬਹੁਤ ਮੇਰੇ ਵਾਸਤੇ ਨਵੀਂ ਜਾਣਕਾਰੀ ਸੀ ਜੀ, ਜਿਹੜੀ ਤੁਸੀਂ ਪਹਿਲਾਂ ਦਿੱਤੀ, ਔਰ ਬੜੀ ਇੰਪੋਰਟੈਂਟ ਜਾਣਕਾਰੀ ਹੈ ਜੀ। ਉਹ ਇਹ ਢੱਡਰੀਆਂ ਤੱਕ ਪਹੁੰਚੂਗੀ ਇਹ ਜਾਣਕਾਰੀ ਵੀ ਤੂੰ ਗਲਤ। ਸ਼ਿਕਾਇਤ ਦਾ ਮੋਟਿਵ ਪਤਾ ਕੀ ਸੀ? ਹਾਂਜੀ, ਕਿ ਸ਼ਿਕਾਇਤ ਦਾ ਮੋਟਿਵ ਸੀ ਕਿ ਗੁਰਬਾਣੀ ਦੀ ਵਰਤੋਂ ਰੋਕੀ ਜਾਵੇ। ਓਕੇ, ਕਿਸੇ ਢੰਗ ਨਾਲ ਇਹ ਐਫਰਟ ਜਿਹੜਾ ਨਾ ਗੁਰਬਾਣੀ ਦੀ ਪੋਜੀਸ਼ਨ ਇਹਨੂੰ ਰੋਕਿਆ ਜਾਏ। ਤੇ ਇੱਥੇ ਵੀ ਤਾਂ ਹੋ ਸਕਦਾ ਸਾਰਿਆਂ ਦਾ ਭੇਖ ਖੋਲਦੀ ਹੈ, ਢੱਡਰੀਆਂ ਵਾਲੇ ਦਾ ਵੀ ਤਾਂ ਇਹੀ ਹੋ ਸਕਦਾ ਵੀ ਮੋਟਿਵ ਇਹੀ ਹੋਵੇ ਜੀ। ਜਿਨ੍ਹਾਂ ਦਾ ਮੋਟਿਵ ਉਹਨਾਂ ਦਾ ਤੇ ਕੀ ਹੋਣਾ ਕੀ ਨਹੀਂ, ਪਰ ਜਿਹੜਾ ਇਹ ਕਹਿੰਦੇ ਨੇ, ਅਗਰ ਇਸ ਗੱਲ ਦਾ ਤਾਲੁਕ ਅਸੀਂ ਇਸ ਗੱਲ ਨਾਲ ਲਈਏ ਕਿ ਸਾਰਾ ਢਾਂਚਾ ਹੀ ਗਲਤ ਹੈ, ਕਿ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਡੇ ਸਿਰ ਮੜਿਆ ਗਿਆ ਤੇ ਗੁਰਦੁਆਰੇ 'ਚ ਹੋਣਾ ਹੀ ਨਹੀਂ ਚਾਹੀਦਾ। ਹਾਂਜੀ, ਇਹੋ ਜਿਹੀਆਂ ਗੱਲਾਂ ਕਰਨ ਦਾ ਮਤਲਬ ਇਹੀ ਹੈ ਨਾ। ਬਿਲਕੁਲ, ਬੰਦੇ ਤੇ ਇਹ ਕਹਿ ਰਹੇ ਨੇ ਨਾ, ਅੰਦਰਖਾਨੇ ਦੇ ਚੱਲ ਰਹੀ ਹੈ ਨਾ ਇਹਨਾਂ ਦਾ ਸਿਲਸਿਲਾ। ਅੰਦਰਖਾਨੇ ਕੀ ਹੁਣ ਤੇ ਸਾਰੇ ਕਈ ਨੈਟ ਤੇ ਵੀ ਗੱਲਾਂ ਕਰਦੇ, ਤੁਹਾਨੂੰ ਲੱਭ ਜਾਣਗੇ ਕਿ ਬੇਸਿਕਲੀ ਇਹ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਘਰ ਮੜਿਆ ਗਿਆ। ਇਹ ਤੇ ਹੋਣਾ ਹੀ ਨਹੀਂ ਚਾਹੀਦਾ ਗੁਰਦੁਆਰੇ ਦੇ ਵਿੱਚ। ਇਹ ਢਾਂਚਾ ਹੀ ਗਲਤ ਦੇ ਦਿੱਤਾ ਗਿਆ ਸਾਨੂੰ।
ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ, ਇਹ ਗੁਰਬਾਣੀ ਨੂੰ ਦੇਖੋ, ਅਸੀਂ ਸਮਝਨੇ ਆ, ਅਸੀਂ ਬਾਣੀ ਦਾ ਸਤਿਕਾਰ ਕਰਨੇ ਆ, ਲੇਕਿਨ ਇਹਦਾ ਸਤਿਕਾਰ ਦਾ ਮਤਲਬ ਇਹ ਨਹੀਂ ਹੈ ਕਿ ਗੁਰਬਾਣੀ ਬਾਰੇ ਅਸੀਂ ਲੋਕਾਂ ਦੇ ਵਿੱਚ ਗੁਰਬਾਣੀ ਦਾ ਇੰਪ੍ਰੈਸ਼ਨ ਗਲਤ ਕਾਸਟ ਕਰੀਏ, ਗਲਤ ਕੰਟੈਕਸਟ ਵਿੱਚ। ਸੋ ਗੁਰਬਾਣੀ ਵੇਲੇ ਵੀ ਘੱਟੋ ਘੱਟ ਡਰਾਈਵਰ ਜੀ ਨਹੀਂ ਸਮਝ ਤੇ ਰੱਖਣੀ ਚਾਹੀਦੀ ਹੈ ਜਾਂ ਵੀ ਕਿੱਦਾਂ ਓਵਰਟੇਕ ਕਰਨੀ ਹੈ, ਕਿ ਕਿੱਧਰੋਂ ਓਵਰਟੇਕ ਕਰਨੀ ਹੈ, ਪਿੱਛੇ ਕੀ ਗੱਡੀ ਕੋਈ ਆ ਰਹੀ ਹੈ ਕਿ ਨਹੀਂ ਆ ਰਹੀ, ਮੈਂ ਰੋਡ ਦੇ ਸੈਂਟਰ 'ਚ ਆ ਕਿ ਕਿੱਥੇ ਆ, ਮੈਂ ਕਿਹੜੀ ਲੇਨ ਦੇ ਵਿੱਚ ਆ, ਇਹਦੇ ਵਿੱਚ ਸਪੀਡ ਦਾ ਕੀ ਦਿੱਤਾ ਉੱਥੇ ਆਪਣਾ ਇੰਡੀਕੇਸ਼ਨ ਕੀ ਦਿੱਤੀ ਦੀ ਹੈ, ਮੇਰਾ ਮੀਟਰ ਕੀ ਕਹਿ ਰਿਹਾ, ਬਹੁਤ ਸਾਰੀਆਂ ਗੱਲਾਂ ਡਰਾਈਵਰ ਦੇ ਕੇ ਚੱਲਦਾ ਤੇ ਫਿਰ ਉਹ ਗੱਡੀ ਸਹੀ ਚਲਾਉਂਦਾ। ਤੇ ਡਰਾਈਵਰ ਕੋਲ ਇੱਕ ਘੱਟੋ ਘੱਟ ਪ੍ਰਚਾਰਕ ਨੂੰ ਤੇ ਗੱਲ ਸਿੱਖਣੀ ਚਾਹੀਦੀ ਹੈ ਨਾ ਕਿ ਮੈਂ ਬਾਣੀ ਦੀ ਅਰਥ ਕਿਸ ਤਰ੍ਹਾਂ ਕਰਾਂ। ਹਾਂ ਯਾਰ ਚਲੋ ਡਰਾਈਵਰ ਪ੍ਰਚਾਰਕ ਕੋਲ ਨਹੀਂ ਸਿੱਖ ਪਾਉਂਦਾ ਤੇ ਚਲੋ ਪ੍ਰਚਾਰਕ ਡਰਾਈਵਰ ਕੋਲ ਹੀ ਸਿੱਖ ਲਵੇ। ਬਿਲਕੁਲ, ਵੀ ਓਵਰਟੇਕ ਤਾਂ ਡਰਾਈਵਰ ਨੂੰ ਚੰਗੀ ਤਰ੍ਹਾਂ ਪਤਾ। ਬੜੇ ਫੈਕਟਰ ਨੇ ਜੀ। ਇੱਕ ਫੈਕਟਰ ਇਹ ਵੀ ਹੈਗਾ ਵੀ ਅੱਗੇ ਜਿਹੜਾ ਵਿਜ਼ਿਬਿਲਿਟੀ ਹੈ, ਹੋ ਸਕਦਾ ਅੱਗੇ ਕਰਵ ਹੋਵੇ ਜੀ, ਕਰਵ ਹੋਵੇ ਤੇ ਤੁਹਾਨੂੰ ਸਾਹਮਣੇ ਵਾਲਾ ਵਹੀਕਲ ਦਿਸਣਾ ਹੀ ਨਹੀਂਗਾ ਆਉਂਦਾ, ਤੇ ਤੁਸੀਂ ਉਸ ਵੇਲੇ ਤੱਕ ਵੇਟ ਕਰਦੇ ਹੋ ਜਦੋਂ ਤੱਕ ਸਾਹਮਣੇ ਵਿਊ ਕਲੀਅਰ ਨਹੀਂ ਹੋ ਜਾਂਦਾ। ਵਿਊ ਕਲੀਅਰ ਨਹੀਂ ਹੋ ਜਾਂਦਾ, ਫਿਰ ਸ਼ੀਸ਼ੇ ਲੱਗੇ ਨਾ ਅੱਗੇ ਪਿੱਛੇ, ਬਿਲਕੁਲ ਉੱਥੋਂ ਦੇਖਣਾ ਕਿ ਲੈਫਟ ਤੇ ਕੀ ਹੈ, ਰਾਈਟ ਤੇ ਕੀ ਹੈ, ਮੈਂ ਕਿਹੜੀ ਲੇਨ ਵਿੱਚ ਆ, ਔਰ ਸਾਈਨ ਬੋਰਡ ਕੀ ਕਹਿ ਰਹੇ ਨਾ, ਸਾਹਮਣੇ ਗੱਡੀ ਕਿਹੜੀ ਆ ਰਹੀ ਹੈ, ਪਿੱਛੋਂ ਗੱਡੀ ਕਿਹੜੀ ਆ ਰਹੀ ਹੈ, ਇਹ ਸਾਰਾ ਕੁਝ ਡਰਾਈਵਰ ਨੇ ਦੇਖਣਾ ਹੁੰਦਾ। ਤੇ ਚਲੋ ਜਿਹੜੀ ਅਗਰ ਡਰਾਈਵਰ ਦੀ ਐਗਜ਼ਾਮਪਲ ਨੂੰ ਅਸੀਂ ਬੜੀ ਬਿਹਤਰੀਨ ਐਗਜ਼ਾਮਪਲ ਮੰਨ ਲਈਏ ਕਿ ਬੜੀ ਅੱਛੀ ਤੇ ਜਜਮੈਂਟ ਦੀ ਐਗਜ਼ਾਮਪਲ ਹੈ, ਤੇ ਇਹ ਜਜਮੈਂਟ ਦੀ ਐਗਜ਼ਾਮਪਲ ਗੁਰਬਾਣੀ ਦੀ ਪੰਕਤੀਆਂ ਪੜ੍ਹਨ ਵੇਲੇ ਤੇ ਪ੍ਰਚਾਰਕ ਨੂੰ ਆਪ ਕਰਨੀ ਚਾਹੀਦੀ। ਚਲੋ ਜੀ ਆਪਾਂ ਅੱਗੇ ਚੱਲੀਏ ਜੀ। ਚਲੋ ਚਲਾਓਗੇ ਐ ਅੱਗੇ ਲੰਘਦੀ ਹੈ। ਅੱਛਾ, ਹੁਣ ਜੇ ਅੱਗੇ ਆ ਰਹੀ ਹੈ ਟਰੱਕ, ਆ ਰਿਹਾ ਟਰੱਕ ਪਰ ਦੂਰ ਬਹੁਤ ਹੈ, ਕੋਈ ਗੱਲ ਨਹੀਂ, ਗੱਡੀ ਲੰਘ ਜਾਣੀ ਹੈ। ਸਪੀਡ ਬਹੁਤ ਜ਼ਿਆਦਾ ਹੈ ਪਰ ਆਕਾਰ ਛੋਟਾ ਹੈ, ਮਤਲਬ ਸਕੂਟਰ ਹੀ ਆ ਰਿਹਾ, ਫਿਰ ਵੀ ਕੋਈ ਖਤਰਾ ਨਹੀਂ। ਠੀਕ ਹੈ, ਆ ਵੀ ਗੱਡੀ ਰਹੀ ਹੈ, ਸਪੀਡ ਵੀ ਜ਼ਿਆਦਾ ਤੇ ਦੂਰੀ ਵੀ ਘੱਟ ਹੈ। ਜੇ ਆਈਡੀਆ ਇੱਕ ਚੀਜ਼ ਵੀ ਤਿੰਨਾਂ ਦੇ ਵਿੱਚੋਂ ਮਿਸ ਕਰਤੀ, ਤਿੰਨਾਂ ਚੋਂ ਇੱਕ ਚੀਜ਼ ਵੀ ਦਿਮਾਗ ਚੋਂ ਮਿਸ ਹੋ ਗਈ, ਠਾ ਵੱਜ ਗਈ। ਜਦੋਂ ਤੱਕ ਉਹਦੇ ਬਰਾਬਰ ਆਉਣਾ, ਉਧਰ ਉਹਨੇ ਆ ਜਾਣਾ, ਐਕਸੀਡੈਂਟ ਹੋ ਜਾਣਾ। ਜੱਜਮੈਂਟ ਜਿਹੜੀ ਹੈ ਨਾ, ਇਹ ਬੜੀ ਕਮਾਲ ਦੀ ਚੀਜ਼ ਹੈ। ਤੇ ਸਾਡੇ ਜਿਹੜੇ ਬੰਦੇ ਨੇ ਨਾ, ਪੰਥਕ ਜਿੰਨੇ ਵੀ ਨੇ ਅੱਜ, ਵਿਦਵਾਨ ਪੜ੍ਹੇ ਲਿਖੇ, ਇਹਨਾਂ ਕੋਲ ਜੱਜਮੈਂਟ ਦੀ ਬਹੁਤ ਘਾਟ ਹੈ। ਇਹਨਾਂ ਨੂੰ ਸਮੇਂ ਦੀ ਨਬਜ ਨਹੀਂ ਫੜਨੀ ਆਉਂਦੀ। ਲੈ ਦੱਸ, ਇਹ ਆਪਣੇ ਆਪ ਨੂੰ ਬੜਾ ਗਿਆਨੀ ਧਿਆਨੀ ਦੱਸ ਰਿਹਾ ਦੂਜਿਆਂ ਨੂੰ। ਤੇ ਹੁਣ ਤੁਸੀਂ ਦੱਸੋ। ਤੇ ਫਿਰ ਕੁਝ ਦਿਨ ਪਹਿਲੇ ਤੇ ਕਹਿ ਰਹੇ ਸੀ ਕਿ ਵਿਦਵਾਨ ਜਿਹੜੇ ਨੇ ਯੂਨੀਵਰਸਿਟੀਆਂ ਦੇ, ਉਹ ਦੱਸਣ ਕਿਸਾਨੀ ਬਿੱਲ ਕੀ ਵਿਦਵਾਨ ਚੁੱਪੀ ਤੋੜਨ, ਵਿਦਵਾਨ ਚੁੱਪੀ ਤੋੜਨ। ਤੇ ਇੱਥੇ ਕਹਿੰਦਾ ਸਾਡੇ ਵਿਦਵਾਨ ਹੈ ਹੀ ਨਹੀਂ, ਪਤਾ ਹੀ ਕੱਖ ਨਹੀਂ। ਹਾਂ, ਇਹ ਕਹਿੰਦਾ ਵਿਦਵਾਨ ਸਾਡੇ ਨਿਕੰਮੇ ਨੇ। ਵਿਦਵਾਨ ਨਿਕੰਮੇ ਕਿਆ ਇਹ ਤਾਂ ਜੋ ਹੈਗਾ ਸੋ ਹੈਗਾ। ਇਹਦੀਆਂ ਭੇਡਾਂ ਤੇ ਮੈਨੂੰ ਤਰਸ ਆਉਂਦਾ ਜਿਹੜੀ ਕਹਿੰਦੇ ਢੱਡਰੀਆਂ ਵਾਲੇ ਬਹੁਤ ਲੌਜੀਕ ਨਾਲ, ਤਰਕ ਨਾਲ ਗੱਲ ਕਰਦੇ ਨੇ। ਧੰਨਵਾਦ। ਸਮਾਂ ਕੀ ਮੰਗ, ਸਮਾਂ ਜਾ ਕਿੱਧਰ ਨੂੰ ਰਿਹਾ। ਤੇ ਇੱਕ ਗੱਲ ਚੇਤਾ ਰੱਖਿਓ, ਮੈਂ ਮਸ਼ੀਨਰੀਆਂ, ਜਾਗਰੂਕਾਂ ਸਭ ਨੂੰ ਕਹਿਣਾ ਚਾਹੁੰਦਾ, ਲੱਖ ਗੁਰਬਾਣੀ ਸਮਝ ਲਓ, ਗੁਰਬਾਣੀ ਨੂੰ ਸਮਝ ਕੇ ਨਹੀਂ ਸਰ ਜਾਣਾ। ਗੁਰਬਾਣੀ ਨੂੰ ਸਮਝ ਕੇ ਦਿਮਾਗ ਡਿਵੈਲਪ ਕਰਕੇ ਹਾਲਾਤਾਂ ਨੂੰ ਸਮਝਣਾ ਪੈਣਾ, ਫਿਰ ਗੱਲ ਬਣੂ। ਗੁਰਬਾਣੀ ਨੂੰ ਸਮਝਣਾ ਹੁੰਦਾ ਹੈ, ਫਿਰ ਸਿਚੁਏਸ਼ਨ ਕੀ ਹੈ, ਹਾਲਾਤ ਕੀ ਨੇ, ਉਹ ਸਮਝਣਾ। ਹੁਣ ਇਹ ਕਹਿੰਦਾ ਕਿ ਜਿਹੜੀ ਟਰੱਕ ਓਵਰਟੇਕ ਕਰਨਾ, ਉਹਨੂੰ ਵੀ ਗੁਰਬਾਣੀ ਪਹਿਲਾਂ ਪੜੋ ਤੇ ਫਿਰ ਗੱਡੀ ਓਵਰਟੇਕ ਕਰਨੀ ਅੱਗੇ ਜੀ। ਨਹੀਂ, ਜਦ ਇਹ ਗੱਲ ਕਹਿ ਰਹੇ ਨੇ, ਦੇਖੋ ਗੁਰਬਾਣੀ ਬਈ ਸਮਝਣੀ ਹੈ। ਹਾਂਜੀ, ਗੁਰਬਾਣੀ ਸਮਝ ਕੇ ਹਾਲਾਤਾਂ ਨੂੰ ਸਮਝਣਾ, ਤੇ ਹਾਲਾਤਾਂ ਨੂੰ ਸਮਝ ਕੇ ਗੁਰਬਾਣੀ ਥੋੜੀ ਸਮਝਣੀ ਹੈ। ਉਹ ਕਲੀਅਰ ਕਰਨਾ ਕਿ ਪਹਿਲਾ ਚੈਪਟਰ ਕੀ ਹੈ। ਹਾਂ, ਅਗਰ ਗੁਰਬਾਣੀ ਦੀ ਗੱਲ ਕਰਨੀ ਹੈ ਤੇ ਪਹਿਲਾ ਚੈਪਟਰ ਗੁਰਬਾਣੀ ਨੂੰ ਪੜ੍ਹਨਾ, ਫਿਰ ਪੜ੍ਹਨ ਦੇ ਨਾਲ ਉਹਨੂੰ ਸਮਝਣਾ, ਫਿਰ ਸਮਝਣ ਦੇ ਨਾਲ ਫਿਰ ਉਹਨੂੰ ਉਹਦੇ ਮੁਤਾਬਕ ਹਾਲਾਤ ਸਮਝਣੇ ਨੇ, ਦੁਨੀਆ ਸਮਝਣੀ ਹੈ, ਆਪਣਾ ਵਿਵਹਾਰ ਸਮਝਣਾ, ਕਿਸ ਤਰ੍ਹਾਂ ਕਰਨਾ ਸੀ। ਤੇ ਇੱਕ ਪ੍ਰੋਸੈਸ ਦੇ ਵਿੱਚ ਪਹਿਲਾ ਸਟੈਪ ਤੇ ਗੁਰਬਾਣੀ ਪੜ੍ਹਨ ਦਾ ਹੀ ਸ਼ੁਰੂ ਹੁੰਦਾ ਹੈ ਨਾ, ਇੱਕ ਸਿੱਖ ਵਾਸਤੇ। ਜਿਸ ਤਰ੍ਹਾਂ ਸਕੂਲਾਂ ਦੀ ਪੜ੍ਹਾਈ ਤੁਸੀਂ ਲਗਾ ਲਓ ਕਿ ਸਕੂਲਾਂ ਦੀ ਪੜ੍ਹਾਈ ਦੇ ਵਿੱਚ ਬੱਚਾ ਕ ਖ ਗ ਤੋਂ ਸ਼ੁਰੂ ਕਰਦਾ। ਹਾਂਜੀ, ਤੇ ਫਿਰ ਕ ਖ ਗ ਤੋਂ ਅੱਗੇ ਪੜ੍ਹਦਾ ਹੋਰ ਕਲਾਸਾਂ ਤੇ ਚੜ੍ਹ ਜਾਂਦਾ। ਤੇ ਬੱਚੇ ਨੂੰ ਇਹ ਤਾਂ ਸਿਖਾਇਆ ਨਹੀਂ ਜਾਂਦਾ ਨਾ ਕਿ ਤੂੰ ਠੀਕ ਹੈ, ਜਦੋਂ 22 ਸਾਲ ਦਾ ਹੋ ਜਾਏਗਾ ਉਦੋਂ ਤੂੰ ਸਿੱਧਾ ਹੀ ਯੂਨੀਵਰਸਿਟੀ ਜਾ ਜਾਏਗਾ ਬਿਨਾਂ ਕ ਖ ਪੜ੍ਹੇ। ਇੱਕ ਪ੍ਰੋਸੈਸ ਹੈ ਨਾ, ਉਹ ਪ੍ਰੋਸੈਸ ਭਾਈ ਸਾਹਿਬ ਜਿਹੜੇ ਨੇ ਆਪੂ ਹੀ ਗੁਰਬਾਣੀ ਦਾ ਪ੍ਰੋਸੈਸ ਜਿਹੜਾ ਨਾ, ਉਹਨੂੰ ਆਪ ਐਕਸਪਲੇਨ ਠੀਕ ਤਰ੍ਹਾਂ ਕਰਨ ਕਿ ਬਈ ਗੁਰਬਾਣੀ ਪੜ੍ਹਨੀ ਚਾਹੀਦੀ ਕਿ ਨਹੀਂ ਪੜ੍ਹਨੀ ਚਾਹੀਦੀ, ਸਮਝਣੀ ਚਾਹੀਦੀ ਕਿ ਨਹੀਂ ਸਮਝਣੀ ਚਾਹੀਦੀ, ਜਾਂ ਸਿਰਫ ਹਾਲਾਤ ਸਮਝਣੇ ਚਾਹੀਦੇ ਨੇ। ਜੇ ਸਿਰਫ ਹਾਲਾਤ ਹੀ ਸਮਝਣੇ ਚਾਹੀਦੇ ਨੇ ਫਿਰ ਗੁਰਬਾਣੀ ਪੜ੍ਹਨੀ ਕਿਉਂ ਹੈ? ਗੁਰਬਾਣੀ ਪੜ੍ਹਨੀ ਤਾਂ ਨਹੀਂ ਰੱਖੀ ਇਸ ਕਰਕੇ ਹੋਈ ਆ, ਗੁਰਬਾਣੀ ਵੀ ਉਹਦੇ ਕਰਕੇ ਲੋਕੀ ਆਉਂਦੇ ਨੇ, ਅਦਰਵਾਈਜ਼ ਲੋਕਾਂ ਨੇ ਆਉਣਾ ਨਹੀਂਗਾ ਜੀ। ਬਸ ਇਹ ਵੀ ਇਹੀ ਕਰ ਰਿਹਾ ਤੇ ਉੱਥੇ ਨੇਕੀ ਵੀ ਇਹੀ ਕਰ ਰਿਹਾ ਜੀ ਨਿਊਜ਼ੀਲੈਂਡ 'ਚ। ਆਪਾਂ ਅੱਗੇ ਚਲਾਈਏ ਜੀ ਇਹਨੂੰ। ਦੂਜਾ ਚੈਪਟਰ ਹੈ
ਮੈਨੂੰ ਬੜੀ ਗੁਰਬਾਣੀ ਸਮਝ ਹੈ। ਅੱਛਾ, ਗੁਰਬਾਣੀ ਨੂੰ ਸਮਝ ਲਿਆ ਬਸ ਸਰ ਗਿਆ। ਗੁਰਬਾਣੀ ਨੂੰ ਸਮਝ ਕੇ ਹਾਲਾਤਾਂ ਨੂੰ ਸਮਝ, ਫਿਰ ਪਤਾ ਲੱਗਦਾ ਹੈ। ਤਾਂ ਕਰਕੇ ਥੋੜਾ ਹੀ ਬਹੁਤ ਸੀ ਗਿਆਨ ਤੇ, ਪਰ ਜੇ ਹਾਲਾਤ ਸਮਝ ਜਾਂਦਾ। ਅਸੀਂ ਅਨਪੜ੍ਹਾਂ, ਇਹਨਾਂ ਜਿੰਨੀ ਬਾਣੀ ਸਾਨੂੰ ਕੰਠ ਨਹੀਂ, ਇਹਨਾਂ ਜਿੰਨੀ ਬਾਣੀ ਸ਼ੁੱਧ ਅਸੀਂ ਨਹੀਂ ਪੜ ਸਕਦੇ, ਇਹਨਾਂ ਜਿੰਨੇ ਅਰਥ ਸਾਨੂੰ ਨਹੀਂ ਆਉਂਦੇ। ਪਰ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ, ਹਾਲਾਤ ਇਹਨਾਂ ਤੋਂ ਵਧੀਆ ਸਮਝ ਲੈਂਦੇ। ਚਲੋ, ਹਾਲਾਤ ਵਧੀਆ ਸਮਝ ਲੈਂਦੇ ਨੇ ਜੀ। ਇਹ ਹਾਲਾਤ ਇਹਨਾਂ ਦੇ, ਉਹ ਨਿਊਜ਼ੀਲੈਂਡ ਵਾਲੇ ਵੀ ਵਧੀਆ ਸਮਝ ਲੈਂਦੇ ਨੇ। ਹਾਲਾਤਾਂ ਦੇ ਹਿਸਾਬ ਨਾਲ ਉਹ ਆਪਣੀ ਸਟ੍ਰੈਟਜੀ ਬਦਲ ਲੈਂਦੇ ਨੇ ਜੀ। ਜਿੱਥੇ ਮਾਫੀ ਮੰਗਣੀ ਹੁੰਦੀ ਹੈ, ਮਿੰਟ 'ਚ ਮਾਫੀ ਕੱਢ ਮਾਰਦੇ ਨੇ ਜੀ ਬਾਹਰ। ਹਾਂਜੀ, ਤੇ ਦੁਬਾਰਾ ਫੇਰ ਜਦੋਂ ਔਖਾ ਟਾਈਮ ਲੰਘ ਗਿਆ ਮਾਫੀ ਮੰਗ ਕੇ, ਤੇ ਦੁਬਾਰਾ ਫੇਰ ਉਹ ਬਕੜਵਾ ਸ਼ੁਰੂ ਕਰ ਦੇਣੀ ਹੈ ਕਰਨੀ। ਉਹ ਸਟ੍ਰੈਟਜੀ ਬਣ ਜਾਂਦੀ ਹੈ ਇਹਨਾਂ ਦੀ ਜੀ। ਹਾਂਜੀ, ਚਲੋ, ਇਹ ਹਾਲਾਤ ਨੂੰ ਸਮਝਣ ਦੀ ਗੱਲ ਕਰਦੇ ਨੇ। ਇਹ ਇਸ ਗੱਲ ਨੂੰ ਵੀ ਭਾਈ ਸਾਹਿਬ ਸਮਝਣ ਦੀ ਨਾਲ ਬੇਨਤੀ ਹੈ ਕਿ ਜਿਸ ਕਲਿੱਪ ਦਾ ਆਸਰਾ ਲੈ ਕੇ, ਹੁਣ ਕਲਿੱਪ ਨੂੰ ਅਸੀਂ ਦੇਖੋ ਕੱਟਿਆ ਬਿਲਕੁਲ ਨਹੀਂ ਹੈ ਵਿੱਚੋਂ, ਨਹੀਂ ਕੱਟਿਆ ਜੀ। ਜੋ ਕਲਿੱਪ ਆਇਆ ਅਸੀਂ ਉਹੀ ਕਲਿੱਪ ਡਿਸਕਸ ਕੀਤਾ ਹੈ। ਔਰ ਇਸ ਕਲਿੱਪ ਦਾ ਮੇਨ ਮਕਸਦ ਇਹਨਾਂ ਦਾ ਇਹ ਸੀ, ਇਹ ਦੱਸਣਾ ਕਿ ਵੀ ਅਸੀਂ ਹਿੰਦੂਆਂ ਕੋਲੋਂ ਕੁਝ ਸਿੱਖੀਏ, ਜਾਂ ਤਾਕਤ ਪ੍ਰਾਪਤ ਕਰਨ ਦੀ ਨੀਤੀ ਵੀ ਉਹਨਾਂ ਕੋਲ ਸਿੱਖੀਏ ਕਿ ਰਾਜ ਕਰਨ ਦੀ ਨੀਤੀ ਕੀ ਹੁੰਦੀ ਹੈ, ਔਰ ਮੋਟੀਵੇਸ਼ਨ ਵੀ ਅਸੀਂ ਦੇਖੀਏ ਕਿ ਚੀਜ਼ਾਂ ਨੂੰ ਅਕੋਮੋਡੇਟ ਅਸੀਂ ਕਿਸ ਤਰ੍ਹਾਂ ਕਰਨਾ। ਤੇ ਬਈ ਐਵੇਂ ਆਲੋਚਨਾ ਜਿਹੜੀ ਹੈ ਉਹ ਆਪੇ ਚ ਆਲੋਚਨਾ ਨਹੀਂ ਕਰਦੇ। ਉਹ ਕਹਿੰਦੇ ਨੇ ਬਈ ਸਾਰੇ ਅਸੀਂ ਇਕੱਠੇ ਹੀ ਆ, ਹੈ ਤੇ ਅਸੀਂ ਹਿੰਦੂ ਹੀ ਆ ਨਾ, ਹੈ ਤੇ ਅਸੀਂ ਫੇਰੇ ਦੇ ਮੰਦਿਰ ਦੇ ਵਿੱਚ ਹੀ ਲੈਣੇ ਨਾ। ਜਾਂ ਅੱਗੇ ਵੀ ਤੁਸੀਂ ਸੁਣ ਲਓ ਤੇ ਉਹ ਇਹੀ ਕਹਿੰਦੇ ਪਏ ਨੇ ਕਿ ਬਈ ਉਹ ਚਲੋ ਕਹਿਣਗੇ ਜਦੋਂ ਇਹ ਬੱਚੇ ਦਾ ਕੋਈ ਕਾਰਜ ਕਰਾਏਗਾ ਜਾਂ ਕੁਝ ਕਰਾਏਗਾ, ਬੁਲਾਏਗਾ ਤੇ ਸਾਨੂੰ ਹੀ ਨਾ, ਅਸੀਂ ਵੀ ਆਵਾਂਗੇ ਉੱਥੇ। ਬਿਲਕੁਲ। ਤੇ ਅਗਰ ਇਹ ਇਹਨਾਂ ਦਾ ਇਸ ਕਲਿੱਪ ਦਾ ਅਗਰ ਤੱਤਸਾਰ ਇਹ ਸੀਗਾ, ਤੇ ਫਿਰ ਮੇਰੇ ਵਿਚਾਰ ਦੇ ਨਾਲ ਇਹਨਾਂ ਨੂੰ ਸੰਦੀਪ ਮਹੇਸ਼ਵਰੀ ਔਰ ਉਸ ਬਿੰਦਰਾ ਕੋਲੋਂ ਔਰ ਮੁਰਾਰੀ ਬਾਪੂ ਵਰਗੇ ਹੋਰ ਪ੍ਰਚਾਰਕਾਂ ਕੋਲੋਂ ਇਹ ਚੀਜ਼ ਸਭ ਸਿੱਖਣੀ ਚਾਹੀਦੀ ਹੈ ਕਿ ਉਹਨਾਂ ਦਾ ਤਾਲਮੇਲ ਆਪਸ ਵਿੱਚ ਕਿਸ ਤਰ੍ਹਾਂ ਹੈ, ਉਹ ਲੜਦੇ ਕਿਉਂ ਨਹੀਂ। ਹਾਂ, ਇਹ ਸਿੱਖਣਾ ਚਾਹੀਦਾ ਜੀ ਉਹਨਾਂ ਤੋਂ। ਅਗਰ ਇਹ ਸਿੱਖਣਾ ਚਾਹੀਦਾ ਨਾ, ਕਿਉਂਕਿ ਇਹ ਹਲੂਣਾ ਦੇ ਰਹੇ ਨਾ, ਇਹ ਮੋਟੀਵੇਟ ਕਰ ਰਹੇ ਨੇ ਉਹਨਾਂ ਦੀ ਕਥਾ ਸੁਣਾ ਕੇ, ਉਹਨਾਂ ਦੀ ਐਗਜ਼ਾਮਪਲ ਦੇ ਕੇ ਇਸ ਕਲਿੱਪ ਵਿੱਚ ਸਾਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਸਾਡਾ ਸਿਰਫ ਇੰਨਾ ਹੀ ਹੈ ਕੰਸਰਨ ਕਿ ਜਿਨ੍ਹਾਂ ਦੀ ਗੱਲ ਸੁਣਾ ਕੇ ਤੁਸੀਂ ਸਾਨੂੰ ਮੋਟੀਵੇਟ ਕਰਨਾ ਚਾਹੁੰਦੇ ਹੋ, ਤੁਸੀਂ ਖੁਦ ਤੇ ਉਹਨਾਂ ਕੋਲ ਮੋਟੀਵੇਟ ਥੋੜੇ ਜਿਹੇ ਹੋ ਜਾਓ ਪਹਿਲੇ। ਬਿਲਕੁਲ ਜੀ। ਚਲੋ ਅੱਗੇ ਚਲਾਈਏ ਜੀ ਆਪਾਂ। ਮੈਂ ਕਾਲ ਨਹੀਂ ਲੈਣੀ ਦੋਸਤੋ, ਹੁਣ ਆਪਾਂ ਪ੍ਰੋਗਰਾਮ ਫਿਨਿਸ਼ ਕਰਨਾ ਜੀ ਜਲਦੀ। ਮੈਂ ਵੀ ਅੱਜ ਅਪਾਇੰਟਮੈਂਟ ਹੈ ਮੇਰੀ ਬੈਂਕ ਦੇ ਨਾਲ। ਚਲਾ ਦਿਓ ਤੁਸੀਂ, ਕਾਲ ਨਹੀਂ ਤੇ ਕਹਿਣਗੇ ਹਾਲਾਤ ਦਾ ਲੰਮ ਚ ਫੜ ਲੈਂਦੇ ਵੀ ਸਮਾਂ ਇਹਦੀ ਮੰਗ ਪਤਾ ਹੈ ਸਾਨੂੰ। ਹੁਣ ਮੈਂ ਪ੍ਰੋਗਰਾਮ ਕਰ ਰਿਹਾ, ਮੈਨੂੰ ਪਤਾ ਹੁੰਦਾ ਵੀ ਇੱਥੇ ਕਿ ਧਾਰਨਾ ਪੜ੍ਹਨੀ, ਹੁਣ ਬੋਰ ਹੋ ਰਿਹਾ, ਆਈਡੀਆ ਨਹੀਂ ਲੱਗਦਾ। ਹੁਣ ਕੱਲੀ ਕਥਾ ਜੇ ਮੈਂ ਕਰਾਂ ਕਿੱਦਾਂ ਦਾ ਸਿਸਟਮ 2-3 ਘੰਟੇ ਠੀਕ ਹੈ, ਪਰ ਮੈਨੂੰ ਪਤਾ ਹੁੰਦਾ ਵੀ ਹੁਣ 10 ਮਿੰਟ ਗੱਲ ਹੋ ਗਈ, ਹੁਣ ਇੱਥੇ ਆ ਹੋਣਾ, ਇਹ ਸਮਝਣਾ ਪੈਣਾ। ਤੇ ਜਿਹੜੇ ਆਗੂ ਬੈਠੇ ਸੀ ਉਹਨਾਂ ਕਹਿੰਦੇ ਸ਼ਾਬਾਸ਼ ਏ, ਤੇ ਉਹ ਕੀ ਕਹਿੰਦੇ ਨੇ ਜਿਹੜੇ ਹਿੰਦੂ ਸਮਾਜ ਵਿੱਚ, ਸ਼ਾਬਾਸ਼ ਏ ਯਾਰ। ਅਗਲਾ ਕਹਿੰਦਾ ਤੈਨੂੰ 50 ਲੱਖ ਸਬਸਕ੍ਰਾਈਬ ਕਰੀ ਬੈਠਾ ਬੰਦਾ। ਹਿੰਦੂ ਸੰਤ ਨੂੰ ਕਿਸੇ ਨੂੰ ਕੋਈ ਵੀ ਨਹੀਂ ਕਰਕੇ ਬੈਠਾ। ਹਿੰਦੂ ਸੰਤ ਉਹ 5 ਲੱਖ ਤੇ ਹੈ, ਪਰ ਮਹੇਸ਼ਵਰੀ ਵਰਗੇ 50 ਲੱਖ ਤੇ ਨੇ। ਕਹਿੰਦੇ ਦੱਬੀ ਚੱਲ, ਚੁੱਪ ਨੇ। ਕਹਿੰਦੇ ਹੈਗਾ ਤੇ ਸਾਡਾ ਹੀ ਹੈ। ਜਿੱਦੇ ਮੁੰਡੇ ਦਾ ਕੋਈ ਛਟੀ ਛੁਟੀ ਕਰੇਗਾ, ਪ੍ਰੋਗਰਾਮ ਕਰੇਗਾ, ਬੁਲਾਏਗਾ ਹੀ ਸਾਨੂੰ। ਸਾਡੇ ਪੰਡਿਤ ਜੀ ਬੈਠੇ ਹੋਣਗੇ ਗੋਦੀ ਵਾਲੇ ਮੰਤਰ। ਹਾਂਜੀ, ਦੇਖੋ ਇਹ ਫਿਰ ਇਹਨਾਂ ਨੇ ਰਿਪੀਟ ਗੱਲ ਕੀਤੀ ਹੈ। ਮੈਂ ਉਹਦਾ ਫਿਰ ਜਵਾਬ ਇਹਨਾਂ ਕੋਲ ਸਵਾਲ ਪੁੱਛਾਂਗਾ ਕਿ ਮਹੇਸ਼ਵਰੀ ਔਰ ਸੰਦੀਪ ਮਹੇਸ਼ਵਰੀ ਔਰ ਬਿੰਦਰਾ ਦਾ ਇੱਕ ਵੀ ਸਟੇਜ ਪ੍ਰੋਗਰਾਮ ਐਸਾ ਕੱਢ ਕੇ ਦਿਖਾ ਦੇਣ ਜਿਹਦੇ ਵਿੱਚ ਉਹਨਾਂ ਦਾ ਸਬਜੈਕਟ ਮੈਟਰ ਜਿਹੜਾ ਉਹ ਸ਼ੰਕਰਾਚਾਰਿਆ ਦੇ ਉੱਪਰ ਕਿੰਤੂ ਪਰੰਤੂ ਕਰਨਾ, ਮੁਰਾਰੀ ਬਾਪੂ ਦੇ ਉੱਪਰ ਕਿੰਤੂ ਪਰੰਤੂ ਕਰਨਾ, ਜਾਂ ਉਹਨਾਂ ਦੇ ਹੋਰ ਆਪਣੇ ਜਿਹੜੇ ਆਗੂ ਉਹਨਾਂ ਦੇ ਪੰਡਾਲ ਲਗਾਉਂਦੇ ਜਿਹਨਾਂ ਭਾਈ ਸਾਹਿਬ ਲਗਾਉਂਦੇ ਨੇ, ਜਾਂ ਉਹਨਾਂ ਦੇ ਪੰਡਾਲ ਦਾ ਦੱਸਣ, ਉਹਨਾਂ ਦਾ ਕਿਸੇ ਇੱਕ ਪ੍ਰੋਗਰਾਮ ਦੇ ਵਿੱਚ ਵੀ ਦੱਸ ਦੇਣ ਕਿ ਉਹਨਾਂ ਦਾ ਸਬਜੈਕਟ ਮੈਟਰ ਉਹ ਹੈ। ਲੇਕਿਨ ਉਹ ਫਿਰ ਵੀ ਚੁੱਪ ਨਾ, ਤੇ ਫਿਰ ਭਾਈ ਸਾਹਿਬ ਦੀ ਐਗਜ਼ਾਮਪਲ ਟੁਕਦੀ ਹੈ। ਜਦ ਉਹ ਸੰਦੀਪ ਮਹੇਸ਼ਵਰੀ ਔਰ ਬਿੰਦਰਾ ਦਾ ਸਬਜੈਕਟ ਮੈਟਰ ਇਹ ਹੈ ਹੀ ਨਹੀਂ ਹੈ, ਔਰ ਇਸ ਕਿਸਮ ਦੀਆਂ ਹਰਕਤਾਂ ਉਹ ਕਰ ਹੀ ਨਹੀਂ ਰਹੇ, ਤੇ ਫਿਰ ਭਾਈ ਸਾਹਿਬ ਦਾ ਇਹ ਕਹਿਣਾ ਕਿ ਉਹ ਕਹਿੰਦੇ ਨੇ ਬਈ ਲੱਗੀ ਕਰੀ ਜਾਣ ਦਿਓ, ਆਪਣਾ ਹੀ ਆ ਨਾ, ਇਹ ਗੱਲ ਦਾ ਕੋਈ ਮੀਨਿੰਗ ਨਹੀਂ ਬਚਦਾ। ਮੈਂਸ਼ਨ ਨਹੀਂ ਬਣਦਾ। ਆਪਣੀ ਸੈਲਫ ਗੋਲ ਕਰ ਲਿਆ ਭਾਈ ਸਾਹਿਬ ਨੇ, ਆਹ ਵਾਲਾ ਪੁਆਇੰਟ ਰੱਖ ਕੇ ਜੀ, ਇਹ ਵਾਲੇ ਬੱਕੜ ਟੋਟਲ ਸੈਲਫ ਗੋਲ ਹੈ, ਬਿਲਕੁਲ ਸੈਲਫ ਗੋਲ ਹੈ। ਜਿੱਥੇ ਸੀਨ ਹੀ ਬਿਲਕੁਲ ਅਲੱਗ ਗਿਆ, ਉਹ ਸੀਨ ਨੂੰ ਇੱਥੇ ਮੈਚ ਕਰਾ ਰਹੇ ਨੇ। ਜੇ ਮੈਚ ਕਰਾ ਰਹੇ ਨੇ ਤੇ ਪਹਿਲੇ ਖੁਦ ਇਹਨੂੰ ਕਹਿਣ ਤੋਂ ਪਹਿਲੇ ਕਿ ਉਹਨਾਂ ਕੋਲ ਐਗਜ਼ਾਮਪਲ ਲਓ। ਭਾਈ ਸਾਹਿਬ ਨੂੰ ਖੁਦ ਸਮਝਣੀ ਚਾਹੀਦੀ ਗੱਲ ਕਿ ਉਹ ਕੀ ਕਰ ਰਹੇ ਤੇ ਮੈਂ ਕੀ ਕਰ ਰਿਹਾ, ਫਰਕ ਕਿੱਥੇ ਹੈ।
ਨਾਲੇ ਜਿਹੜਾ ਉਹ ਪਹਿਲਾਂ ਇੱਥੇ ਕੀ ਹੋ ਰਿਹਾ ਤੇ ਉੱਥੇ ਕੀ ਹੋ ਰਿਹਾ। ਜਿਹੜਾ ਤੇਜਿੰਦਰ ਸਿੰਘ ਆ ਕੇ ਕਹਿੰਦਾ ਵੀ ਸੀਗਾ ਵੀ ਦੀਵਾਨ ਰੋਕਣ ਆਇਆ ਢੱਡਰੀਆਂ ਵਾਲੇ, ਉਹ ਟਕਸਾਲੀ ਇੱਕੋ ਹੀ ਆਇਆ ਜੀ। ਉਹ ਜਿਹੜਾ ਅਮਰੀਕ ਸਿੰਘ ਜਨਾਲਾ ਸੀਗਾ ਉਹ ਵੀ ਐਸੇ ਸਾਲ ਜਨਵਰੀ ਫਰਵਰੀ ਦੀ ਗੱਲ ਆ। ਉਹ ਤੋਂ ਇਹਨਾਂ ਦਾ ਕਾਟੋ ਕਲੇਸ਼ ਪਹਿਲਾਂ ਦਾ ਚੱਲਦਾ ਆ ਰਿਹਾ ਜੀ, ਬੜਾ ਪੁਰਾਣਾ ਕਾਟੋ ਕਲੇਸ਼ ਚੱਲਦਾ ਆ ਰਿਹਾ। ਬਾਕੀ ਕਿਸੇ ਮਿਸ਼ਨਰੀ ਨੇ ਨਹੀਂ ਇਹਨਾਂ ਦਾ ਰੋਕਿਆ ਦੀਵਾਨ। ਅਗਰ ਸੰਦੀਪ ਬਿੰਦਰਾ ਇਹ ਤਬਸਰਾ ਕਰਨ ਬੈਠ ਜੇ ਉੱਥੇ ਗਊ ਮੂਤਰ ਦੇ ਬਾਰੇ 'ਚ ਜਾਂ ਗਊ ਦੇ ਬਾਰੇ 'ਚ ਜਾਂ ਮੁੰਨਣ ਦੇ ਬਾਰੇ 'ਚ ਜਾਂ ਚੋਟੀ ਦੇ ਬਾਰੇ 'ਚ ਜਾਂ ਜਨੇਊ ਦੇ ਬਾਰੇ ਵਿੱਚ, ਤੇ ਫਿਰ ਦੇਖਣਗੇ ਭਾਈ ਸਾਹਿਬ ਉਹਦਾ ਉੱਥੇ ਵੀ ਰੋਕਣ ਸੇ 10 ਬੰਦੇ ਮੂੰਹ ਤੇ ਸਹੀ ਸੁੱਟਣ ਸੇ ਆ ਜਾਣ। ਹਾਂ ਬਿਲਕੁਲ, ਉਹਦੇ ਮੂੰਹ ਕਾਲਾ ਕਰਨ ਉੱਪਰ ਆ ਜਾਣਗੇ। ਹਾਂ ਬਿਲਕੁਲ, ਜਿਸ ਦਿਨ ਘਰ ਬਾਹਰ ਕੱਪੜੇ ਉਤਾਰ ਕੇ ਨੰਗੇ ਖੜੇ ਹੋ ਜਾਣਗੇ। ਬਿਲਕੁਲ ਸਹੀ ਪੁਆਇੰਟ ਹੈ ਜੀ ਇਹ ਵੀ ਤੁਹਾਡਾ, ਵੀ ਜਿੱਦਣ ਉਹ ਇਹ ਕੰਮ ਤੇ ਆ ਗਏ ਜਿਹੜਾ ਢੱਡਰੀਆਂ ਵਾਲਾ ਕਰ ਰਿਹਾ ਆ, ਉਦੋਂ ਉਹਨਾਂ ਨੂੰ ਵੀ ਹੋ ਸਕਦਾ ਇਹਦੇ ਨਾਲੋਂ ਬੁਰੇ ਯਾਨੀ ਹਾਲਾਤਾਂ ਦਾ ਸਾਹਮਣਾ ਕਰਨਾ ਪਵੇ। ਬੁਰੇ ਹਾਲਾਤਾਂ ਦਾ, ਬਹੁਤ ਬੁਰੇ ਹਾਲਾਤਾਂ ਦਾ। ਉੱਥੇ ਕੀ ਹੋਏਗਾ, ਉੱਥੇ ਤੇ ਘਰ ਦੇ ਬਾਹਰ ਅਸੀਂ ਕਈ ਵਾਰੀ ਦੇਖਿਆ ਨੰਗੇ ਖੜੇ ਹੋ ਜਾਂਦੇ ਨੇ। ਉਹ ਦਲੀਪ ਕੁਮਾਰ ਦੇ ਘਰ ਦੇ ਬਾਹਰ ਨੰਗੇ ਖੜੇ ਹੋ ਗਏ ਸੀ ਬੰਦੇ ਇੱਕ ਵਾਰੀ, ਜਿੱਥੇ ਤੱਕ ਮੈਨੂੰ ਯਾਦ ਹੈ। ਧੁੰਮੇ ਨੂੰ ਚਾਹੀਦਾ ਹੁਣ ਨੰਗਾ ਖੜਾ ਹੋ ਜਾਵੇ ਜੀ ਇਹਦੇ ਡੇਰੇ ਬਾਹਰ ਜਾ ਕੇ, ਵੀ ਨਿਕਲ ਢੱਡਰੀ ਬਾਹਰ। ਮੂੰਹ ਕਾਲਾ ਦੇਖ ਲਓ ਕਿੰਨੇ ਬੰਦਿਆਂ ਦਾ ਕੀਤਾ ਯਾ ਕੀ ਖਾਣਾ ਕੀ ਨਹੀਂ ਖਾਣਾ, ਇਹਦੇ ਪਰ ਉਹ ਸ਼ੁਰੂ ਹੋ ਜਾਂਦੀ ਹੈ ਲੜਾਈ। ਹਾਂਜੀ, ਕਿਸੇ ਬੰਦੇ ਨੇ ਕੀ ਖਾਣਾ ਕੀ ਨਹੀਂ ਖਾਣਾ। ਉਹ ਹਾਂ ਭਾਈ ਸਾਹਿਬ ਦੇਖਣਾ ਕਿ ਅਗਰ ਬਿੰਦਰਾ ਔਰ ਸੰਦੀਪ ਜਿਹੜਾ ਇਹ ਗੱਲਾਂ ਕਰ ਰਹੇ ਨੇ ਤੇ ਮੁਰਾਰੀ ਬਾਪੂ ਕੁਝ ਨਹੀਂ ਬੋਲ ਰਿਹਾ, ਸ਼ੰਕਰਾਚਾਰਿਆ ਕੁਝ ਨਹੀਂ ਬੋਲ ਰਿਹਾ, ਫਿਰ ਭਾਈ ਸਾਹਿਬ ਦਾ ਆਰਗੂਮੈਂਟ ਠੀਕ ਹੈ। ਹਾਂਜੀ, ਤੇ ਜੇ ਉਹ ਇਹ ਗੱਲਾਂ ਨਹੀਂ ਕਰ ਰਹੇ ਫਿਰ ਭਾਈ ਸਾਹਿਬ ਨੂੰ ਖੁਦ ਪਹਿਲੇ ਇਬਰਤ ਲੈਣੀ ਚਾਹੀਦੀ ਹੈ ਉਹਨਾਂ ਕੋਲ। ਇਬਰਤ ਮੀਨਸ ਅਰੇ ਇਬਰਤ ਮੀਨ ਸਬਕ ਲੈਣਾ ਚਾਹੀਦਾ। ਸਬਕ ਤੇ ਉਰਦੂ ਦਾ ਸ਼ਬਦ ਹੈ ਜੀ ਇਹ। ਹਾਂ, ਇਬਰਤ ਹੋ ਗਿਆ ਉਰਦੂ ਦਾ ਸ਼ਬਦ, ਸਬਕ ਵੀ ਉਰਦੂ ਦਾ ਹੀ ਸ਼ਬਦ ਹੈ। ਸਿੱਖਿਆ ਹੋ ਗਿਆ ਕਿ ਹਿੰਦੀ ਦਾ ਸ਼ੁੱਧ ਸ਼ਬਦ। ਲੈਸਨ ਸਿੱਖਿਆ ਲੈਣੀ ਚਾਹੀਦੀ ਹੈ, ਪੰਜਾਬੀ ਜੋ ਕਿ ਸਿੱਖਿਆ ਜਾ। ਚਲੋ ਅੱਗੇ ਚਲਾਈਏ ਜੀ, ਰਹਿ ਗਏ 2-3 ਮਿੰਟ ਹੋਰ। ਮੰਤਰ ਪੜ੍ਹਦੇ ਹੋਣਗੇ ਤੁਹਾਨੂੰ ਪਤਾ ਲੱਗ ਗਿਆ ਤੇਜ ਨੇ ਪਰ ਸਾਨੂੰ ਇਹ ਦਿਮਾਗ ਚਲਾਉਣੇ ਪੈਣਗੇ, ਵਰਤਣੇ ਪੈਣਗੇ। ਜਿਹੜੇ ਲੀਡਰ ਨੇ ਨਾ, ਲੀਡਰ ਤਰੀਕਾ ਉਹਨਾਂ ਕੋ ਪਤਾ ਕੀ ਕਰਦੇ ਨੇ, ਚੰਗੀ ਜੀ ਸਲਾਹ ਦੇਵੇ ਕੋਈ ਚੰਗਾ ਪੁਰਾਣਾ ਹੋਵੇ ਲੀਡਰ, ਖਿੜਿਆ ਲੀਡਰ, ਉਹਦੇ ਸਾਹਮਣੇ ਕੋਈ ਬੰਦਾ ਵਧੀਆ ਗੱਲ ਕਰੇ, ਉਹ ਕਹੂਗਾ ਕਾਕਾ ਇੱਧਰ, ਵਾਹ ਵੀ ਵਾਹ ਕਿਆ ਗੱਲ ਕੀਤੀ ਹੈ, ਲਓ ਵੀ ਇਹਨੂੰ ਅਹੁਦਾ ਦੇ ਦਿਓ। ਅਹੁਦਾ ਦੇ ਦਿੱਤਾ, ਹੁਣ ਇਹ ਤੇਰੀਆਂ ਸੋਹਣੀਆਂ ਗੱਲਾਂ ਜਿੰਨੀਆਂ ਵੀ ਕਰੇਗਾ, ਉੱਤੇ ਤੇ ਮੈਂ ਹੀ ਆ, ਲੀਡਰ ਤੇ ਮੈਂ ਆ ਮੇਨ, ਤੂੰ ਥੱਲੇ ਹੀ ਰਹੇਗਾ। ਉਹਨੂੰ ਇਹਦਾ ਕਲਾਵੇ ਚ ਲੈ ਲੈਂਦਾ, ਸ਼ਾਬਾਸ਼ ਕਿਆ ਬਾਤ ਹੈ। ਤੇ ਜੇ ਉਹਦਾ ਵਿਰੋਧ ਕਰ ਦਵੇ, ਚੱਲ ਬਾਹਰ, ਇਹ ਬੰਦੇ ਦੀ ਗੱਲ ਨਹੀਂ ਸੁਣਨੀ, ਉਹਨੇ ਕੀ ਕਰਨਾ, ਉਹਨੇ ਜਾ ਕੇ ਆਪਣੀ ਪਾਰਟੀ ਖੜੀ ਕਰ ਲੈਣੀ ਹੈ, ਫਿਰ ਸ਼ਰੀਕ ਬਣ ਗਿਆ। ਤੇ ਸਿਆਣਾ ਲੀਡਰ ਕੀ ਕਰਦਾ, ਕਹਿੰਦਾ ਆ ਜਾ ਇਹੀ ਗੱਲਾਂ ਸੋਹਣੀਆਂ ਕਰ, ਪਰ ਮੇਰੇ ਵਾਲੇ ਇੱਥੇ ਆ ਜਾ, ਇੱਥੇ ਕਰ। ਇਹ ਤਰੀਕਾ ਹੈ, ਪਰ ਸਾਡੇ ਆਗੂਆਂ ਨੂੰ ਇਹ ਤਰੀਕਾ ਨਾ ਆਇਆ। ਇਹ ਤਾਂ ਕਲਗੀਆਂ ਵਾਲਾ ਹੀ ਸੀ, ਗੁਰੂ ਨਾਨਕ ਹੀ ਸੀ, ਸਭ ਇਕੱਠੇ ਕਰ ਲਏ। ਤਰੀਕਾ ਸੀ ਇੱਕ, ਇਹਨੂੰ ਇੱਕ ਢੰਗ ਹੁੰਦਾ ਹੈ। ਸਮਾਜ ਵਿਕਸਿਤ ਕਿਵੇਂ ਹੁੰਦੇ ਨੇ, ਇਦਾਂ ਹੁੰਦੇ ਨੇ। ਅੱਛਾ, ਤੇ ਵੱਡੇ ਕਮਾਲ ਦੀ ਗੱਲ ਹੈ, ਕੋਈ ਕੌਮ ਨਹੀਂ ਸੀ ਉਦੋਂ ਬਣੀ, ਕੋਈ ਲੋਕ ਨਹੀਂ ਸੀ ਬਣੇ, ਪਰ ਵਿਕਾਸ ਐਡਾ ਸੀ, ਦਿਮਾਗ ਇੱਥੇ ਤੱਕ ਚੱਲਦਾ ਸੀ, ਕਿੱਥੇ ਤੱਕ ਪਾਤਸ਼ਾਹ ਸੋਚਦੇ ਸੀ। ਨਹੀਂ ਤੇ ਗੁਰੂ ਸਾਹਿਬ ਨੂੰ ਹੈਲੋ, ਹਾਂਜੀ, ਗੁਰੂ ਸਾਹਿਬ ਨੇ ਜਿਹੜੇ ਆਪਣੀਆਂ ਗੱਲਾਂ ਸ਼ੁਰੂ ਕੀਤੀਆਂ ਨਾ, ਗੁਰੂ ਸਾਹਿਬ ਨੂੰ ਜਿਹੜੇ ਸ਼ਹੀਦੀਆਂ ਵਾਸਤੇ ਵੀ ਜਾਣਾ ਪਿਆ, ਪੰਜਵੇਂ ਪਾਤਸ਼ਾਹ ਨੂੰ ਜਾਣਾ ਪਿਆ, ਗੁਰੂ ਨਾਨਕ ਦੇਵ ਜੀ ਨੇ ਵੀ ਜੇਲ੍ਹ ਕੱਟੀ, ਸਾਹਮਣਾ ਕਰਨਾ ਪਿਆ ਆਪਰੇਸ਼ਨ ਦਾ, ਵਿਰੋਧ ਦਾ ਵੀ। ਔਰ ਦੂਸਰਾ ਗੱਲ ਇਹ ਆ ਗਈ ਕਿ 10ਵੇਂ ਪਾਤਸ਼ਾਹ ਜੀ ਵੇਲੇ ਤੁਸੀਂ ਦੇਖੋ ਕਿ ਕੀ ਕੁਝ ਸਾਹਮਣਾ ਕਰਨਾ ਪਿਆ, ਤੇ ਉਹਨਾਂ ਨੂੰ ਵੀ ਉਹਨਾਂ ਨੇ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਵੀ ਤੁਸੀਂ ਸਾਡੇ ਨਾਲ ਹੀ ਆ ਜਾਓ, ਸਾਡਾ ਹੀ ਮੰਨ ਲਓ। ਲੇਕਿਨ ਉਹ ਇੱਕ ਪੋਲਿਟਿਕਸ ਸੀ। ਗੁਰੂ ਸਾਹਿਬਾਨ ਦੀ ਜਿਹੜੀ ਸਿੱਖਿਆ ਨਾ, ਉਹ ਇੱਕ ਪਿਓਰਲੀ ਪੋਲੀਟੀਕਲ ਢੰਗ ਨਾਲ ਨਹੀਂ ਡੀਲ ਕੀਤੀਆਂ ਜਾਂਦੀਆਂ। ਕਿ ਜੋ ਪੋਲੀਟੀਸ਼ੀਅਨ ਕਰਦੇ ਨੇ ਉਹ ਪ੍ਰਚਾਰਕ ਕਰਨਾ ਸ਼ੁਰੂ ਕਰ ਦੇਣ, ਜੋ ਪੋਲੀਟੀਸ਼ੀਅਨ ਕਰਦੇ ਨੇ ਉਹ ਪ੍ਰਚਾਰਕ ਸ਼ੁਰੂ ਕਰਨਾ ਕਰ ਦੇਣ, ਬਈ ਇਹ ਜੇ ਇਹਨੂੰ ਅਸੀਂ ਇਸ ਫਲਾਣੀ ਗੱਲ ਤੋਂ ਵਰਜਿਆ ਨਾ ਤੇ ਵੱਖਰੀ ਪਾਰਟੀ ਖੜੀ ਕਰ ਲੇ। ਜੇ ਦਿਮਾਗ ਵਿੱਚ ਸੋਚ ਹੀ ਪਾਰਟੀ ਬਾਜੀ ਦੀ ਹੋਏ ਤੇ ਫਿਰ ਤੇ ਕੋਈ ਰੋਕ ਨਹੀਂ ਸਕਦਾ ਯਾਰ, ਫਿਰ ਕੋਈ ਨਹੀਂ ਰੋਕ ਸਕਦਾ। ਫਿਰ ਹਰ ਬੰਦਾ ਹਰ ਚੀਜ਼ ਨੂੰ ਇੱਕ ਪੋਲਿਟਿਕਸ ਦੇ ਅੰਦਾਜ਼ੇ ਨਾਲ ਹੀ ਦੇਖੇਗਾ। ਉਹਦੇ ਵਾਸਤੇ ਚਾਹੇ ਉਹ ਗੱਲ ਧਰਮ ਦੀ ਕਰ ਰਹੇ ਹੋਏ, ਚਾਹੇ ਪੋਲਿਟਿਕਸ ਹੀ ਕਰ ਰਹੇ ਹੋਏ, ਉਹਦੇ ਵਾਸਤੇ ਗੱਲ ਹਰ ਚੀਜ਼ ਦੇ ਵੀ ਪੋਲਿਟਿਕਸ ਹੀ ਹੋਏਗੀ। ਬਿਲਕੁਲ। तो ये गल है कि अगर कोई गुरु साहबान दे ऊपर
ਅਗਰ ਆਲੋਚਨਾਤਮਕ ਰੁਖ ਅਡਾਪਟ ਕਰ ਲੈਂਦਾ ਹੈ, ਹਰ ਚੀਜ਼ ਦੇ ਉੱਪਰ ਆਲੋਚਨਾਤਮਕ ਰੁਖ ਅਡਾਪਟ ਕਰ ਲੈਂਦਾ ਹੈ, ਤੇ ਫਿਰ ਉਹਨੂੰ ਵੀ ਆਲੋਚਨਾ ਦਾ ਜਵਾਬ ਸੁਣਨਾ ਪਏਗਾ, ਵਿਚਾਰਾਂ ਦਾ ਆਦਾਨ ਪ੍ਰਦਾਨ ਹੋਏਗਾ, ਤੇ ਜਿਹੜੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਏਗਾ ਤਾਂ ਫਿਰ ਉਹਨਾਂ ਚੋਂ ਇੱਕ ਬੰਦਾ ਇਹ ਕਵੇ ਕਿ ਨਹੀਂ ਮੈਨੂੰ ਤੁਸੀਂ ਇੱਕ ਰਾਈਟ ਦੇ ਦਿਓ ਕਿ ਮੈਨੂੰ ਆਲੋਚਨਾ ਕਰਨ ਦਾ ਹੱਕ ਦੇ ਦਿਓ, ਤੇ ਬਾਕੀ ਸਾਰੀ ਆਲੋਚਨਾ ਦਾ ਹੱਕ ਆਪਣੇ ਕੋਲ ਤੁਸੀਂ ਮੇਰੇ ਕੋਲ ਹੀ ਸਾਰਾ ਰਾਖਵਾਂ ਰੱਖ ਦਿਓ, ਉਹ ਗੱਲ ਬਣਦੀ ਨਹੀਂ ਹੈ। ਤੇ ਇਸ ਸੂਰਤ ਤੇ ਬਿਲਕੁਲ ਹੀ ਨਹੀਂ ਬਣਦੀ ਕਿ ਜਿਸ ਐਗਜ਼ਾਮਪਲ ਨੂੰ ਲੈ ਕੇ ਇਹ ਕਲਿੱਪ ਕੱਢਿਆ ਗਿਆ। ਜਾਂ ਤਾਂ ਤੁਸੀਂ ਵੀ ਬੰਦ ਕਰ ਦਿਓ ਤੇ ਫਿਰ ਤਵੱਜੋ ਰੱਖੋ ਸਾਹਮਣੇ ਵਾਲਾ ਤੋਂ ਵੀ ਉਹ ਵੀ ਬੰਦ ਕਰਨ। ਹੁਣ ਤੁਸੀਂ ਕਹਿੰਦੇ ਵੀ ਮੈਂ ਕਰੀ ਜਾਵਾਂ ਆਲੋਚਨਾ ਤੇ ਬਹੁਤ ਸਾਰੇ ਸਿੱਖ ਐਸੇ ਨੇ, ਬਹੁਤ ਸਾਰੇ ਸਿੱਖ ਐਸੇ ਨੇ, ਤੁਹਾਨੂੰ ਕਈ ਆਪਣੇ ਕੁਝ ਕਮੈਂਟਸ ਕਰਨ ਤੋਂ ਬਾਅਦ ਸ਼ਾਇਦ ਬੰਦ ਵੀ ਕਰ ਦਿੰਦੇ ਹੋਣਗੇ ਕਿ ਉਹਨਾਂ ਦੀ ਗੱਲ ਕੋਈ ਸੁਣਦਾ ਨਹੀਂ ਹੈ। ਬਹੁਤ ਸਾਰੇ ਬੰਦੇ ਸੋਚਣ ਵਾਲੇ ਨੇ ਕਿ ਯਾਰ ਇਹ ਤਮਾਸ਼ਾ ਕੀ ਕਰ ਰਹੇ ਨੇ, ਇਹ ਕਰ ਕੀ ਰਹੇ ਨੇ ਤਮਾਸ਼ਾ, ਤੁਸੀਂ ਸਾਰਿਆਂ ਦਾ ਕਹਿ ਰਹੇ ਹੋ, ਮੈਂ ਕਿਦਾਂ ਨਾਲ ਲਿਆ, ਸਾਰੇ ਦਾ ਕਹਿ ਰਹੇ ਵੀ ਇਹ ਤਮਾਸ਼ਾ ਹੋ ਕੀ ਰਿਹਾ, ਇੱਕ ਉੱਠ ਕੇ ਕੁਝ ਕਹਿ ਰਿਹਾ, ਦੂਜਾ ਉੱਠ ਕੇ, ਰੋਜ਼ ਹੀ ਇਹਨਾਂ ਨੇ ਇੱਕ ਨਵਾਂ ਪੰਗਾ ਤਿਆਰ ਕੀਤਾ ਹੁੰਦਾ, ਔਰ ਕਿਹਦੇ ਵਾਸਤੇ, ਜਸਟ ਫॉर ਦੀ ਸੇਕ ਆਫ ਦਿਸ URP TRP TRP ਨਹੀਂ ਮੈਂ ਕਹਿੰਦਾ, ਕਿਉਂਕਿ TRP ਟੈਲੀਵਿਜ਼ਨ ਨਾਲ ਰਿਲੇਟਡ ਹੈ, URP ਮੀਨ YouTube ਨਾਲ ਰਿਲੇਟਡ, YouTube ਠੀਕ ਹੈ ਜੀ, ਠੀਕ ਹੈ। ਇਹ URP ਜਿਹੜਾ ਉਹਨੂੰ ਦੇਖਣ ਸੇ ਸਿਰਫ ਬਈ ਉੱਥੋਂ ਇੱਕ ਇਨਕਮ ਦਾ ਹੁਣ ਸੋਰਸ ਬਣਦਾ ਜਾ ਰਿਹਾ ਕੁਝ ਬੰਦਿਆਂ ਦਾ, ਵੱਡੇ ਹੈਗਾ ਜੀ, ਬੜਾ ਤਕੜਾ ਸੋਰਸ ਹੈ ਜੀ, $100 ਮੈਨੂੰ ਵੀ ਬਣਨ ਲੱਗ ਗਿਆ ਮਹੀਨੇ ਦਾ ਜੀ ਹੁਣ। ਹਾਂ ਯਾ ਨਹੀਂ ਉਹ ਤੇ ਚਲੋ ਤੁਸੀਂ ਤੇ ਇਹਨੂੰ ਬੜੀ ਲੇਟਰ ਔਨ ਸਟੇਜ ਦੇ ਉੱਪਰ ਟਰਾਈ ਕੀਤੀ ਹੋਣੀ ਹੈ ਇਸ ਚੀਜ਼ ਦੀ, ਲੇਕਿਨ ਜਿਹੜੇ ਗਿਣਦੇ ਹੀ ਸਬਸਕ੍ਰਾਈਬਰ ਨੇ, ਨਹੀਂ ਜੇ ਮੇਰਾ 100 ਬਣਦਾ ਜੀ ਤੇ ਢੱਡਰੀਆਂ ਵਾਲੇ ਦਾ $5-7,000 ਬਣ ਰਿਹਾ ਜੀ, ਜਿਹੜੇ ਹਿਸਾਬ ਨਾਲ ਫੋਲੋਇੰਗ ਹੈ ਢੱਡਰੀਆਂ ਵਾਲੇ ਦੀ ਜੀ, $5-7,000। ਚਲੋ ਨਟਸ਼ੈਲ ਇਹ ਹੈ ਸਰ, ਇਸ ਕਲਿੱਪ ਨੂੰ ਮੇਰੇ ਖਿਆਲ ਪੂਰਾ ਹੋ ਗਿਆ ਕਲਿੱਪ, ਥੋੜਾ ਜਿਹਾ ਰਹਿਣਾ ਬਸ ਨਹੀਂ ਪੂਰਾ ਹੀ ਹੋ ਗਿਆ ਜੀ, ਬਸ ਆਪਾਂ ਬੰਦ ਕਰੀਏ ਜੀ ਇਹਨੂੰ, ਅੱਗੋਂ ਇਹੀ ਕੁਛ ਆ, ਹੋਰ ਬਕੜਵਾ ਆ ਜੀ, ਕੁਝ ਨਹੀਂ ਹੈਗੀ ਹੋਰ ਇਹਦੇ ਚ, ਬਸ ਇੰਨਾ ਹੀ ਹੈ ਨਾ ਜਿੰਨਾ ਹੈ, ਇਹ ਕੋਈ ਰਹਿੰਦਾ ਤੇ ਨਹੀਂ 1-2 ਮਿੰਟ ਦਾ ਨਹੀਂ ਰਹਿੰਦਾ, ਆਪਾਂ ਚਲਾ ਲਈਏ ਜੀ, ਫਿਰ ਮਿੰਟ ਦਾ ਰਹਿੰਦਾ ਜੀ ਹਲੇ, ਮਿੰਟ ਦਾ ਰਹਿੰਦਾ, ਫਿਰ ਚਲਾ ਲਓ ਤੁਸੀਂ, ਚਲਾ ਲਈਏ, ਦੇਖੋ ਚਲਾਇਆ ਨਹੀਂ, ਢੱਡਰੀਆਂ ਵਾਲੇ ਨੇ ਕਹਿਣਾ ਵੀ ਮੈਂ ਅਸਲੀ ਗੱਲ ਤਾਂ ਆਖਰੀ ਮਿੰਟ ਦੇ ਵਿੱਚ ਕੀਤੀ ਸੀ ਤੇ ਉਹ ਚਲਾਈ ਉਹਨੇ ਕਿ ਪਹਿਲਾਂ ਚਲਾਤੇ 14 ਮਿੰਟ। ਬਿਲਕੁਲ ਬਿਲਕੁਲ। ਕੌਣ ਕਰ ਲੂ ਰੀਸ? ਤਾਂ ਕਰਕੇ ਮੈਂ ਜਿਹੜੀ ਗੱਲ ਕਰ ਰਿਹਾ ਨਾ ਵੀ ਇੱਕ ਢੰਗ ਹੈ, ਇੱਕ ਤਕਨੀਕ ਹੈ, ਤੇ ਖੁੱਲ ਦੇ ਦਿੱਤੀ ਗੱਲ ਕਰਨ ਦੀ, ਖੁੱਲ ਦੇ ਦਿੱਤੀ। ਸਾਡੇ ਵਾਲੇ ਤੇ ਸਾਹ ਲੈਣ ਦੀ ਵੀ ਖੁੱਲ ਨਹੀਂ ਦਿੰਦੇ, ਤੇ ਜੋ ਗੁੰਡੇ ਬੰਦੇ ਕੁੱਟਮਾਰ ਕਰਨ ਵਾਲੇ ਉਹ ਅੱਗੇ ਕਰ ਰੱਖੇ ਨੇ, ਜੇ ਕੋਈ ਦਲੀਲ ਦੀ ਗੱਲ ਕਰੇ, ਮੋਟੀਵੇਟ ਕਰਨ ਦੀ ਗੱਲ ਕਰੇ, ਉਹਨਾਂ ਨੂੰ ਪਿੱਛੇ ਸਿੱਟਿਆ ਇਹਨਾਂ ਨੇ, ਉਹਨਾਂ ਨੂੰ ਪੰਥ ਚੋਂ ਬਾਹਰ, ਇਹਨੂੰ ਵੀ ਛੇਕੋ, ਇਹਨੂੰ ਵੀ ਛੇਕੋ, ਇਹਨੂੰ ਵੀ ਛੇਕੋ, ਹੈ ਕਿ ਨਹੀਂ? ਪਰ ਕਿਸ ਵੇਲੇ ਤਰੱਕੀਆਂ ਹੋਣਗੀਆਂ ਤੇ ਪਾਤਸ਼ਾਹ ਦਾ ਢੰਗ ਵੇਖਿਓ, ਤਕਰੀਬ। ਮੈਂ ਇੱਥੇ ਇਨਪੁਟ ਦੇਣੀ ਚਾਹੂੰਗਾ ਵੀ ਉਹਨਾਂ ਨੇ ਦਲੀਲ ਦੇਣ ਵਾਸਤੇ ਸੱਦਿਆ ਸੀ ਜੀ ਇਹਨੂੰ, 5 ਮੈਂਬਰੀ ਕਮੇਟੀ ਅੱਗੇ ਜਦੋਂ ਮੀਟਿੰਗ ਹੋਣੀ। ਨਹੀਂ ਦੂਜੀ ਗੱਲ ਆ ਗਈ ਕਿ ਸਵਾਲ ਇਹ ਹੈ ਕਿ ਭਾਈ ਸਾਹਿਬ ਬੜੀ ਸੰਜੀਦਗੀ ਨਾਲ ਸੋਚਣ ਕਿ ਇਹਨਾਂ ਨੂੰ ਸੁਣ ਕੇ, ਇਹਨਾਂ ਦੇ ਦਾਅਵੇ ਦੇ ਅਨੁਸਾਰ ਜ਼ਿੰਮੇਵਾਰੀ ਬੰਦੇ ਸਮਝ ਕੇ, ਇਹਨਾਂ ਦੇ ਮੁਤਾਬਕ ਖੁਦ ਮੁਖਤਿਆਰ ਬੰਦੇ ਜਿਹੜੇ ਲੋਕਾਂ ਦੇ ਧੀਆਂ ਨੂੰ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਕੇ ਜਿਹੜੀ ਗੁੰਡਾਗਰਦੀ ਕਰ ਰਹੇ ਨੇ, ਉਹਦੇ ਬਾਰੇ ਭਾਈ ਸਾਹਿਬ ਨਹੀਂ ਸੋਚਦੇ ਨਾ, ਉਹ ਕਿਸ ਤਰ੍ਹਾਂ ਅਪਰੂਵਡ ਹੈ? ਉਹ ਫਿਰ ਇਹਨਾਂ ਦੇ ਆਪਣੇ ਬੰਦੇ ਆ ਜੀ, ਔਰ ਅਗਰ ਇੱਕਾ ਦੁੱਕਾ ਬੰਦਿਆਂ ਨੂੰ ਵਿੱਚੋਂ ਕਿਹਾ ਵੀ ਗਿਆ, ਲੇਕਿਨ ਟਾਪ ਬਰਾਸ ਨੂੰ ਕਿਉਂ ਨਹੀਂ ਕਿਹਾ ਗਿਆ? ਜਿਹੜੀ ਟੀਮ ਦੇ ਟਾਪ ਪਲੇਅਰ ਨੂੰ ਉਹਨਾਂ ਨੂੰ ਕਿਉਂ ਨਹੀਂ ਕਿਹਾ ਗਿਆ? ਜਿਹਨੂੰ ਕਿ ਨਿਊਜ਼ੀਲੈਂਡ ਦੇ ਜਿਹੜੇ ਤੁਹਾਡੇ ਕਨਸਟੀਟਿਊਸ਼ਨਲ ਇੰਸਟੀਟਿਊਸ਼ਨ ਹੈਗੇ ਨੇ ਜਾਂ ਆਪਣੇ ਸਰਕਾਰੀ ਅਦਾਰੇ ਨੇ, ਉਹਨਾਂ ਵੱਲੋਂ ਪੈਨਲਾਈਜ਼ ਹੋ ਚੁੱਕਿਆ ਜੀ, ਉਹਦੇ ਖਿਲਾਫ ਭਾਈ ਸਾਹਿਬ ਦੀ ਬੋਲਤੀ ਨਹੀਂ ਖੁੱਲਦੀ ਹੈਗੀ ਜੀ। ਉਹਨਾਂ ਦੇ ਬਾਰੇ ਕਿਉਂ ਨਹੀਂ ਕਿਹਾ ਗਿਆ? ਸੂਰਜ ਪ੍ਰਤਾਪ ਗ੍ਰੰਥ ਦੀ ਚਿੰਤਾ ਕਰਨੀ ਤੇ ਗੁਰੂ ਗ੍ਰੰਥ ਸਾਹਿਬ ਦੀ ਚਿੰਤਾ ਨਹੀਂ ਕਰਨੀ, ਉਹਦੇ ਨਾਲ ਵਿਚਾਰ ਸਾਂਝੇ ਰੱਖਣੇ। ਬਿਲਕੁਲ, ਬੜਾ ਗੁੱਡ ਪੁਆਇੰਟ ਹੈ ਜੀ ਇਹ। ਸੂਰਜ ਪ੍ਰਕਾਸ਼ ਆ ਲਿਖਿਆ, ਉਹਦੀ ਚਿੰਤਾ ਹੈਗੀ ਆ, ਗ੍ਰੰਥਾਂ ਦੀ ਗੱਲ ਹੀ ਛੱਡ ਦਿਓ, ਸੂਰਜ ਪ੍ਰਕਾਸ਼ ਗ੍ਰੰਥ ਦੀ ਚਿੰਤਾ ਹੈ ਬਈ, ਓਟ ਕਿਹਦੀ ਹੈ? ਗੁਰੂ ਗ੍ਰੰਥ ਸਾਹਿਬ ਦੀ, ਤੇ ਗੁਰੂ ਗ੍ਰੰਥ ਸਾਹਿਬ ਦੀ ਪੋਜੀਸ਼ਨ ਨੂੰ ਖਤਮ ਕਰਨ ਦੀ ਜਿਹੜੀ ਚਿੰਤਾ ਉਹ ਕਿਹਨੇ ਕਰਨੀ ਹੈ? ਜਿਹੜੇ ਉਹਦੇ ਖਿਲਾਫ ਮੁਹਾਜ਼ ਖੋਲਿਆ ਗਿਆ, ਉਹਦੀ ਚਿੰਤਾ ਕਿਹਨੇ ਕਰਨੀ ਹੈ? ਉਹਦੀ ਚਿੰਤਾ ਬਾਕੀ ਕਰਨ ਜੀ, ਇਹਨਾਂ ਨੂੰ ਤਾਂ ਇਹਦੀ ਸੂਰਜ ਪ੍ਰਕਾਸ਼ ਦੀ ਚਿੰਤਾ ਜਾਂ ਆਪਣੀ ਚਿੰਤਾ ਵੀ ਮੇਰੇ ਖਿਲਾਫ ਟਕਸਾਲੀ ਜਿਹੜੇ ਆ ਗੁੰਡਾਗਰਦੀ ਕਰਦੇ ਨੇ, ਸ਼ਬਦੀ ਗੁੰਡਾਗਰਦੀ, ਨਾਲੇ ਮਾਰ ਧਾੜ ਕੁੱਟ ਕਟਾਪਾ ਤਾਂ ਚਲੋ ਉਹਦਾ ਇੱਕ ਵਾਰੀ ਉਹ ਹੋਇਆ ਜੀ, ਉਹ ਜਿਹੜੀ ਵੀ ਸ਼ਬੀਲ ਹੈਗੀ ਆ, ਉਹ ਸ਼ਬੀਲ ਦਾ ਵੀ ਇਹ ਕੇਸ ਪ੍ਰੋਪਰਲੀ ਨਹੀਂ ਕਰ ਰਿਹਾ ਹੈਗਾ, ਉਹਨੂੰ ਜਾਨੀ ਚਾਹੁੰਦਾ ਹੀ ਨਹੀਂਗਾ ਉਹ ਚ ਇਨਸਾਫ ਮਿਲੇ। ਜਿਹੜੀ ਸ਼ਬਦੀ ਦੂਸ਼ਣ ਫੈਲਾ ਰਿਹਾ ਉੱਥੇ ਨਿਊਜ਼ੀਲੈਂਡ ਵਾਲਾ, ਹੁਣ ਇਹ ਵੀ ਸ਼ੁਰੂ ਹੋ ਗਿਆ ਢੱਡਰੀਆਂ ਵਾਲਾ ਵੀ ਜੀ, ਕਦੇ ਇਹ ਆਪਣੀ ਸਟੇਜਾਂ ਤੋਂ ਬੈਠ ਕੇ ਗੰਦੀ ਔਲਾਦ ਕਹਿੰਦਾ ਆ, ਕਦੇ ਕਮੀਨਾ ਕਹਿੰਦਾ ਆ, ਕਦੇ ਛਿੱਤਰ ਪੈਣਗੇ, ਇਹੋ ਜਿਹੇ ਪੁੱਠੇ ਸਿੱਧੇ ਸ਼ਬਦ ਇਹਨੇ ਵੀ ਬਹੁਤ ਯੂਜ਼ ਕਰਨੇ ਸ਼ੁਰੂ ਕਰਤੇ ਨੇ, ਉਹਦਾ ਨੇਕੀ ਦਾ ਅਸਰ ਹੋਣ ਲੱਗ ਪਿਆ ਜੀ ਇਹਦੇ ਤੇ। ਜਿਹੜਾ ਸ਼ਬਦੀ ਦੂਸ਼ਣ ਇਹ ਕਰਦੇ ਨੇ ਯਾਨੀ ਖਾਸ ਕਰਕੇ ਨੇਕੀ, ਤੇ ਉਹ ਕਿਉਂ ਨਹੀਂ ਨਜ਼ਰ ਆ ਰਿਹਾ ਢੱਡਰੀਆਂ ਵਾਲੇ ਨੂੰ? ਓਰਲ ਵਾਇਲੈਂਸ ਜਿਹੜੀ ਹੈ, ਓਰਲ ਵਾਇਲੈਂਸ ਜਿਹੜੀ ਹੈ ਨਾ, ਉਹ ਦੇਖੋ ਮੈਂ ਉਹ ਇੱਕ ਗੱਲ ਰਿਪੀਟ ਕਰਨਾ ਕਿ ਤੁਹਾਨੂੰ ਪਤਾ ਹੈ ਕਿ ਇਸੇ ਸਾਡੇ
ਇੰਡੀਆ ਦੇ ਵਿੱਚ ਅਸੀਂ ਦੇਖੀ ਇਹ ਚੀਜ਼ ਕਿ ਇੱਕ ਉੱਚੇ ਅਹੁਦੇ ਤੇ ਬੈਠੇ ਦੇ ਬੰਦੇ ਦਾ ਇੱਕ ਨਿੱਕੀ ਜਿਹੀ ਇੱਕ ਲਾਈਨ ਅੱਜ ਤੱਕ ਉਹਦਾ ਪਿੱਛਾ ਕਰ ਰਹੀ ਹੈ, ਉਹਨੂੰ ਨਹੀਂ ਛੱਡਿਆ ਜਾਂਦਾ। ਔਰ ਉਸ ਵੇਲੇ ਉਸ ਲਾਈਨ ਨੇ ਬਹੁਤ ਵੱਡਾ ਇੱਕ ਨੁਕਸਾਨ ਪਹੁੰਚਾਇਆ ਇੱਕ ਕਮਿਊਨਿਟੀ ਨੂੰ, ਸਿੱਖ ਕਮਿਊਨਿਟੀ ਨੂੰ। ਠੀਕ ਹੈ, ਉਹ ਕਿਤਨਾ ਵੱਡੀ ਇੱਕ ਰਿਸਪੌਂਸਿਬਿਲਟੀ ਉਹਦੇ ਪਰ ਆਇਤ ਕਰਦੀ ਆਈ ਹੈ ਸਿੱਖ ਕੌਮ, ਵੀ ਇਹ ਗੱਲ ਕਿਉਂ ਕਹੀ ਗਈ ਸੀ। ਜਿਹੜੀ ਆਪਣੇ ਵੀ जब बड़ा पेड़ ਇਹ गिरता है, ਵੀ ਜਰਾਇਮ ਪੇਸ਼ਾ ਕੌਮ, जब बड़ा पेड़ गिरता है तो धरती हिलती है। ਅੱਛਾ ਹਾਂਜੀ ਇਹ ਗੱਲ ਕਿਉਂ ਕਹੀ ਗਈ ਸੀ? ਇਹਨੂੰ ਬਲਕਿ ਪਾਰਲੀਮੈਂਟ 'ਚ ਕਿੰਨੀ ਵਾਰੀ ਰਿਪੀਟ ਕੀਤੀ ਗਈ ਹੋਣੀ ਹੈ ਗੱਲ ਇਹ। ਇਹ ਰਹਿੰਦੀ ਦੁਨੀਆ ਤੱਕ, ਜਦ ਤੱਕ ਸਿੱਖ ਨੇ, ਜਦ ਤੱਕ ਇੰਡੀਆ ਆ, ਤੇ ਮੀਨਸ ਇਹ ਗੱਲ ਨਹੀਂ ਭੁੱਲਣੀ ਜੀ। ਲੋਕ ਇਹ ਟਾਈਮ ਟੂ ਟਾਈਮ ਉੱਠਦੀ ਰਹਿਣੀ ਹੈ ਜੀ ਇਹ ਗੱਲਬਾਤ, ਉੱਠਦੀ ਰਹਿਣੀ ਇਹ ਗੱਲ। ਕਿਉਂਕਿ ਇਟ ਇਜ਼ ਕੰਸੀਡਰਡ ਬਾਈ ਐਨ ਓਰਲ ਐਗਰੈਸ਼ਨ। ਯਾ ਇਹ ਓਰਲ ਐਗਰੈਸ਼ਨ ਹੈ। ਸੋ ਓਰਲ ਐਗਰੈਸ਼ਨ ਜਿਹੜਾ ਨਾ, ਉਹ ਆਪ ਕਰੀ ਜਾਣਾ ਤੇ ਫਿਰ ਐਗਜ਼ਾਮਪਲਾਂ ਦੇਣੀਆਂ ਮੁਰਾਰੀ ਬਾਪੂ ਦੀਆਂ ਤੇ ਬਿੰਦਰੇ ਦੀਆਂ। ਉਹ ਯਾਰ ਪਹਿਲੇ ਗੱਲ ਸੋਚ ਲਓ ਕਿ ਨਾ ਮੁਰਾਰੀ ਬਾਪੂ ਉਹ ਕੰਮ ਕਰ ਰਿਹਾ, ਨਾ ਬਿੰਦਰਾ ਉਹ ਕੰਮ ਕਰ ਰਿਹਾ, ਜਿਸ ਕੰਮ ਵਿੱਚ ਅਸੀਂ ਲੱਗੇ। ਇੱਕ ਗੱਲ ਹੋਰ ਵੀ ਕਰ ਗਿਆ ਨਾ ਢੱਡਰੀਆਂ ਵਾਲਾ ਜੀ, ਇੱਥੇ ਜਿਹੜੇ ਨੰਬਰ ਇਹਨੇ ਗਣਾਏ ਨੇ ਵੀ ਜਿਹੜੇ ਤਾਂ ਹੈਗੇ ਨੇ ਆ, ਜਿਹੜੇ ਇਹਨਾਂ ਦੇ ਬਿੰਦਰੇ ਆਉਣੀ ਹੈ, ਇੱਕ ਨੰਬਰ ਹੋਰ ਬੋਲ ਰਿਹਾ ਸੀ, ਨਾ ਕੀ ਉਹਦਾ ਜੀ, ਜਿਹੜੇ ਮੋਟੀਵੇਸ਼ਨਲ ਸਪੀਕਰ ਨੇ, ਵੀ ਉਹ ਖੁੱਲ ਕੇ ਗੱਲਾਂ ਕਰਦੇ ਨੇ ਤੇ ਕੋਈ ਬੰਦਿਸ਼ ਨਹੀਂ, ਤੇ ਉਹਨਾਂ ਦੇ ਹੈਗੇ ਨੇ 50 ਮਿਲੀਅਨ ਫਾਲੋਅਰ। ਤੇ ਜਿਹੜੇ ਆ ਦੂਜੇ ਨੇ, ਜਿਹੜੇ ਧਾਰਮਿਕ ਬੰਦੇ ਨੇ, ਜਿਹੜੇ ਇਹਨਾਂ ਦੇ 5 ਕੁਝ ਵੀ ਨਹੀਂ ਹੈਗੇ, ਜਾਨੀ ਇਹ ਆਪਣੇ ਆਪ ਨੂੰ ਦੱਸ ਗਿਆ ਵੀ ਮੇਰਾ ਹੈਗਾ 1.5 ਮਿਲੀਅਨ ਤੇ ਤੁਹਾਡੇ 50 ਹਜ਼ਾਰ ਵੀ ਨਹੀਂ ਹੈਗੇ ਜੀ। ਇਹ ਵੀ ਹਿੰਟ ਮੈਨੂੰ ਲੱਗਦਾ ਦੇ ਗਿਆ ਹਾਂ, ਜੀ। ਉਹੀ ਇਸ਼ਾਰਾ ਤੇ ਉਹੀ ਸੀ ਨਾ, ਉਹੀ ਇਸ਼ਾਰਾ ਸੀ। ਹਾਂ ਯਾਰ ਤੇ ਫਿਰ ਕੀ ਹੋਇਆ? ਦੇਖੋ ਬਈ ਉੱਥੇ ਮੈਂ ਇਹ ਗੱਲ ਇਹਨਾਂ ਨੂੰ ਇੱਕ ਸਟਰੋਂਗ ਇੱਕ ਬੇਨਤੀ ਦੇ ਰੂਪ ਵਿੱਚ ਕਹਾਂਗਾ ਕਿ ਬਿੰਦਰਾ ਔਰ ਮਹੇਸ਼ਵਰੀ ਦੀ ਕੋਈ ਕਲਿੱਪ ਕੱਢ ਕੇ ਅਸੀਂ ਪਾ ਦੇਣ ਜਿਹਦੇ ਵਿੱਚ ਉਹ ਸ਼ੰਕਰਾਚਾਰਿਆ ਦੇ ਖਿਲਾਫ ਬੋਲ ਰਹੇ ਹੋਣ, ਜਿਹਦੇ ਵਿੱਚ ਮੁਰਾਰੀ ਬਾਪੂ ਦੇ ਖਿਲਾਫ ਬੋਲ ਰਹੇ ਹੋਣ, ਜਿਹਦੇ ਚ ਆਪਣੇ ਦੇਵੀ ਦੇਵਤਿਆਂ ਦੇ ਖਿਲਾਫ ਬੋਲ ਰਹੇ ਹੋਣ, ਜਿਹਦੇ ਚ ਜਨੇਊ ਦੇ ਖਿਲਾਫ ਬੋਲ ਰਹੇ ਹੋਣ, ਜਾਂ ਉਹ ਚੋਟੀਆਂ ਫੜ ਕੇ ਕੋਈ ਇਸ਼ਾਰੇ ਕਰ ਰਹੇ ਹੋਣ ਤੇ ਲੋਕ ਉਹਨਾਂ ਨੂੰ ਸੁਣਨ ਜਾ ਰਹੇ ਹੋਣ, ਫਿਰ ਤੇ ਗੱਲ ਇਹਨਾਂ ਦੀ ਬਣੇਗੀ। ਨਹੀਂ ਤੇ ਇਹਨਾਂ ਦਾ ਇਹ ਕਲਿੱਪ ਬਿਲਕੁਲ ਹੀ ਬੇਕਾਰ ਕਲਿੱਪ ਨਹੀਂ, ਬੇਕਾਰ ਹੈ ਜੀ, ਬੇਕਾਰ ਹੈ। ਔਰ ਇਹ ਇੱਕ ਇਹਦੇ ਵਿੱਚ ਇੰਟੈਲੈਕਚੁਅਲ ਕਰਪਸ਼ਨ ਵੀ ਇਨਵੋਲਵ ਹੈ। ਚਲੋ ਜੀ ਅੱਗੇ ਚਲਾਈਏ ਜੀ। ਆਪਾਂ ਇਧਰੋਂ ਦਵਿੰਦਰ ਸਿੰਘ ਕਾਲੇ ਦਾ 2 ਵਾਰੀ ਫੋਨ ਆ ਗਿਆ ਜੀ। ਹਾਂਜੀ, ਉਹਨੂੰ ਬੱਸ ਓਵਰਟੇਕ ਕਰਨ ਦਾ ਹੁਣ ਪਤਾ ਲੱਗਿਆ ਢੱਡਰੀਆਂ ਵਾਲੇ ਕਰਕੇ। ਪਹਿਲਾਂ ਤਾਂ ਐਵੇਂ ਕਰੀ ਜਾਂਦਾ ਸੀ ਗਲਤ ਤਰੀਕੇ ਨਾਲ ਜੀ।